नंबर 1 साउथ एशियन न्यूज़ टाक रेडियो KRP 1550 AM बैंड ਦੇ ਉੱਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਕੁਲਦੀਪ ਸਿੰਘ ਨਾਲ ਸੁਣ ਰਹੇ ਹਾਂ, ਜਿਸ ਨੂੰ ਦੁਨੀਆ ਭਰ ਦੇ ਕੋਨੇ-ਕੋਨੇ ਦੇ ਵਿੱਚ www.krpiradio.com ਆਈਫੋਨ ਤੇ ਐਂਡਰੋਇਡ ਫੋਨ ਦੇ ਉੱਤੇ ਐਪ ਡਾਊਨਲੋਡ ਕਰਕੇ ਵੀ ਇਹਨੂੰ ਸੁਣਿਆ ਜਾ ਸਕਦਾ ਹੈ। ਇਹਨਾਂ ਦੋਵਾਂ ਦਿਨਾਂ 'ਚ ਮੇਰਾ ਉਪਰਾਲਾ ਹੁੰਦਾ ਕਿ ਸ਼ਨੀਵਾਰ ਨੂੰ ਸਿਹਤ ਸੰਬੰਧੀ ਗੱਲਬਾਤ ਹੁੰਦੀ ਹੈ ਤੇ ਐਤਵਾਰ ਨੂੰ ਕੌਮ ਦੇ ਵਿੱਚ ਜਾਗਰਤੀ ਲਿਆਉਣ ਦੇ ਲਈ, ਕਮਿਊਨਿਟੀ ਦੇ ਵਿੱਚ ਅਵੇਅਰਨੈਸ ਲਿਆਉਣ ਦੇ ਲਈ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਂਦਾ ਹੈ। 2 ਦਹਾਕਿਆਂ ਤੋਂ ਵੱਧ ਹੋ ਗਏ ਨੇ ਯਤਨ ਕਰੀਦਾ ਹੈ ਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲਬਾਤ ਹੋਵੇ, ਗੁਰਮਤ ਤੇ ਗੁਰਬਾਣੀ ਦੀ ਗੱਲਬਾਤ ਹੋਵੇ, ਸਿੱਖ ਇਤਿਹਾਸ ਦੀ ਗੱਲਬਾਤ ਹੋਵੇ। ਅੱਜ ਦੇ ਪ੍ਰੋਗਰਾਮ ਨੂੰ ਮੈਂ 2 ਹਿੱਸਿਆਂ ਦੇ ਵਿੱਚ ਵੰਡਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਹੋ ਰਿਹਾ ਚੰਗੇ ਕਾਰਜ, ਉਹਨਾਂ ਦੀ ਗੱਲਬਾਤ, ਕਿਉਂਕਿ ਨੈਗੇਟਿਵਿਟੀ ਤਾਂ ਆਪਾਂ ਬਹੁਤ ਕਰਦੇ ਹਾਂ, ਚੰਗੇ ਕਾਰਜਾਂ ਦੀ ਗੱਲ ਦੂਜੇ ਭਾਗ ਦੇ ਵਿੱਚ ਕਰਾਂਗੇ। ਪਹਿਲੇ ਹਿੱਸੇ ਦੇ ਵਿੱਚ ਮੇਰੇ ਨਾਲ ਇੱਕ ਖਾਸ ਮਹਿਮਾਨ ਸ਼ਾਮਲ ਹੋਣ ਜਾ ਰਹੇ ਨੇ, ਜਿਨ੍ਹਾਂ ਨੂੰ ਮੈਂ ਕਾਫੀ ਚਿਰ ਤੋਂ ਫੋਲੋ ਕਰ ਰਿਹਾ, ਬੜੇ ਚਿਰ ਤੋਂ ਮੈਂ ਦੇਖ ਰਿਹਾ, ਸੁਣ ਰਿਹਾ ਸੀ। ਇੱਕ ਨੌਜਵਾਨ ਹੈ ਜਿਹੜਾ ਵਿਕਟਮ ਹੈ। ਕਈ ਵਾਰੀ ਸਾਡਾ ਸੁਭਾਅ ਹੈ ਕਿ ਅਸੀਂ ਬਗੈਰ ਕੁਝ ਸੋਚੇ ਵਿਚਾਰੇ ਕਿਸੇ ਦੇ ਉੱਤੇ ਇਲਜ਼ਾਮ ਲਾ ਦਿੰਦੇ ਹਾਂ। ਤੇ ਗੁਰਬਾਣੀ ਦਾ ਇੱਕ ਸ਼ਬਦ ਹੈ, ਹੈਨ ਵਿਰਲੇ ਨਾਹੀਂ ਘਣੇ ਫੈਲ ਫਕੜ ਸੰਸਾਰ। ਬੜੇ ਥੋੜੇ ਨੇ, ਬਹੁਤ ਥੋੜੇ। ਉਸ ਪਰਮਾਤਮਾ ਪਰਿਪੂਰਨ, ਉਹਦੀ ਸਿਫਤ ਸਲਾਹ ਕਰਨ ਵਾਲੇ ਮਨੁੱਖ ਬੜੇ ਥੋੜੇ ਨੇ। ਬਾਕੀ ਤਾਂ ਮੇਰੇ ਵਰਗੇ ਵਿਖਾਵੇ ਵਾਲੇ ਬਹੁਤ ਨੇ। ਔਰ ਇਹਨਾਂ 20 ਵਰ੍ਹਿਆਂ ਦੇ ਵਿੱਚ ਤੁਹਾਨੂੰ ਪਤਾ ਹੈ, ਮੈਂ ਯਤਨ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਮ ਦੇ ਉੱਤੇ ਧੋਖਾ ਕਰਨ ਵਾਲੇ ਜਿਹੜੇ ਲੋਕ ਨੇ, ਜਿਨ੍ਹਾਂ ਦਾ ਜਿੰਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚੇ ਆ, ਬਹੁਤ ਨੇ। ਸਾਡੇ ਕੀ ਹੁੰਦਾ ਹੈ ਕਿ ਅਸੀਂ ਬਾਹਰੀ ਦਿਖਾਵਾ ਦੇਖ ਕੇ ਬਸ ਮੋਹੇ ਜਾਂਦੇ ਆ ਕਿ ਗੁਰੂ ਦਾ ਸਿੱਖ ਹੈ, ਗੁਰੂ ਦਾ ਪਿਆਰਾ ਗੁਰਮੁਖ ਹੈ। ਨਾ ਤਾਂ ਗੁਰਮੁਖ ਦੀ ਪਤਾ ਪਰਿਭਾਸ਼ਾ, ਨਾ ਸਿੱਖ ਦੀ ਪਤਾ ਹੈ, ਨਾ ਸੰਤ ਦੀ ਪਰਿਭਾਸ਼ਾ ਪਤਾ ਹੈ, ਨਾ ਸਾਧ ਦੀ ਪਰਿਭਾਸ਼ਾ ਪਤਾ ਹੈ, ਨਾ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਪਤਾ ਹੈ। ਬਸ ਗੁਰਬਾਣੀ 'ਚ ਲਿਖਿਆ ਜੀ। ਗੁਰਬਾਣੀ ਦੇ ਵਿੱਚ ਬਕਾਇਦਾ 2 ਅਸ਼ਟਪਦੀਆਂ ਸੰਤ ਤੇ ਸਾਧ ਦੇ ਉੱਤੇ ਨੇ, ਇੱਕ ਬ੍ਰਹਮ ਗਿਆਨੀ ਦੇ ਉੱਤੇ ਹੈ। ਅਸੀਂ ਕਦੇ ਧਿਆਨ ਨਾਲ ਪੜ੍ਹਿਆ ਹੀ ਨਹੀਂ ਕਿ ਨਾਨਕ ਉਹਦੇ ਵਿੱਚ, ਅਸਲ ਦੇ ਵਿੱਚ ਤਾਂ ਸਾਰੀ ਬਾਣੀ ਨਾਨਕ ਦੀ ਹੈ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਪਰਮਾਤਮਾ ਆਪ ਹੈ। ਬਹੁਤ ਵਾਰੀ, ਬੜਾ ਲੰਮਾ ਸਮਾਂ ਹੋ ਗਿਆ, 1 ਨਹੀਂ 2 ਨਹੀਂ, ਦਰਜਨਾਂ ਤੋਂ ਵੱਧ ਸਕੈਂਡਲ ਨੰਗੇ ਕੀਤੇ ਆ। ਇਸ ਤਰ੍ਹਾਂ ਨਹੀਂ ਕਿ ਕੱਲਾ ਨੰਗਾ ਕਰ ਦਿੱਤਾ, ਬਲਕਿ ਉਹਨਾਂ ਦੇ ਉੱਤੇ ਬੜੀ ਮਿਹਨਤ ਕਰਕੇ ਇੱਕ ਡਾਕੂਮੈਂਟ ਲਿਆ ਕੇ, ਪ੍ਰੂਫ ਲਿਆ ਕੇ ਤੇ ਮਿਹਨਤ ਕੀਤੀ, ਔਰ ਜਿਹਦੇ ਵਿੱਚ ਉਹਦੇ ਉੱਤੇ ਅਮਲ ਵੀ ਹੋਇਆ। ਨਹੀਂ ਤਾਂ ਸਾਡੇ ਇਸ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਲੋਅਰ ਮੇਨਲੈਂਡ ਦੇ ਵਿੱਚ ਹੇੜਾਂ ਲੱਗੀਆਂ ਰਹਿੰਦੀਆਂ ਸੀ ਸੋ ਕਾਲਡ ਮਹਾਂਪੁਰਸ਼ਾਂ ਦੀਆਂ, ਸੰਤਾਂ ਦੀਆਂ। ਬਾਅਦ ਪਤਾ ਲੱਗਾ, ਕਿਉਂਕਿ ਆਪ ਪ੍ਰੈਕਟੀਕਲ ਰੂਪ ਦੇ ਵਿੱਚ ਵਿਕਟਮ ਨਹੀਂ ਬਲੇ ਵਿੱਚ ਵੜ ਕੇ ਅੰਦਰੋਂ ਦੇਖਿਆ, ਤੇ ਬਕਾਇਦਾ ਕੌਮ ਨੂੰ, ਮੇਰੀ ਨੂੰ ਬਚਾਉਣ ਦੇ ਲਈ ਉਪਰਾਲੇ ਵੀ ਕੀਤੇ, ਕਿਉਂਕਿ ਪ੍ਰਮਾਤਮਾ ਨੇ ਇੱਕ ਮੰਚ ਵੀ ਇਹੋ ਜਿਹਾ ਦਿੱਤਾ ਸੀ। ਔਰ ਉਹਨਾਂ ਦਾ ਆਣਾ ਇੱਥੇ ਬਕਾਇਦਾ ਬੰਦ ਹੋਇਆ। ਅੱਜ ਇੱਕ ਵਿਕਟਮ ਨੇ ਗੁਰਦਾਸਪੁਰ ਤੋਂ, ਮੈਂ ਉਸ ਨੌਜਵਾਨ ਨੂੰ ਕਾਫੀ ਸਮੇਂ ਤੋਂ ਫੋਲੋ ਕਰ ਰਿਹਾ ਸੀ, ਸੁਣ ਰਿਹਾ ਸੀ, ਦੇਖ ਰਿਹਾ ਸੀ। ਨੌਜਵਾਨ ਕਾਫੀ
ਜਜ਼ਬਾਤੀ ਹੋ ਕੇ ਗੱਲਾਂ ਕਰ ਰਿਹਾ ਸੀ। ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਮੈਂ ਚਾਹੁੰਦਾ ਜੇ ਤੁਸੀਂ ਲੁੱਟੇ ਗਏ ਹੋ ਸਕਦਾ ਕੋਈ ਹੋਰ ਵੀ ਵਿਕਟਮ ਹੋਵੇ, ਘੱਟੋ ਘੱਟ ਉਹ ਬਚ ਜਾਵੇ। ਸਰਦਾਰ ਹਰਮਨਜੀਤ ਸਿੰਘ ਪ੍ਰੋਗਰਾਮ 'ਚ ਮੇਰੇ ਨਾਲ ਸ਼ਾਮਲ ਨੇ। ਸਰਦਾਰ ਹਰਮਨਜੀਤ ਸਿੰਘ ਜੀ, ਦਿਲਾਂ ਦੇ ਵਿੱਚ ਦੀਆਂ ਗਹਿਰਾਈਆਂ 'ਚ ਸਵਾਗਤ ਹੈ ਜੀ ਤੁਹਾਡਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਹਰਮਨਜੀਤ ਸਿੰਘ ਜੀ, ਥੋੜਾ ਜਿਹਾ ਤੁਹਾਡੇ ਬਾਰੇ, ਪਹਿਲੀ ਵਾਰੀ ਪ੍ਰੋਗਰਾਮ 'ਚ ਆਏ ਹੋ, ਦੁਨੀਆ ਭਰ ਦੇ ਵਿੱਚ ਇਸ ਪ੍ਰੋਗਰਾਮ ਨੂੰ ਸੁਣਿਆ ਜਾ ਰਿਹਾ ਹੈ, ਜਾਣਨਾ ਚਾਹੁੰਦੇ ਆ ਕੌਣ ਨੇ ਸਰਦਾਰ ਹਰਮਨਜੀਤ ਸਿੰਘ, ਕਿੱਥੋਂ ਦੇ ਰਹਿਣ ਵਾਲੇ ਨੇ, ਕੀ ਕਰਦੇ ਆ ਜੀ? ਮੈਂ ਜੀ ਇੱਕ ਸਧਾਰਨ ਪਰਿਵਾਰ ਨੂੰ ਬਿਲੋਂਗ ਕਰਦਾ, ਗੁਰਦਾਸਪੁਰ ਮੇਰਾ ਜ਼ਿਲ੍ਹਾ, ਤੇ ਆਪਾਂ ਆਰਗੈਨਿਕ ਖੇਤੀ ਦਾ ਕੰਮ ਕਰਦੇ ਹਾਂ, ਨਾਲ ਆਪਣੇ ਹੋਰ ਛੋਟੇ ਮੋਟੇ ਕਾਰੋਬਾਰ ਨੇ ਤੇ ਉਹਨਾਂ ਨਾਲ ਹੀ ਸਾਡਾ ਪਰਿਵਾਰ ਚੱਲਦਾ ਜੀ। ਜੀ ਅੱਛਾ, ਥੋੜਾ ਜਿਹਾ ਦੱਸੋ ਤੁਹਾਡੇ, ਮੈਂ ਬੜਾ ਧਿਆਨ ਨਾਲ ਤੁਹਾਨੂੰ ਫੋਲੋ ਕੀਤਾ ਹੈ, ਤੁਹਾਡੇ ਜ਼ਬਾਨੀ ਜਾਣਨਾ ਚਾਹੁੰਦੇ ਆ। ਆਮ ਕਰਕੇ ਹੁੰਦਾ ਹੈ ਕਿ ਸਾਡਾ ਵਿਸ਼ਵਾਸ ਸਿੱਖ ਧਰਮ ਦੇ ਵਿੱਚ ਕਿ ਚਲੋ ਕੋਈ ਮਹਾਂਪੁਰਸ਼, ਕੋਈ ਚੰਗਾ ਗੁਰਮੁਖ ਪਿਆਰਾ ਪ੍ਰਚਾਰ ਕਰ ਰਿਹਾ ਹੈ ਤੇ ਸਾਨੂੰ ਇਹ ਹੁੰਦਾ ਵੀ ਚਲੋ ਹੌਲੇ ਹੌਲੇ ਉਸ ਪ੍ਰਚਾਰ ਤੋਂ ਬਾਅਦ ਉਹ ਡੇਰੇ ਵੱਲ ਤੁਰ ਪੈਂਦੇ ਨੇ, ਡੇਰਾ ਬਣਦਾ ਹੈ, ਡੇਰੇ ਤੋਂ ਬਾਅਦ ਲੋਕੀ ਜ਼ਿਆਦਾ ਆਉਣ ਲੱਗ ਪੈਂਦੇ ਨੇ, ਚੌਖੀ ਇਨਕਮ ਹੁੰਦੀ ਹੈ, ਪੈਸਾ ਬਹੁਤ ਆਉਂਦਾ ਹੈ, ਰਾਜਨੀਤਿਕ ਲੋਕਾਂ ਨਾਲ ਉਹਨਾਂ ਦੀ ਸਾਂਝ ਪੈ ਜਾਂਦੀ ਹੈ। ਤੁਸੀਂ ਕਿਹੜੇ ਸਾਧ ਦੇ, ਕਿਹੜੇ ਮਹਾਂਪੁਰਸ਼ ਦੇ ਵਿਕਟਮ ਹੋਏ ਤੇ ਕਦੋਂ ਹੋਏ ਤੇ ਕਿਵੇਂ ਹੋਏ ਜੀ? ਦਰਅਸਲ ਜੀ ਮੈਂ ਨਾ ਚੰਡੀਗੜ੍ਹ 'ਚ ਆਪਣਾ ਕੰਮ ਸ਼ੁਰੂ ਕੀਤਾ ਸੀ 2014 'ਚ ਜੀ। ਆਵਾਜ਼ ਆ ਰਹੀ ਹੈ ਜੀ? ਬਿਲਕੁਲ ਕਲੀਅਰ ਜੀ। ਹਾਂਜੀ, ਅੱਛਾ, ਤੇ 2014 'ਚ ਮੈਂ ਚੰਡੀਗੜ੍ਹ ਆਪਣਾ ਕੰਮ ਸ਼ੁਰੂ ਕੀਤਾ ਤੇ ਉੱਥੇ ਮੈਨੂੰ ਇੱਕ ਕਮਰੇ ਦੀ ਜ਼ਰੂਰਤ ਸੀ ਰੈਂਟ ਤੇ ਮੈਂ ਬਾਬਾ ਸਰੂਪ ਸਿੰਘ ਚੰਡੀਗੜ੍ਹ ਵਾਲਾ 38 ਵੈਸਟ 'ਚ ਉਹਦਾ ਗੁਰਦੁਆਰਾ, ਤੇ ਮੈਂ ਉੱਥੇ ਇਹਦੇ ਕੋਲ ਕਮਰਾ ਲਿਆ ਕਿਰਾਏ ਤੇ, ਰੂਮ ਨੰਬਰ 5 ਜੀ। ਤੇ ਮੈਂ ਤਕਰੀਬਨ 4.5 ਸਾਲ ਉੱਥੇ ਰਿਹਾ। ਅੱਛਾ ਜੀ। ਤੇ ਪਹਿਲਾਂ ਤੇ ਆਪਾਂ ਵੀ ਇਹਨੂੰ ਇੱਕ ਮਹਾਂਪੁਰਸ਼ਾਂ ਦੀ ਨਿਗਾਹ ਨਾਲ ਹੀ ਦੇਖਦੇ ਸੀਗੇ, ਜਿੱਦਾਂ ਦੁਨੀਆ ਇਹਨਾਂ ਨੂੰ ਮੰਨਦੀ ਸੀ, ਆਪਾਂ ਵੀ ਉਹੀ ਚੀਜ਼ ਸੋਚਦੇ ਸੀ ਕਿ ਇਹ ਮਹਾਂਪੁਰਸ਼ ਹੀ ਨੇ, ਵਧੀਆ ਨੇ, ਸਤਿਕਾਰਤ ਹਸਤੀ ਹੈ, ਇੱਥੇ ਵਧੀਆ ਵਧੀਆ ਮਤਲਬ ਵੱਡੇ ਵੱਡੇ ਲੀਡਰ ਆਉਂਦੇ ਨੇ, ਤੇ ਆਪਾਂ ਵੀ ਉਹੀ ਚੀਜ਼ਾਂ ਸਮਝਦੇ ਸੀ। ਪਰ ਹੌਲੀ 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 ਜਾ ਕੇ ਅਸਲ ਜਦੋਂ ਸੱਚਾਈਆਂ ਆਪਣੀ ਅੱਖੀਂ ਦੇਖੀਆਂ, ਮਤਲਬ ਮਹਿਸੂਸ ਕੀਤਾ ਕਿ ਅਸੀਂ ਜੋ ਇਹਨੂੰ ਸਮਝਦੇ ਹਾਂ ਉਹ ਚੀਜ਼ ਹੈ ਨਹੀਂ ਆ। ਇਹ ਬੰਦਾ ਇੱਕ ਚੋਰ ਕਿਸਮ ਦਾ ਬੰਦਾ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਲੋਕਾਂ ਨਾਲ ਬੜੀ ਵੱਡੀ ਠੱਗੀ ਮਾਰ ਰਿਹਾ। ਇਹ ਚੀਜ਼ਾਂ ਸਾਨੂੰ ਹੌਲੀ ਹੌਲੀ ਸਮਝ ਆਈਆਂ, ਪਰ ਜਦੋਂ ਨੂੰ ਸਮਝ ਆਈਆਂ ਉਦੋਂ ਨੂੰ ਅਸੀਂ ਆਪ ਵੀ ਠੱਗੇ ਗਏ ਸੀਗੇ। ਓਹੋ। ਤੇ ਮਤਲਬ ਹਾਂਜੀ, ਆ ਰਹੀ ਆਵਾਜ਼ ਜੀ? ਹਾਂਜੀ ਬਿਲਕੁਲ ਬਿਲਕੁਲ, ਤੁਹਾਡੀ ਆਵਾਜ਼ ਬਿਲਕੁਲ ਕਲੀਅਰ ਹੈ। ਜਦੋਂ ਨਾ ਹੀ ਮੈਂ ਤੁਹਾਨੂੰ ਦੱਸ ਦਿਆਂਗਾ। ਹਾਂਜੀ ਓਕੇ। ਅੱਗੇ ਏਦਾਂ ਗਏ ਜੀ, 2018 ਵਿੱਚ ਸੰਤ ਬਾਬਾ ਸਰੂਪ ਸਿੰਘ ਵੱਲੋਂ ਮੈਨੂੰ ਝਾਂਸਾ ਦਿੱਤਾ ਗਿਆ ਕੈਨੇਡਾ ਦਾ ਕਿ ਮੇਰੇ ਮੁੰਡਾ ਇੱਕ ਸੈਟਲ ਉੱਥੇ ਤੇ ਇੱਕ ਮੁੰਡਾ ਜਿਹੜਾ ਉਹ ਜਾ ਰਿਹਾ ਬਾਹਰ, ਤੇ ਤੈਨੂੰ ਵੀ ਆਪਾਂ ਉੱਥੇ ਜਥੇ ਦਾ ਸਿੰਘ ਬਣਾ ਕੇ ਤੇ ਸੈਟਲ ਕਰ ਦਾਂਗੇ ਤੇ ਕਾਰੋਬਾਰ ਉੱਥੇ ਆਪਾਂ ਖੋਲਾਂਗੇ ਤੇ ਨਾਲ ਤੈਨੂੰ ਵੀ ਰਲ ਕੇ ਤੇ ਆਪਣਾ ਜਿੱਦਾਂ ਸਿਸਟਮ ਹੋਏਗਾ ਚਲਾਵਾਂਗੇ। ਤੇ 2018 ਤੋਂ ਇਹਨੂੰ ਮੈਂ ਪੈਸੇ ਦੇਣੇ ਸ਼ੁਰੂ ਕੀਤੇ, ਕੁਝ ਮੈਂ ਬਾਈ ਅਕਾਊਂਟ ਦਿੱਤੇ, ਕੁਝ ਕੈਸ਼ ਦਿੱਤੇ। ਤੇ ਇਹ ਮੈਨੂੰ ਨਾ ਇਹਨੇ ਮੇਰੀ ਫਾਈਲ ਲਾਈ ਕੈਨੇਡਾ ਦੀ, ਨਾਲ ਆਪਣੇ ਮੁੰਡੇ ਦੀ ਲਾਈ ਇੱਕ ਗੁਰਪ੍ਰੀਤ ਸਿੰਘ ਮਣੀ ਦੀ, ਉਹ ਫਾਈਲ ਰਿਜੈਕਟ ਹੋ ਗਈ। ਫਿਰ ਉਸ ਤੋਂ ਬਾਅਦ ਇਹ ਮੈਨੂੰ ਕਹਿੰਦੇ ਕਿ ਹੁਣ ਨਾ ਆਪਾਂ ਨੂੰ ਕਿਤੇ ਹੋਰ ਕੰਟਰੀ 'ਚ ਜਾਣਾ ਪੈਣਾ। ਮੈਂ ਕਿਹਾ ਠੀਕ ਹੈ ਜੀ। ਫਿਰ ਇਹਨਾਂ ਨੇ ਫਿਰ ਮੇਰੇ ਕੋਲ ਥੋੜੇ ਜਿਹੇ ਪੈਸੇ ਲਏ ਤੇ ਫਿਰ ਆਪਾਂ ਮਲੇਸ਼ੀਆ ਦਾ ਟੂਰ ਲਾ ਕੇ ਆਏ। ਇਹਨਾਂ ਨੇ ਜਥੇ ਦਾ ਸਿੰਘ ਬਣਾ ਕੇ ਖੜਿਆ। ਹਾਲਾਂਕਿ ਮੈਨੂੰ ਕੋਈ ਸਾਜ਼ ਵਜਾਉਣਾ ਨਹੀਂ ਆਉਂਦਾ, ਕੋਈ ਮੈਂ ਗਾ ਨਹੀਂ ਸਕਦਾ। ਮੈਂ ਇੱਕ ਮਤਲਬ ਤੁਹਾਨੂੰ ਦੱਸਿਆ ਕਿ ਆਮ ਜ਼ਿਮੀਂਦਾਰ ਘਰ ਤੋਂ ਬਿਲੋਂਗ ਕਰਦਾ। ਤੇ ਇਹ ਮੈਨੂੰ ਲੈ ਕੇ ਗਏ, ਚਲੋ ਆਪਾਂ ਵਾਪਸ ਆ ਗਏ। ਫਿਰ ਇਹਨਾਂ ਨੇ ਕਿਹਾ ਇਟਲੀ ਦੀ ਫਾਈਲ ਲਾਉਣੀ ਹੈ, ਇਟਲੀ ਦੀ ਫਾਈਲ ਇਹਨਾਂ ਨੇ ਲਾਈ ਨਹੀਂ। ਫਿਰ ਇਹ ਅੱਗੇ ਲਾਰਾ ਲੱਪਾ ਲਾਈ ਗਏ। ਫਿਰ ਲੋਕਡਾਊਨ ਲੱਗ ਗਿਆ। ਮਤਲਬ ਏਦਾਂ ਕਰਦੇ ਕਰਦੇ ਬੜਾ ਟਾਈਮ ਲੰਘ ਗਿਆ। ਠੀਕ ਹੈ ਜੀ। ਤੇ ਫਿਰ ਉਸ ਤੋਂ ਬਾਅਦ ਮਤਲਬ 2020 ਦੇ ਵਿੱਚ ਲੋਕਡਾਊਨ ਚੱਲ ਰਿਹਾ ਸੀ, ਥੋੜਾ ਜਿਹਾ ਹਜੇ ਲੰਘ ਗਿਆ ਸੀਗਾ। ਤੇ ਫਿਰ ਮੈਂ, ਕਿਉਂਕਿ ਮੇਰੇ ਘਰ ਦੇ ਵੀ ਪੈਸੇ 9 ਲੱਖ ਰੁਪਏ ਦਾ ਵਿਆਜ ਦੇ ਰਹੇ ਸੀਗੇ, ਬਾਕੀ ਤੇ ਚਲੋ ਆਪਣਾ ਜਿੱਦਾਂ ਇਕੱਠਾ ਕਰਕੇ ਦਿੱਤਾ ਸੀ, ਤੇ ਘਰ ਦੇ ਵੀ ਤੰਗ ਪੈ ਗਏ ਕਿ ਨਾ ਤੂੰ ਬਾਹਰ ਜਾਣਾ ਤੇ ਨਾ ਸਾਡੇ ਕੋਈ ਪੈਸੇ ਦਾ ਮਸਲਾ ਹੱਲ ਹੋ ਰਿਹਾ। ਫਿਰ ਜਦੋਂ ਮੈਂ ਇਹਦੇ ਕੋਲ ਪੈਸੇ ਮੰਗਣੇ ਸਟਾਰਟ ਕੀਤੇ
ਕਿ ਮੈਂ ਨਹੀਂ ਜਾਣਾ, ਵੀ ਮੈਨੂੰ ਮੇਰੇ ਪੈਸੇ ਮੋੜ ਦਿਓ। ਤੇ ਫਿਰ ਇਸ ਸਾਧ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕੀਤਾ। ਤੇ ਕੁਛ ਕੁ ਤੇ ਮੈਂ ਇਹਦੇ ਨਾਲ ਇੰਨੇ ਸਾਲ ਉੱਥੇ ਰੂਮ ਲੈ ਕੇ ਰਿਹਾ ਸੀਗਾ, ਇਹਦੇ ਮੁੰਡਿਆਂ ਨਾਲ ਵਿਚਰਿਆ ਸੀ, ਤੇ ਉਹ ਚੀਜ਼ਾਂ ਦਾ ਮੈਂ ਭੇਤੀ ਹੋ ਚੁੱਕਿਆ ਸੀਗਾ, ਕਾਫੀ ਜ਼ਿਆਦਾ ਮੈਂ ਜਾਣ ਗਿਆ ਸੀਗਾ ਕਿ ਇਹ ਸਾਧ ਦੀ ਸੱਚਾਈ ਕੀ ਆ। ਤੇ ਫਿਰ ਇਹਨੇ ਮੈਨੂੰ ਮਤਲਬ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ, ਇਹਦੇ ਮੁੰਡੇ ਨੇ ਨਾਲ, ਗੁਰਪ੍ਰੀਤ ਸਿੰਘ ਮਣੀ ਨੇ ਜੀ। ਹਾਂਜੀ ਅੱਛਾ, ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਤੁਹਾਨੂੰ? ਹਾਂਜੀ, ਪੈਸੇ ਕਹਿੰਦੇ ਜੀ ਅਸੀਂ ਪੈਸੇ ਨਹੀਂ ਮੋੜਨੇ, ਤੂੰ ਕਰ ਲੈ ਜੋ ਕਰਨਾ। ਤੇ ਫਿਰ ਇਹਨਾਂ ਨੂੰ ਮੈਂ ਕਿਹਾ ਵੀ, ਮੈਂ ਕਿਹਾ ਦੇਖੋ ਮੈਂ ਤੁਹਾਡੀਆਂ ਸਾਰੀਆਂ ਅਸਲੀਤਾਂ ਜਾਣਦਾ, ਹਰ ਚੀਜ਼ ਬਾਰੇ ਜਾਣੂ ਮੈਂ, ਤੇ ਮੈਂ ਮਤਲਬ ਬੜਾ ਚਿਰ ਚੁੱਪ ਕਰਕੇ ਬੈਠਾ, ਤੇ ਜੇ ਤੁਸੀਂ ਪੈਸੇ ਨਾ ਮੋੜੋਗੇ ਠੀਕ ਹੈ ਫਿਰ ਸੱਚਾਈ ਦੁਨੀਆ ਦੇ ਸਾਹਮਣੇ ਲਿਆਉਂਗਾ। ਕਹਿੰਦਾ ਤੂੰ ਕਰ ਲੈ ਜੋ ਕਰਨਾ, ਤੇਰੇ ਵਰਗੇ ਕਈ ਕੀੜੇ ਦੱਬੇ ਨੇ। ਇਹ ਡਾਇਲੋਗ ਹੀ ਇਹਦੇ ਮੁੰਡੇ ਦਾ। ਤੇ ਫਿਰ ਮੈਂ ਕਿਹਾ ਚਲੋ ਕੋਈ ਨਹੀਂ, ਮੇਰੇ ਪੈਸੇ ਮਿੱਟੀ ਹੁੰਦੇ ਹੋ ਜਾਣ, ਪਰ ਮੈਂ ਕਿਸੇ ਹੋਰ ਦੇ ਡੁੱਬਣ ਨਹੀਂ ਦਿੰਦਾ, ਠੀਕ ਹੈ, ਸੱਚਾਈ ਦੁਨੀਆ ਦੇ ਸਾਹਮਣੇ ਲੈ ਕੇ ਆਉਂਗਾ। ਫਿਰ ਮੈਂ ਹੌਲੀ ਹੌਲੀ ਇਹਦੇ ਬਾਰੇ ਇੱਕ ਇੱਕ ਚੀਜ਼ਾਂ ਇਕੱਠੀਆਂ ਕੀਤੀਆਂ, ਤੇ ਹੌਲੀ ਹੌਲੀ ਇਹਦੇ ਬਾਰੇ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ। ਜਦੋਂ ਮੈਂ ਦੱਸਣਾ ਸਟਾਰਟ ਕੀਤਾ, ਉਦੋਂ ਕੀ ਹੋ ਜਾਂਦਾ ਕਿ ਜਦੋਂ ਮੈਂ ਸਭ ਤੋਂ ਪਹਿਲੀ ਵਾਰ ਇਹਦੇ ਖਿਲਾਫ ਆਵਾਜ਼ ਚੁੱਕੀ ਤੇ ਮੇਰੇ ਤੇ ਨਾ ਇਹਨਾਂ ਨੇ ਇੱਕ ਕੰਪਲੇਂਟ ਦਰਜ ਕਰਾਤੀ ਕਿ ਇਹ ਸਾਡੀ ਨੂੰਹ ਕੱਢ ਕੇ ਲੈ ਗਿਆ। ਅੱਛਾ ਜੀ। ਤੇ ਹਾਂ, ਇਹਦਾ ਡਿਸਪਿਊਟ ਚੱਲਦਾ ਸੀਗਾ। ਮੈਂ ਥੋੜਾ ਜਿਹਾ ਤੁਹਾਨੂੰ ਦੱਸਦਾ ਕਿ ਜਿਹੜਾ ਸੰਤ ਸਰੂਪ ਸਿੰਘ ਆ, ਇਹਦਾ ਜਿਹੜਾ ਮੁੰਡਾ ਆ, ਇਹ ਕੋਈ ਅਸ਼ਲੀਲ ਹਰਕਤ ਕਰਦਾ ਫੜਿਆ ਗਿਆ ਡੇਰੇ ਦੇ ਯਾਤਰੀ ਨਿਵਾਸ ਦੇ ਵਿੱਚ। ਮਤਲਬ ਡੇਰੇ ਦੇ ਨਾ ਇਹਦਾ ਜਿਹੜਾ ਕੋਠੀ ਉਹਦੇ ਪਿਛਲੇ ਪਾਸੇ ਕਮਰੇ ਬਣਾਏ ਨੇ, ਉੱਥੇ ਇਹ ਫੜਿਆ ਗਿਆ, ਇਹਦੀ ਘਰਵਾਲੀ ਵੱਲੋਂ ਫੜਿਆ ਗਿਆ। ਤੇ ਜਦੋਂ ਉਹਨੇ ਫੜਿਆ ਤੇ ਕਾਫੀ ਇਹਨਾਂ ਦਾ ਵਾਦ ਵਿਵਾਦ ਹੋਇਆ, ਪੁਲਿਸ ਉੱਥੇ ਆਈ। ਤੇ ਮੈਂ ਉਦੋਂ ਚਲੋ ਉਦੋਂ ਪਹਿਲਾਂ ਹੀ ਮੈਂ ਡੇਰਾ ਛੱਡ ਕੇ ਜਾ ਚੁੱਕਿਆ ਸੀਗਾ, ਤੇ ਫਿਰ ਇਹਨਾਂ ਦਾ ਕਾਫੀ ਗੜਬੜ ਜੀ ਪਈ ਹੋਈ। ਤੇ ਜਦੋਂ ਮੈਂ ਬੋਲਣਾ ਸਟਾਰਟ ਕੀਤਾ ਤੇ ਉਹਨਾਂ ਨੇ ਸੋਚਿਆ ਕਿ ਨੂੰਹ ਵੀ ਸਾਡੇ ਖਿਲਾਫ ਹੈ, ਇਹਨੇ ਵੀ ਸਾਡੇ ਖਿਲਾਫ ਬੋਲਤਾ, ਤੇ ਕਿਉਂ ਨਾ ਇਹਨੂੰ ਉਹਦੇ ਨਾਲ ਭੰਡਦੀ ਹੈ। ਤੇ ਇਹਨਾਂ ਨੇ ਮੇਰੀ ਝੂਠੀ ਕੰਪਲੇਂਟ, ਇਹਨਾਂ ਦੀ ਜੇ ਨੂੰਹ ਮੰਨ ਲਓ ਘਰ ਛੱਡ ਕੇ ਗਈ, ਉਹ ਚੰਡੀਗੜ੍ਹ ਜਾਂਦੀ ਹੈ, ਤੇ 250 ਕਿਲੋਮੀਟਰ ਦੂਰ ਗੁਰਦਾਸਪੁਰ ਆ ਕੇ ਮੇਰੇ ਤੇ ਕੰਪਲੇਂਟ ਦਰਜ ਕਰਾਉਂਦੇ ਆ ਕਿ ਇਹ ਸਾਡੀ ਨੂੰਹ ਕੱਢ ਕੇ ਲੈ ਗਿਆ। ਠੀਕ ਹੈ ਜੀ। ਉਹ ਏਡੀ ਦੂਰ ਕਰਾਉਣ ਦਾ ਕਾਰਨ ਇਹ ਸੀਗਾ ਕਿ ਇਹਨਾਂ ਦੀ ਕਾਂਗਰਸ ਸਰਕਾਰ ਨਾਲ ਬਹੁਤ ਵਧੀਆ ਬਣਦੀ ਸੀ। ਤੇ ਫਿਰ ਇਹਨਾਂ ਨੇ ਮਤਲਬ ਬੜਾ ਦਬਾਉਣ ਦੀ ਮੈਨੂੰ ਕੋਸ਼ਿਸ਼ ਕੀਤੀ। ਚਲੋ ਮੈਂ ਮਹਾਰਾਜ ਦੀ ਕਿਰਪਾ ਰਹੀ, ਮੈਂ ਦਬਿਆ ਨਹੀਂ, ਇਹਨਾਂ ਅੱਗੇ ਆ ਗਏ। ਮੈਂ ਜਿੰਨਾ ਇਹਨਾਂ ਨੇ ਮੈਨੂੰ ਦਬਾਇਆ, ਮੈਂ ਹੋਰ ਇਹਨਾਂ ਦੀਆਂ ਹਰਕਤਾਂ ਸਾਹਮਣੇ ਲੈ ਕੇ ਆਇਆ। ਦੂਸਰਾ ਜਿਹੜਾ ਸਰੂਪ ਸਿੰਘ ਸੀ, ਇਹਨੂੰ ਪਤਾ ਸੀਗਾ ਕਿ ਇਹ ਸਰੂਪ ਸਿੰਘ ਨੂੰ ਮੈਂ ਰੰਗੇ ਹੱਥੀ ਫੜਿਆ ਸੀਗਾ। 2019 ਦੀ ਗੱਲ ਆ ਕਿ ਮੈਂ ਇਹਨੂੰ ਰੰਗੇ ਹੱਥੀ ਫੜਿਆ ਸੀ। ਇੱਕ ਅੰਮ੍ਰਿਤਸਰ ਦੀ ਬੀਬੀ ਸੀਗੀ, ਉਹਦੇ ਨਾਲ ਇਹਨੂੰ ਆਪੱਤੀਜਨਕ ਹਾਲਤ 'ਚ ਮੈਂ ਫੜਿਆ ਸੀਗਾ। ਠੀਕ ਹੈ ਜੀ। ਤੇ ਉਦੋਂ ਵੀ ਇਹਨੇ ਮੈਨੂੰ ਬੜਾ ਮੇਰਾ ਮਾਈਂਡ ਵਾਸ਼ ਕਰਨ ਦੀ ਕੋਸ਼ਿਸ਼ ਕੀਤੀ। ਮੈਨੂੰ ਕਹਿੰਦਾ ਕਿ ਦੇਖ, ਜੋ ਬੰਦੇ ਦੇ ਮਨ 'ਚ ਚੱਲਦਾ ਨਾ, ਉਹੀ ਬੰਦਾ ਕਈ ਵਾਰੀ ਅੱਗੇ ਸਾਹਮਣੇ ਪੇਸ਼ ਦੇਖ ਲੈਂਦਾ, ਅੱਖਾਂ ਦੇ ਅੱਗੇ ਆ ਜਾਂਦਾ, ਤੇ ਉਹ ਗੱਲ ਹੁੰਦੀ ਨਹੀਂ ਅਸਲ 'ਚ। ਬੜਾ ਮੈਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ। ਫਿਰ ਮੈਂ ਹਾਸੇ ਦੀ ਗੱਲ ਪਾਤੀ। ਮੈਂ ਕਿਹਾ ਚਲੋ ਬਾਬਾ ਜੀ ਕੋਈ ਨਹੀਂ, ਨਜ਼ਾਰੇ ਲਓ, ਹੁਣ ਕੋਈ ਗੱਲ ਨਹੀਂ, ਮੈਂ ਨਹੀਂ ਕੋਈ ਏਡੀ ਗੱਲ ਸੋਚਦਾ। ਮੈਂ ਇਹ ਗੱਲ ਕਰਕੇ ਤੇ ਟਾਲ ਦਿੱਤੀ। ਠੀਕ ਹੈ ਜੀ। ਕਿਉਂਕਿ ਤੁਹਾਨੂੰ ਲਾਲਚ ਸੀ ਕਿ ਮੈਂ ਕੈਨੇਡਾ ਜਾਣਾ। ਹਾਂਜੀ ਬਿਲਕੁਲ ਜੀ, ਹੈ ਜੀ, ਬਿਲਕੁਲ। ਹਾਂ, ਸਵਾਰਥੀ ਵੀ ਮੈਂ ਵੀ ਇਸ ਚੀਜ਼ 'ਚ। ਦੂਸਰੀ ਗੱਲ ਕੀ ਹੈ ਕਿ ਜਿਹੜਾ ਬਿਜ਼ਨਸ ਹੈ ਨਾ, ਜੋ ਇਹਨਾਂ ਨੇ ਬਣਾਇਆ ਹੋਇਆ, ਇਸ ਮੈਂ ਬਹੁਤਿਆਂ ਸਾਧਾਂ ਬਾਰੇ ਮੈਂ ਨਹੀਂ ਜਾਣਦਾ, ਮੈਂ ਸਰੂਪ ਸਿੰਘ ਬਾਰੇ ਜਾਣਦਾ ਚੰਗੀ ਤਰ੍ਹਾਂ। ਠੀਕ ਹੈ ਜੀ। ਜਿਹੜੇ ਇਹਦੇ ਠੱਗੀ ਮਾਰਨ ਦੇ ਤਰੀਕੇ ਆ, ਉਹ ਮੈਂ ਤੁਹਾਨੂੰ ਮਾੜੇ ਜਿਹੇ ਦੱਸ ਦਿੰਦਾ ਕਿ ਇਹਨੇ ਲੋਕਾਂ ਨੂੰ ਕਹਿੰਦਾ ਜੀ ਮੈਂ ਗੁਰੂ ਘਰਾਂ ਦੀ ਸੇਵਾ ਕਰਦਾ, ਕਾਰ ਸੇਵਾ ਦੇ ਨਾਂ ਤੇ ਪੈਸਾ ਇਕੱਠਾ ਕਰਦਾ। ਅੱਛਾ, ਜੇ ਮੰਨ ਲਓ ਇਹ 10 ਲੱਖ ਰੁਪਇਆ ਇਕੱਠਾ ਕਰਦਾ ਤੇ ਉਹਦੇ ਚੋਂ ਮਸਾਂ ਹੀ 1.5 ਲੱਖ ਰੁਪਇਆ ਕਿਸੇ ਗੁਰੂ ਘਰ ਤੇ ਲਾ ਦਿੰਦਾ ਸੱਚੇ ਹੋਣ ਦੀ। ਬਾਕੀ ਇਹ ਪੈਸਾ ਇਕੱਠਾ ਕਰਕੇ ਇਹਨੇ ਹੁਣ ਤੱਕ ਸੰਗਤ ਦੇ ਪੈਸੇ ਨਾਲ ਆਪਣੀਆਂ ਮਤਲਬ ਅਣਗਿਣਤ ਪ੍ਰਾਪਰਟੀਆਂ ਬਣਾਈਆਂ ਨੇ। ਜੇ ਇੱਕ ਦਿਨ ਮੈਂ ਥੋੜਾ ਜਿਹਾ ਮੋਟਾ ਹਿਸਾਬ ਲਾਇਆ ਸੀਗਾ, ਜਿੰਨੇ ਕਿ ਮੇਰੇ ਕੋਲ ਪੇਪਰ ਦੇ ਪਏ ਸੀਗੇ, ਗਿਣਤੀ ਬਹੁਤ ਵੱਡੀ ਆ, ਪਰ ਕੁਝ ਕੁ ਜਾਣਕਾਰਾਂ ਤੋਂ ਪਤਾ ਲੱਗਾ ਕਿ 144 ਪ੍ਰਾਪਰਟੀਆਂ ਨੇ ਹੁਣ ਤੱਕ ਬਣਾਈਆਂ, ਤੇ 14 ਕੋਠੀਆਂ ਨੇ, ਤੇ 17-18 ਫਲੈਟ ਨੇ ਇਹਦੇ ਬਲੌਂਗੀ ਦੇ ਵਿੱਚ। ਹਾਂਜੀ, ਜਿਹੜੇ ਰੈਂਟ ਤੇ ਦਿੱਤੇ ਹੋਏ ਆ ਇਹਨੇ। ਕੀ ਲੋੜ ਹੈ ਕੰਮ ਕਰਨ ਦੀ? ਇੰਨਾ ਵਧੀਆ ਬਿਜ਼ਨਸ ਹੈ, ਨਾਲੇ ਇੱਜ਼ਤ ਲੁੱਟੋ ਤੇ ਨਾਲੇ ਪੈਸਾ ਲੁੱਟੋ। ਹਾਂਜੀ ਬਿਲਕੁਲ ਜੀ। ਅੱਛਾ ਜੀ, ਉਦੋਂ ਬਾਅਦ ਚਲੋ ਇਹ ਤੇ ਹੋ ਗਿਆ ਇਹ ਤਰੀਕਾ ਇੱਕ ਲੁੱਟਣ ਦਾ। ਠੀਕ ਹੈ। ਅਗਲੇ ਤਰੀਕੇ ਲੁੱਟਣ ਦੇ ਮੈਂ ਤੁਹਾਨੂੰ ਉਸ ਤੋਂ ਪਹਿਲਾਂ ਦੱਸ ਦਿੰਦਾ ਕਿ ਇਹ ਬੰਦਾ ਇੱਕ ਅਯਾਸ਼ ਕਿਸਮ ਦਾ ਬੰਦਾ ਹੈ। ਇਹਨੂੰ ਨਾ ਮਤਲਬ ਮੈਂ ਹੁਣ ਕਿੱਦਾਂ ਕਹਾਂ ਕਿ ਬੀਬੀਆਂ ਦਾ ਬਹੁਤ ਸ਼ੌਕੀਨ ਆ। 4 ਕੁੜੀਆਂ ਆਪਣੇ ਕੋਲ ਰੱਖਦਾ,
ਠੀਕ ਹੈ ਜੀ। ਤੇ ਮੈਂ ਹੁਣ ਜਿਨ੍ਹਾਂ ਦੇ ਨਾਮ ਨਹੀਂ ਲੈ ਸਕਦਾ, ਜਦੋਂ ਇਹਨਾਂ ਦੇ ਬੰਦੇ ਸੁਣਨਗੇ ਉਹਨਾਂ ਨੂੰ ਪਤਾ 4 ਬੀਬੀਆਂ ਕਿਹੜੀਆਂ ਆਪਣੇ ਕੋਲ ਰੱਖਦਾ। ਹਾਂਜੀ, ਅੱਛਾ, ਇਹ ਕੀ ਕਰਦਾ ਬੰਦਾ ਕਿ ਜਿਹੜੀਆਂ ਚੀਜ਼ਾਂ ਆਪਣੇ ਅੱਖਾਂ ਨਾਲ ਹੀ ਦੇਖੀਆਂ ਕਿ ਕੁੜੀਆਂ ਕੋਲੋਂ ਮਾਲਿਸ਼ਾਂ ਕਰਾਉਂਦਾ, ਠੀਕ ਹੈ ਜੀ, ਕੱਪੜੇ ਲਾਏ ਹੁੰਦੇ ਆ, ਕੱਲਾ ਕਸ਼ਾਰਾ ਇਹਨੇ ਪਾਇਆ ਹੁੰਦਾ, ਠੀਕ ਹੈ ਜੀ। ਇਹ ਚੀਜ਼ਾਂ ਤੇ ਆਪਾਂ ਅੱਖੀ 2-3 ਵਾਰ ਤੇ ਮੈਂ ਸਿੱਧੀਆਂ ਦੇਖੀਆਂ ਨਾ, ਤੇ ਇਹ ਬੰਦੇ ਨੂੰ ਇੱਕ ਇਹ ਠਰਕਾ। ਦੂਜਾ, ਅਸੀਂ ਅੱਖੀ ਦੇਖਿਆ 2-2, 2:30 ਵਜੇ ਰਾਤ ਇਹਦੇ ਕਮਰੇ ਚੋਂ ਬੀਬੀਆਂ ਨਿਕਲਦੀਆਂ। ਹੁਣ ਇਹ ਨਹੀਂ ਮੈਨੂੰ ਪਤਾ ਕਿ ਅੰਦਰ ਕਿਹੜੀ ਰਾਤ ਇਹੋ ਜਿਹੀ ਮਤਲਬ ਕੋਈ ਕਿਹੜਾ ਕੰਮ ਚੱਲਦਾ। ਤੇ ਜਦੋਂ ਇਹਦੇ ਘਰ ਦੇ ਵਿੱਚ ਜਦੋਂ ਇਹ ਬੰਦਾ ਆਉਂਦਾ ਆਪਣੀ ਕੋਠੀ 'ਚ, ਉਦੋਂ ਹੀ ਉਹ ਬੀਬੀਆਂ ਉੱਥੇ ਹੁੰਦੀਆਂ ਨੇ, ਵੈਸੇ ਉਹ ਉੱਥੇ ਨਹੀਂ ਹੁੰਦੀਆਂ ਕੋਠੀ 'ਚ। ਤੇ ਇਹਦੇ ਤੋਂ ਜਿਹੜਾ ਹੋਰ ਬਰੀਫ 'ਚ ਇਹਦੇ ਆਪਣੇ ਘਰ ਦੇ ਹੀ ਖਾਸ ਮੈਂਬਰ ਜਿਹੜੇ ਆ, ਇਹਦੀ ਆਪਣੀ ਨੂੰਹ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਦੱਸ ਸਕਦੀ ਹੈ ਜੇ ਕਿਤੇ ਉਹ ਤੁਹਾਨੂੰ ਦੱਸੇ ਤੇ ਛੋਟੀਆਂ ਬੱਚੀਆਂ ਨੂੰ ਗੁੰਮਰਾਹ ਕਰਕੇ। ਇਹਦਾ ਇੱਕ ਪੀਏ ਆ ਕਾਕਾ ਨਾਂ ਦਾ, ਜਿਹੜਾ ਨਵੀਂ ਇਹਦੇ ਵਾਸਤੇ ਸ਼ਿਕਾਰ ਲੱਭ ਕੇ ਲਿਆਉਂਦਾ, ਨਵੀਂ ਕੁੜੀ ਕੋਈ, ਜਿੱਦਾਂ ਨੂੰ ਪਤਾ ਲੱਗ ਗਿਆ ਕਿ ਨਵੀਂ ਕੋਈ ਕੁੜੀ ਨਾ ਜਾਂ ਨਵੀਂ ਜਨਾਨੀ ਆਈ ਆ ਡੇਰੇ 'ਚ ਲਾਗੇ ਜਾਗੇ ਦੀ, ਕੋਈ ਵੀ ਮਤਲਬ ਪਤਾ ਲੱਗ ਗਿਆ ਕਿ ਉਹ ਸੋਹਣੀ ਸੁਨੱਖੀ ਆ, ਤੇ ਉਹਨੂੰ ਬੜੇ ਤਰੀਕੇ ਨਾਲ ਬਹਿਲਾ ਫਸਲਾ ਕੇ ਬਾਬੇ ਤੱਕ ਪਹੁੰਚਾਇਆ ਜਾਂਦਾ। ਫਿਰ ਬਾਬਾ ਉਹਨੂੰ ਗੱਲਾਂ ਦਾ ਕੜਾਹ ਬਣਾ ਕੇ, ਜਿਹੜੀਆਂ ਅਕਸਰ ਕੀ ਹੁੰਦਾ ਕਿ ਬੀਬੀਆਂ ਆਪਣੇ ਘਰ ਦਾ ਭੇਤ ਆਪੇ ਹੀ ਦੇ ਦਿੰਦੀਆਂ ਇਹੋ ਜਿਹੇ ਸਾਧਾਂ ਨੂੰ। ਜਦੋਂ ਉਹ ਸਾਧਾਂ ਨੂੰ ਭੇਤ ਦੇ ਦਿੰਦੀਆਂ, ਉਹ ਬੰਦਾ ਸਾਰਾ ਜਾਣੂ ਹੋ ਜਾਂਦਾ ਫਿਰ। ਤੇ ਇਹ ਬੰਦਾ ਫਿਰ ਏਦਾਂ ਨੂੰ ਬਹਿਲਾ ਫਸਲਾ ਕੇ ਆਪਣੇ ਬੈਡਰੂਮ ਤੱਕ ਲੈ ਕੇ ਜਾਂਦਾ ਬੀਬੀ ਨੂੰ। ਤੇ ਫਿਰ ਜਿਹੜੀਆਂ ਅਗਲੀਆਂ ਕਾਰਵਾਈਆਂ ਹੁੰਦੀਆਂ ਨੇ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤੀਆਂ ਨੇ। ਵਾਹ ਜੀ ਵਾਹ, ਇਹ ਤੁਸੀਂ ਕਿਸੇ ਦੇ ਉੱਤੇ ਭਾਜੀ ਦੋਸ਼ ਲਾਉਣਾ ਬੜਾ ਔਖਾ ਹੈ। ਇਹ ਤੁਸੀਂ ਸਾਰਾ ਕੁਝ ਆਪ ਵੇਖਿਆ ਜਾਂ ਸੁਣੀ ਸੁਣਾਈ ਗੱਲ ਕਰ ਰਹੇ ਹੋ ਜੀ? ਮੈਂ ਜੀ ਸੁਣੀ ਸੁਣਾਈ ਗੱਲ ਕੋਈ ਨਹੀਂ ਕਰਦਾ, ਮੈਨੂੰ 1.5-2 ਸਾਲ ਹੋ ਗਏ ਆ ਰੌਲਾ ਪਾਉਂਦਿਆਂ ਨੂੰ। ਜੇ ਇਹਨਾਂ ਗੱਲਾਂ 'ਚ ਕੋਈ ਵੀ ਝੂਠ ਹੁੰਦਾ ਤੇ ਹੁਣ ਮੇਰੀ ਇਹਨਾਂ ਦੇ ਚੇਲਿਆਂ ਵੱਲੋਂ ਧੌਣ ਵੱਢੀ ਗਈ ਹੁੰਦੀ। ਇਹਨੇ ਆਪਣੇ ਲੈਵਲ ਤੇ ਰਾਜਨੀਤਿਕ ਪ੍ਰੈਸ਼ਰ ਪਾ ਕੇ ਬੜਾ ਜ਼ੋਰ ਲਾਇਆ, ਪਰ ਇਹ ਸਾਰੀਆਂ ਗੱਲਾਂ ਸੱਚ ਨੇ। ਜਦੋਂ ਇਹ ਕੋਈ ਵੀ ਮੇਰੇ ਤੱਕ ਕੋਈ ਵੀ ਬੰਦਾ ਪਹੁੰਚ ਕਰ ਲੇ, ਕੋਈ ਮੈਂ ਕਹਿੰਦਾ ਕੋਈ ਇਹੋ ਜਿਹੀ 5 ਮੈਂਬਰੀ ਕਮੇਟੀ ਬਣਾ ਲੇ ਜਿਹੜੇ ਮੇਰੇ ਤੋਂ ਪ੍ਰੂਫ ਮੰਗੇ, ਜਨਾਨੀਆਂ ਦੀ ਇਨਕੁਆਇਰੀ ਜਿਹੜੀ ਹੈ, ਹਰ ਚੀਜ਼ ਮੈਂ ਮਤਲਬ ਦਊਂਗਾ ਜਿਹਦੇ 'ਚ ਮੇਰੀ ਇੱਕ ਗੱਲ ਸਾਬਤ ਹੋਊਗੀ ਕਿ ਮੈਂ ਸੱਚ ਬੋਲਿਆ। ਵਾਹ ਜੀ ਵਾਹ, ਜਿਹੜੀ ਮੈਂ ਹੁਣ ਜਨਤਕ ਨਹੀਂ ਕਰ ਸਕਦਾ। ਸੋ ਇਹ ਕੁਛ ਦਾ ਮਤਲਬ ਹੈ ਆਮ ਸਾਡੀਆਂ ਬੱਚੀਆਂ ਨਾਲ ਉੱਥੇ ਹੋ ਰਿਹਾ ਜਿਹੜੇ ਡੇਰੇ ਦੇ ਵਿੱਚ ਜਾਂਦੇ ਨੇ। ਹਾਂਜੀ, ਔਰ ਇਸ ਤੋਂ ਬਾਅਦ ਕੀ ਹੁੰਦਾ, ਜਦੋਂ ਇਹ ਚੀਜ਼ਾਂ ਮੈਂ ਰੌਲਾ ਪਾ ਕੇ ਦੁਨੀਆ ਨੂੰ ਦੱਸਦਾ, ਉਦੋਂ ਬਾਅਦ ਉੱਥੇ ਡੇਰੇ 'ਚ ਜਿਹੜੀਆਂ ਬੀਬੀਆਂ ਦੀ ਗਿਣਤੀ ਹੈ ਨਾ, ਉਹ ਬਹੁਤ ਜ਼ਿਆਦਾ ਘਟ ਜਾਂਦੀ ਹੈ ਕਿ ਉਹਨਾਂ ਦੇ ਘਰ ਵਾਲਿਆਂ ਵੱਲੋਂ ਰੋਕਿਆ ਜਾਂਦਾ। ਠੀਕ ਹੈ ਜੀ। ਅੱਛਾ, ਫਿਰ ਉਹੀ ਜਿਹੜੀਆਂ ਬੀਬੀਆਂ ਨੇ ਇਹਦੀਆਂ ਖਾਸ, ਉਹਨਾਂ ਵੱਲੋਂ ਮੇਰੇ ਤੇ ਕੰਪਲੇਂਟਾਂ ਕੀਤੀਆਂ ਗਈਆਂ ਕਿ ਇਹ ਬੰਦਾ ਸਾਨੂੰ ਤੰਗ ਪਰੇਸ਼ਾਨ ਕਰਦਾ। ਠੀਕ ਹੈ ਜੀ। ਮੈਂ ਆਪਣੇ ਪਿੰਡ ਬੈਠਾ ਹੁੰਨਾ, ਮੇਰੇ ਤੇ ਤੰਗ ਪਰੇਸ਼ਾਨ ਦੇ ਦੋਸ਼ ਕਰਨ ਦੇ ਲੱਗ ਜਾਂਦੇ ਆ ਚੰਡੀਗੜ੍ਹ। ਉੱਥੇ ਦਰਖਾਸਤਾਂ ਦੇ ਦਿੱਤੀ ਜਾਂਦੀ ਕਿ ਇਹਨੂੰ ਬਸ ਅੰਦਰ ਕਰੋ, ਕਿਸੇ ਤਰੀਕੇ ਨਾਲ ਅੰਦਰ ਕਰੋ। ਕਦੇ ਕਹਿੰਦੇ ਮੇਰੇ ਜੀ ਇਹਨੇ ਮੈਨੂੰ ਉੱਥੇ ਮਿਲਿਆ ਬਾਜ਼ਾਰ, ਇਹਨੇ ਕੱਪੜਾ ਪਾੜਤਾ, ਕਦੇ ਜੀ ਮੈਨੂੰ ਫੋਨ ਕਰਕੇ ਤੰਗ ਕਰਦਾ, ਕੋਈ ਐਵੀਡੈਂਸ ਨਹੀਂ, ਕੋਈ ਪ੍ਰੂਫ ਨਹੀਂ, ਸਿਰਫ ਹਰਾਸ ਕਰਨ ਦੇ ਚੱਕਰ 'ਚ। ਉਹ ਬੀਬੀਆਂ ਨੂੰ ਇਕੱਲੇ ਮੇਰੇ ਨਾਲ ਨਹੀਂ, ਪਿੱਛੇ ਜੇ ਇਹਦੇ ਖਿਲਾਫ ਇੱਕ ਪਾਠੀ ਸਿੰਘ ਨੇ ਆਵਾਜ਼ ਚੁੱਕੀ ਤੇ ਉਹ ਪਾਠੀ ਸਿੰਘ ਦੇ ਉੱਤੇ ਵੀ ਉਹ ਬੀਬੀ ਨੇ ਇਲਜ਼ਾਮ ਲਾਤੇ ਕਿ ਇਹ ਬੰਦੇ ਨੇ ਤੇ ਮੇਰੇ ਨਾਲ ਰੇਪ ਕੀਤਾ। ਓਕੇ, ਬਲਜੀਤ ਸਿੰਘ ਪਾਠੀ ਸਿੰਘ ਦਾ ਨਾਂ ਹੈ, ਤੇ ਉਹਦੇ ਤੇ ਵੀ ਬੜੇ ਇਹਨਾਂ ਨੇ ਇਲਜ਼ਾਮ ਲਾਏ, ਨਿਕਲਿਆ ਬਾਅਦ 'ਚ ਉਹਦੇ 'ਚ ਵੀ ਕੁਛ ਨਹੀਂ। ਠੀਕ ਹੈ ਜੀ। ਤੇ ਅਗਲੀ ਗੱਲ ਮੈਂ ਕਰਦਾ, ਇਹਨਾਂ ਦੇ ਜਿਹੜਾ ਇਹਦਾ ਪੈਸੇ ਇਕੱਠੇ ਕਰਨ ਦਾ ਹੋਰ ਤਰੀਕਾ ਹੁੰਦਾ ਹੈ, ਆਸ਼ਰਮ। ਇਹ ਲੋਕਾਂ ਨੂੰ ਦੱਸਦਾ ਕਿ ਅਸੀਂ ਅਨਾਥ ਆਸ਼ਰਮ ਚਲਾਉਂਦੇ ਆ। ਇਹ ਚੀਜ਼ ਮੈਂ ਪਹਿਲਾਂ ਵੀ ਮੈਂ ਲੋਕਾਂ ਨੂੰ ਐਕਸਪੋਜ਼ ਕੀਤੀ ਸੀ ਕਿ ਇਹ ਬੰਦੇ ਜਿਹੜੇ ਆਸ਼ਰਮ ਦੀ ਗੱਲ ਕਰਦੇ ਆ, ਇਸ ਟਾਈਮ ਉੱਥੇ ਕੋਈ ਆਸ਼ਰਮ ਨਹੀਂ ਹੈਗਾ। ਆਸ਼ਰਮ ਦੇ ਨਾਂ ਤੇ ਉੱਥੇ ਇੱਕ ਬੱਚਾ, ਉਹਨੂੰ ਵੀ ਇਹਨੇ ਆਪਣੀ ਕੋਠੀ 'ਚ ਸਰਵੈਂਟ ਬਣਾ ਕੇ ਰੱਖਿਆ ਹੋਇਆ। ਇਹਦੇ ਜਿਹੜੇ ਬੰਦੇ ਆਸ਼ਰਮ ਵਾਲੇ ਬੱਚਿਆਂ ਨਾਲ ਗਲਤ ਕੰਮ ਕਰਦੇ ਸੀ, ਜਿਹਦੇ ਕਰਕੇ ਉਹ ਸਾਰੇ ਬੱਚੇ ਛੱਡ ਕੇ ਜਾ ਚੁੱਕੇ ਆ ਉੱਥੇ ਕਾਫੀ ਸਾਲਾਂ ਤੋਂ, ਮਤਲਬ 2-3 ਸਾਲਾਂ ਤੋਂ ਤਕਰੀਬਨ, ਲਾਕਡਾਊਨ ਤੋਂ ਪਹਿਲਾਂ ਦੇ ਉੱਥੇ ਬੱਚੇ ਬਿਲਕੁਲ ਮੁੱਕ ਚੁੱਕੇ ਆ ਕਿ ਉੱਥੇ ਕੋਈ ਬੱਚਾ ਨਹੀਂ ਹੈਗਾ। ਤੇ ਇਹਨੂੰ ਡੋਨੇਸ਼ਨ ਨਾ ਦਿਓ। ਬਿਰਧ ਆਸ਼ਰਮ ਦੇ ਨਾਂ ਤੇ ਪੈਸਾ ਇਕੱਠਾ ਕਰਦਾ, ਬਿਰਧ ਆਸ਼ਰਮ ਦਾ ਇੱਕ ਵੀ ਬਜ਼ੁਰਗ ਇਹਦੇ ਕੋਲ ਨਹੀਂ ਰਹਿੰਦਾ।
ਉਹਦੇ ਨਾਂ ਤੇ ਪੈਸੇ ਨਾ ਦਿਓ। ਮੈਂ ਪਹਿਲਾਂ ਹੀ ਲੋਕਾਂ ਨੂੰ ਸਾਰਿਆਂ ਨੂੰ ਦੱਸ ਚੁੱਕਿਆ, ਇਹ ਸਿਰਫ ਲੋਕਾਂ ਕੋਲੋਂ ਪੈਸੇ ਇਕੱਠੇ ਕਰਨ ਦਾ ਤਰੀਕਾ, ਔਰ ਉਹ ਪੈਸੇ ਨੂੰ ਆਪਣੇ ਬੱਚਿਆਂ ਦੀ ਪ੍ਰਾਪਰਟੀ ਤੇ ਆਪਣੀਆਂ ਮਹਿੰਗੀਆਂ ਕਾਰਾਂ ਤੇ, ਆਪਣੀ ਅਯਾਸ਼ੀਆਂ ਤੇ ਲਾਉਂਦਾ। ਕਿੰਨੀ ਕੁ ਉਮਰ ਹੈ ਇਸ ਮਹਾਂਪੁਰਸ਼ ਦੀ? ਇਹਦੀ ਜੀ ਉਮਰ ਮੇਰੇ ਹਿਸਾਬ ਨਾਲ 60 ਦੇ ਲੱਗ ਜਾਗੇ ਹੋਣੀ ਆ। ਤੁਸੀਂ ਜ਼ਿਕਰ ਕੀਤਾ ਤੁਹਾਡੇ ਕੋਲ ਬਕਾਇਦਾ ਇੱਕ ਕਨਫਰਮ ਹੈ, ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਅਯਾਸ਼ੀ ਕਰਦਾ ਪਲੱਸ ਇਹਦੇ ਕੋਲ 140 ਤੋਂ ਵੱਧ ਪ੍ਰਾਪਰਟੀਆਂ ਨੇ। ਤੁਸੀਂ ਸਾਰੀ ਬਿਲਕੁਲ ਜੀ, ਮੇਰੇ ਕੋਲ ਕਾਫੀ ਇਹਦੀਆਂ ਕਾਫੀ ਪ੍ਰਾਪਰਟੀਆਂ ਦੀਆਂ ਨੇ, ਕਾਫੀ ਪ੍ਰਾਪਰਟੀਆਂ ਦੀ ਮੇਰੇ ਕੋਲ ਇਹਦੀਆਂ ਰਜਿਸਟਰੀਆਂ ਦੀਆਂ ਕਾਪੀਆਂ ਪਈਆਂ ਨੇ। ਹਾਂਜੀ, ਕਾਫੀ ਹੱਦ ਤੱਕ ਮੇਰੇ ਕੋਲ ਬਹੁਤ ਕੁਝ ਪਿਆ ਹੀ ਹੋਗਾ ਤੁਹਾਡੇ ਤੇ। ਮੈਂ ਤਾਂ ਹੀ ਕਿਹਾ ਕਿ ਮੇਰੇ ਕੋਲ ਜਿਹੜਾ ਮਰਜ਼ੀ ਆ ਜਾਏ। ਹਾਂਜੀ, ਇੱਕ ਮਿੰਟ ਹੋਲਡ ਕਰਿਓ ਜੀ। ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਇਸ ਵਿਅਕਤੀ ਨੇ ਤੁਹਾਡੇ ਤੇ 2021 ਦੇ ਵਿੱਚ ਦਸੰਬਰ ਦੇ ਵਿੱਚ ਸ਼ਾਇਦ ਕੋਈ FIR ਵੀ ਦਰਜ ਕਰਾਈ ਹੈ। ਨਹੀਂ ਜੀ, ਇਹਨੇ FIR ਮੈਂ ਤੁਹਾਨੂੰ ਦੱਸਾਂ ਕਿ ਇਹਨੇ ਹੁਣ ਤੱਕ ਮੇਰੇ ਤੇ ਤਕਰੀਬਨ 6295 ਦੇ ਪਰਚੇ ਦੇਣ ਦੀ ਕੋਸ਼ਿਸ਼ ਕੀਤੀ ਆ, ਪਰ ਉਹ ਹੋਏ ਨਹੀਂ ਆ। ਉਦੋਂ ਬਾਅਦ ਇਹਨੇ ਮੇਰੇ ਤੇ 10 ਕਰੋੜ ਦਾ ਮਾਨਹਾਨੀ ਦਾ ਦਾਅਵਾ ਕੀਤਾ, ਠੀਕ ਹੈ ਜੀ। ਤੇ ਜਿਹੜੀ ਇਹਨੇ ਮੇਰੇ ਨਾਲ 25 ਲੱਖ ਦੀ ਠੱਗੀ ਮਾਰੀ ਆ, ਉਹਦਾ ਕੇਸ ਇਹਦੇ ਤੇ 138 ਦਾ ਚੱਲਦਾ ਪਿਆ। ਤੇ ਇਕੱਲਾ ਮੇਰਾ ਕੇਸ ਨਹੀਂ ਆ, ਇਹਨੇ 5 ਕਿੱਲੇ ਜ਼ਮੀਨ, ਤਕਰੀਬਨ 5 ਕਿੱਲੇ ਜ਼ਮੀਨ ਦੀਨਾਨਗਰ ਦੇ ਲਾਗੇ ਹੜਪੀ ਹੈ, ਜਾਲੀ ਰਜਿਸਟਰੀਆਂ ਕਰਾ ਕੇ ਉਹਦੀਆਂ ਇਹਨੇ ਉੱਥੇ ਕਬਜ਼ਾ ਕੀਤਾ ਜ਼ਮੀਨ ਤੇ, ਉਹ ਵੀ ਕੇਸ ਇਹਦੇ ਤੇ ਚੱਲਦਾ। ਇਹਦੀ ਆਪਣੀ ਸਗੀ ਨੂੰਹ ਵੱਲੋਂ ਇਹਦੇ ਦੇ ਉੱਤੇ 4 ਕੇਸ ਚੱਲਦੇ ਆ, ਠੀਕ ਹੈ ਜੀ। ਤੇ ਅੱਛਾ, ਇੱਕ ਗੱਲ ਮੈਂ ਹੋਰ ਤੁਹਾਨੂੰ ਕਹਿਣੀ ਚਾਹੁੰਦਾ। ਹਾਂਜੀ, ਆਪਣੀ ਸਗੀ ਨੂੰਹ ਵੱਲੋਂ ਚੱਲਦੇ ਆ ਜੀ। ਨੂੰਹ ਨੂੰ ਵੀ ਇਹਨੇ ਬੜਾ ਪਰੇਸ਼ਾਨ ਕਰਦਾ, ਉਹਨੂੰ ਕਿਸੇ ਤਰੀਕੇ ਨਾਲ ਕਿ ਮੇਰੇ ਪੈਰਾਂ ਤੇ ਡਿੱਗ ਜੇ, ਕਿਉਂਕਿ ਜਿਹੜੀ ਨੂੰਹ ਹੈ ਉਹ ਸਿੱਧੀ ਇਹਦੇ ਖਿਲਾਫ ਬਗਾਵਤ ਤੇ ਆਈ ਹੋਈ ਆ। ਉਹਨੇ ਸਾਰੀ ਸੱਚਾਈ ਦੁਨੀਆ ਦੇ ਸਾਹਮਣੇ ਇਹਦੀ ਰੱਖ ਰਹੀ ਆ ਆਪਣੀਆਂ ਪੋਸਟਾਂ ਦੇ ਜ਼ਰੀਏ ਜੀ। ਕੱਲੀ ਇਹਦੀ ਨਹੀਂ, ਉਹਦਾ ਆਪਣਾ ਜਿਹੜਾ ਬਾਪ ਹੈ ਉਹ ਵੀ ਇੱਕ ਬਾਬਾ ਹੈ, ਬਾਬਾ ਕੁਲਜੀਤ ਸਿੰਘ ਸ਼ੀਸ਼ ਮਹਿਲ ਵਾਲਾ। ਅੱਛਾ ਜੀ। ਹਾਂ, ਤੇ ਉਹ ਉਹਦੇ ਖਿਲਾਫ ਵੀ ਹੈ, ਕਿਉਂਕਿ ਇਹ ਦੋਨੇ ਬਿਜ਼ਨਸਮੈਨ ਆ, ਦੋਨਾਂ ਨੇ ਧੰਦਾ ਬਣਾਇਆ ਹੋਇਆ ਔਰ ਦੋਨੇ ਬਲੈਕੀਏ ਨੇ, ਠੀਕ ਹੈ ਜੀ। ਹੋਲਡ ਕਰੋ ਜੀ। ਹਾਂਜੀ, ਸਰਦਾਰ ਹਰਮਨਜੀਤ ਸਿੰਘ ਜਿਹੜੀ ਗੱਲਬਾਤ ਕਰ ਰਹੇ ਨੇ, ਗੁਰਦਾਸਪੁਰ ਦੇ ਰਹਿਣ ਵਾਲੇ ਨੇ, ਆਰਗੈਨਿਕ ਖੇਤੀ ਕਰਦੇ ਆ, ਨਾਲ ਹੋਰ ਛੋਟਾ ਮੋਟਾ ਫਾਈਨਾਂਸਿੰਗ ਦਾ ਜਾਂ ਹੋਰ ਕਈ ਬਿਜ਼ਨਸ ਕਰਦੇ ਆ। ਪਰ ਇਹ ਜੋ ਕੁਝ ਕਹਾਣੀ ਇਹਨਾਂ ਨੇ ਦੱਸੀ ਹੈ, ਆਮ ਵਿਅਕਤੀ ਤੁਹਾਡੇ ਤੇ ਮੇਰੇ ਵਰਗਾ ਇਸ ਕਰਕੇ ਪ੍ਰਭਾਵਿਤ ਹੋ ਜਾਂਦਾ ਕਿ ਮਹਾਂਪੁਰਸ਼ ਬਿਰਧ ਆਸ਼ਰਮ ਚਲਾਉਂਦੇ ਨੇ, ਮਹਾਂਪੁਰਸ਼ ਵਿਦਿਆ ਦੇ ਕਾਰਜ ਕਰਦੇ ਨੇ। ਅਸੀਂ ਕੀ ਕਰਦੇ ਹਾਂ ਕਿ ਸਾਡੇ ਕੋਲ 10 ਨੋਹਾਂ ਦੀ ਅਸਲ ਮਹੀਨੇ 'ਚ ਜਿਹੜੀ 10 ਨੋਹਾਂ ਦੀ ਕਿਰਤ ਹੈ ਉਹਨੂੰ ਇਸ ਪਾਸੇ ਲਾ ਦਿੰਦੇ ਆ, ਪਰ ਪਤਾ ਬਾਅਦ 'ਚ ਲੱਗਦਾ ਹੈ ਕਿ ਇਹ 10 ਨੋਹਾਂ ਦੀ ਕਿਰਤ ਹੈ ਜਿਹੜੀ ਉਹ ਅੰਨੇ ਖੂਹ ਦੇ ਵਿੱਚ ਬੋਰੀ ਭਰ ਕੇ ਤੇ ਸੁੱਟ ਦਿੱਤੀ ਹੈ, ਤੇ ਬਾਅਦ ਦੇ ਵਿੱਚ ਮਿਲਣਾ ਕੱਖ ਨਹੀਂ। ਇਹ ਸਰਦਾਰ ਹਰਮਨਜੀਤ ਸਿੰਘ ਇਹਨਾਂ ਦੀ ਜ਼ਬਾਨੀ ਹੈ। ਅੱਗੇ ਜਾ ਕੇ ਥੋੜੀ ਹੋਰ ਵਿਸਤਾਰ ਦੇ ਵਿੱਚ ਗੱਲਬਾਤ ਕਰਾਂਗੇ। ਕਿਸੇ ਨੂੰ ਇਸ ਮੰਚ ਦਾ ਕਦੇ ਵੀ ਬਦਨਾਮ ਕਰਨ ਦਾ ਮੰਤਵ ਨਹੀਂ, ਬਲਕਿ ਜਿਹੜੇ ਸੱਚ ਨੇ, ਸਕੈਂਡਲ ਨੇ, ਉਹ ਤੁਹਾਡੇ ਸਾਹਮਣੇ ਲਿਆ ਕੇ ਦੁਨੀਆ ਦੇ ਸਾਹਮਣੇ ਰੱਖੀਦੇ ਨੇ ਤਾਂ ਜੋ ਹੋਰ ਕੋਈ ਲੁੱਟਿਆ ਨਾ ਜਾਵੇ। ਬੇਟੇ ਇਸ ਵਿਅਕਤੀ ਦੇ ਦੋ ਮੇਰੀ ਕਾਫੀ ਚਿਰ ਤੋਂ ਬੜੇ ਧਿਆਨ ਦੇ ਨਾਲ ਇਹਨਾਂ ਨੂੰ ਮੈਂ ਇਸ ਨੌਜਵਾਨ ਨੂੰ ਸੁਣਿਆ, ਬੜਾ ਦੁਖੀ ਨੌਜਵਾਨ ਹੈ। ਦੁਖੀ ਇਸ ਕਰਕੇ ਹੈ ਕਿ ਹੋਰ ਕੋਈ ਭੈਣ ਭਰਾ ਪਰਿਵਾਰ ਲੁੱਟਿਆ ਨਾ ਜਾਵੇ। ਤੁਸੀਂ ਤੇ ਮੈਂ ਮਿਹਨਤਾਂ ਕਰ ਰਹੇ ਹਾਂ, ਬਹੁਤੇ ਨੇ ਵਿਚਾਰੇ ਦਿਹਾੜੀਆਂ ਕਰ ਰਹੇ ਨੇ, ਖੇਤਾਂ ਜਾ ਕੇ ਮਜ਼ਦੂਰੀ ਕਰਦੇ ਨੇ। ਬਹੁਤੇ ਸਾਡੇ ਇੱਥੇ ਕੈਨੇਡਾ ਦੇ ਵਿੱਚ ਹੁਣ ਸੀਜ਼ਨ ਦੇ ਵਿੱਚ ਬੇਰੀਆਂ ਤੋੜਨੀਆਂ ਨੇ, ਮੀਂਹ ਹੈ, ਝੱਖੜ ਹੈ, ਹਨੇਰੀ ਹੈ, ਪਰ ਉਹਦੇ ਵਿੱਚੋਂ ਜਿਹੜਾ ਦਸਵੰਧ ਕੱਢਦੇ ਆ ਉਹ ਕਈ ਵਾਰੀ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਆ। ਤੁਸੀਂ ਸਾਰਾ ਕੁਝ ਸੁਣਨੇ ਆ, ਸੋਚ ਤੁਹਾਡੀ ਆਪਣੀ ਹੈ, ਤੁਸੀਂ ਦਸਵੰਧ ਕਿੱਥੇ ਲਾਣਾ ਹੈ, ਪਰ ਇਹ ਸੱਚਾਈ ਹੈ।
ਮੇਰੇ ਕੋਲ ਬਕਾਇਦਾ ਪੁਲਿਸ ਦੀਆਂ FIR ਦੀਆਂ ਕਾਪੀਆਂ ਨੇ। ਮੈਂ ਤਾਂ ਇਹ ਟਾਕ ਸ਼ੋ ਅੱਜ ਸ਼ੁਰੂ ਕੀਤਾ ਤਾਂ ਜੋ ਹੋਰ ਭੈਣ ਭਰਾ ਲੁੱਟਣ ਤੋਂ ਬਚੇ ਜਾ ਸਕਣ, ਜਿਹੜੇ ਇਹ ਸਮਝਦੇ ਨੇ ਕਿ ਇਹ ਬ੍ਰਹਮ ਗਿਆਨੀ ਨੇ, ਇਹ ਸੰਤ ਨੇ, ਇਹਨਾਂ ਦੇ ਬੜੇ ਸੋਹਣਾ ਰੂਪ ਹੈ, ਬੜਾ ਗੁਰਬਾਣੀ ਦਾ ਪ੍ਰਚਾਰ ਕਰਦੇ। ਨਹੀਂ, ਗੁਰਬਾਣੀ ਦੇ ਪ੍ਰਚਾਰਕ ਰੂਪੀ ਕੋਟ ਦੇ ਵਿੱਚ ਥੱਲੇ ਜਿਹੜਾ ਜ਼ਹਿਰ ਹੈ, ਵਿਉ ਹੈ, ਉਹ ਲਪੇਟ ਕੇ ਗੁਰਮਤਿ ਰਾਹੀਂ ਤੁਹਾਨੂੰ ਵੰਡ ਰਹੇ ਨੇ। ਵਪਾਰਕ ਸੰਦੇਸ਼ ਵਾਪਸ ਆਏ ਤੇ ਮੈਂ ਥੋੜਾ ਚਿਰ ਵੀਰ ਹਰਮਨਜੀਤ ਸਿੰਘ ਉਹਨਾਂ ਤੋਂ ਹੋਰ ਕੁਝ ਜਾਣਨਾ ਚਾਹੁੰਦਾ ਤੇ ਬਾਅਦ ਦੇ ਵਿੱਚ ਥੋੜੇ ਚਿਰ ਲਈ ਤੁਹਾਡੀਆਂ ਕਾਲਸ। ਜੇ ਕੋਈ ਵਿਕਟਮ ਹੈ, ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲੇ ਵਾਪਸ ਆਇਆ ਤੇ ਨਾਲ ਹੀ ਬੇਨਤੀ ਕਰਾਂ, ਜੇਕਰ ਮਹਾਂਪੁਰਸ਼ਾਂ ਦੇ ਬੇਟਿਆਂ ਦੇ ਵਿੱਚੋਂ ਕੁਦਰਤੀ ਗੱਲ ਹੈ, ਸਾਡੇ ਸ਼ਾਗਿਰਦ ਬਹੁਤ ਨੇ, ਗੁਰਕਿਰਪਾਲ ਸਿੰਘ ਜਾਂ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਮਨੀ, ਇਹ ਸੁਣਦੇ ਹੋਣ, ਮੇਰੀ ਬੇਨਤੀ ਹੈ ਕਿ ਜ਼ਰੂਰ ਤੁਸੀਂ ਆਪਣਾ ਪੱਖ ਵੀ ਰੱਖ ਸਕਦੇ ਹੋ ਕਿ ਹਰਮਨਜੀਤ ਸਿੰਘ ਇੱਥੇ ਗਲਤ ਹੈ ਤੇ ਤੁਹਾਡਾ ਪੱਖ ਵੀ ਜ਼ਰੂਰ ਸੁਣਿਆ ਜਾਏਗਾ। ਫੋਨ ਨੰਬਰ ਸਟੂਡੀਓ ਦਾ 1844 KRP ਰੇਡੀਓ 1550 AM ਬੈਂਡ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਕੁਲਦੀਪ ਸਿੰਘ ਨਾਲ ਸੁਣਨੇ ਹੋ। ਮੇਰੇ ਨਾਲ ਨੌਜਵਾਨ ਹਰਮਨਜੀਤ ਸਿੰਘ ਗੁਰਦਾਸਪੁਰ ਤੋਂ ਸ਼ਾਮਲ ਨੇ, ਜਿਨ੍ਹਾਂ ਨਾਲ ਤਕਰੀਬਨ 9 ਲੱਖ ਦੀ ਉਹਦਾ ਵਿਆਜ ਉਦੋਂ ਤੋਂ ਭਰ ਰਹੇ ਨੇ। ਠੱਗੀ ਇਸ ਕਰਕੇ ਵੱਜੀ ਹੈ ਕਿ ਤੁਹਾਨੂੰ ਕੈਨੇਡਾ ਲੈ ਕੇ ਜਾਵਾਂਗੇ, ਕੈਨੇਡਾ ਲਿਜਾਣ ਦੇ ਬਹਾਨੇ ਮਲੇਸ਼ੀਆ ਦਾ ਇੱਕ ਚੱਕਰ ਲਵਾਏ, ਜਥੇ ਨਾਲ ਲਿਜਾ ਕੇ ਕੋਈ ਸਾਜ ਨਹੀਂ ਆਉਂਦਾ, ਕੋਈ ਕੀਰਤਨ ਨਹੀਂ ਕਰਨਾ ਆਉਂਦਾ, ਬਸ ਇਸੇ ਬਹਾਨੇ ਕਿ 1-2 ਵੀਜ਼ੇ ਤੁਹਾਡੇ ਲੱਗ ਜਾਣਗੇ ਤੇ ਫਿਰ ਬਾਅਦ ਤੁਹਾਨੂੰ ਇੱਧਰ ਲੈ ਜਾਵਾਂਗੇ। ਪਰ ਇਸ ਸਮੇਂ ਦੌਰਾਨ ਜੋ ਕੁਝ ਉਹਨਾਂ ਦੀ ਜ਼ਬਾਨੀ ਤੁਸੀਂ ਸੁਣਿਆ, ਜੋ ਕੁਝ ਉਹਨੇ ਦੇਖਿਆ ਕਿ ਡੇਰੇ 'ਚ ਹੁੰਦਾ ਕੀ ਕੁਝ ਹੈ। ਡੇਰਿਆਂ 'ਚ ਵੈਸੇ ਵੀ ਗੁਰਮੀਤ ਰਾਮ ਰਹੀਮ ਦੀਆਂ ਵਿਕਟਮ ਬੀਬੀਆਂ ਨਾਲ ਕੀ ਕੁਝ ਹੋਇਆ ਤੁਹਾਨੂੰ ਪਤਾ ਹੈ। ਡੇਰੇ ਦੇ ਵਿੱਚ ਮਾਨ ਸਿੰਘ ਭੇਵੇ ਵਾਲੇ ਦੀਆਂ ਬੀਬੀਆਂ ਨਾਲ ਕੀ ਕੁਝ ਹੋਇਆ। ਇਸੇ ਪ੍ਰੋਗਰਾਮ ਦੇ ਵਿੱਚ ਇੱਕ ਨਹੀਂ, ਮੈਂ ਸੈਂਕੜੇ ਪ੍ਰੋਗਰਾਮ ਕੀਤੇ ਨੇ, ਪਰ ਯਸ, ਪ੍ਰੋਗਰਾਮ ਕਰਨ ਦੇ ਨਾਲ ਇੱਕ ਕੰਮ ਜ਼ਰੂਰ ਹੋਇਆ ਕਿ ਤੁਸੀਂ ਲੁੱਟ ਹੋਣੋਂ ਬਚ ਗਏ ਹੋ। ਜਿੱਥੇ ਜਦੋਂ ਇੱਥੇ ਆਉਂਦਾ ਸੀ ਤੇ ਬੋਰੀਆਂ ਭਰ ਕੇ ਡਾਲਾਂ ਦੀਆਂ ਤੁਸੀਂ ਦਿੰਦੇ ਸੀ ਤੇ ਉਹ ਬੰਦ ਹੋ ਗਈਆਂ। ਹੋਰ ਵੀ ਬਥੇਰੇ ਨੇ, ਮੈਂ ਨਾਮ ਬਹੁਤਿਆਂ ਦੇ ਨਹੀਂ ਲੈਣਾ ਚਾਹਾਂਗਾ। ਕਈਆਂ ਨੇ ਇਹ ਵੀ ਯਤਨ ਕੀਤਾ ਕਿ ਸਾਡੇ ਭੇਦ ਕਿਉਂ ਖੋਲਤੇ, ਆਹ ਤੁਹਾਡੇ ਤੇ ਕੇਸ ਪਿਆ। ਕੋਈ ਗੱਲ ਨਹੀਂ, ਮੈਨੂੰ ਮਾਣ ਹੈ ਆਪਣੇ ਮੰਚ ਤੇ, ਮੈਨੂੰ ਮਾਣ ਹੈ ਜਿਹੜਾ ਪ੍ਰੋਗਰਾਮ ਮੈਂ ਕਰਦਾ ਬਕਾਇਦਾ ਤੱਥਾਂ ਤੇ ਆਧਾਰ, ਸੱਚਾਈ ਤੇ ਆਧਾਰਿਤ ਕਰਦਾ। ਜਦੋਂ ਸੱਚ ਬੋਲੋਗੇ, ਸੱਚ ਬੋਲਣ ਦਾ ਤੁਹਾਨੂੰ ਕਈ ਵਾਰੀ ਖਮਿਆਜਾ ਭੁਗਤਣਾ ਪੈਂਦਾ, ਪਰ ਗੁਰੂ ਅੰਗ ਸੰਗ ਤੁਸੀਂ ਮੇਰੇ ਸਰੋਤੇ ਅੰਗ ਸੰਗ। ਹੁਣ ਮੈਂ ਬੇਨਤੀ ਕਰਾਂਗਾ, ਸਿਰਫ ਉਹ ਵਿਅਕਤੀ ਕਾਲ ਕਰਿਓ, ਮੈਂ ਥੋੜਾ ਚਿਰ ਕਾਲ ਲੈਣੀ ਹੈ, ਸਿਰਫ 10-15 ਮਿੰਟ, ਜਿਹੜੇ ਬਕਾਇਦਾ ਵਿਕਟਮ ਨੇ ਇਸ ਦੇ ਜਾਂ ਕਿਸੇ ਹੋਰ ਦੇ। ਜ਼ਿਆਦਾਤਰ ਮੈਂ ਗੱਲ ਕਰਾਂਗਾ ਸੰਤ ਸਰੂਪ ਸਿੰਘ ਜੀ ਚੰਡੀਗੜ੍ਹ ਵਾਲਿਆਂ ਦੇ। ਜੇ ਕਿਸੇ ਨਾਲ ਧੋਖਾ ਹੋਇਆ ਤੇ ਉਹ ਜ਼ਰੂਰ ਕਾਲ ਕਰਿਓ, ਜਾਂ ਤੁਹਾਡੇ ਹੋਰ ਕਿਸੇ ਨੇੜੇ ਪਿੰਡ ਦਾ ਜਾਂ ਰਿਸ਼ਤੇਦਾਰ ਦਾ 1-8442471550। ਇਹ ਜਦੋਂ ਤੁਹਾਡੇ ਤੇ ਹਰਮਨਜੀਤ ਸਿੰਘ ਜੀ ਇਹਨਾਂ ਨੇ ਪਹਿਲੀ ਵਾਰੀ ਪਰਚੇ ਦਿੱਤੇ, ਦਰਖਾਸਤ ਦਿੱਤੀਆਂ, ਕਿੰਨੀਆਂ ਕੁ ਦਰਖਾਸਤਾਂ ਦੇ ਚੁੱਕੇ ਆ ਤੁਹਾਡੇ ਉੱਤੇ ਜੀ? ਮੈਂ ਇਹਦੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਦੱਸਦਾ ਕਿ ਇਹਨਾਂ ਨੇ ਨਾ ਮਹੀਨਾ ਕੁ ਪਹਿਲਾਂ ਨਾ ਆਪਣੀ ਇੱਕ ਪੁਰਾਣੀ ਗੱਡੀ ਤੇ ਗੋਲੀਆਂ ਚਲਵਾ ਕੇ, ਖੁਦ ਹੀ ਗੱਡੀ ਚੋਂ ਬਾਹਰ ਨਿਕਲ ਕੇ ਗੱਡੀ 'ਚ ਗੋਲੀਆਂ ਚਲਵਾਈਆਂ ਤੇ ਉਦੋਂ ਬਾਅਦ ਇਹਨਾਂ ਨੇ ਮੀਡੀਆ ਸੱਦ ਕੇ, ਪੁਲਿਸ ਸੱਦ ਕੇ ਇੱਥੇ ਰੌਲਾ ਪਾਤਾ ਕਿ ਹਰਮਨ ਬਾਜਵੇ ਨੇ ਸਾਡੇ ਤੇ ਗੋਲੀਆਂ ਚਲਵਾਈਆਂ। ਤੇ ਉਦੋਂ ਬਾਅਦ ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਤੇ ਮੈਂ ਤਾਂ ਚੰਡੀਗੜ੍ਹ ਹੀ, ਤੇ ਇਹਨਾਂ ਨੇ ਕਾਂਡ ਕੀਤਾ ਫਿਰੋਜ਼ਪੁਰ, ਤੇ ਉਹਦੇ 'ਚ ਚਲੋ ਹਜੇ ਤੱਕ ਮੇਰਾ ਕੋਈ ਰੋਲ ਪੁਲਿਸ ਕੋਲੋਂ ਕਿਤੇ ਕੋਈ ਸਾਬਤ ਨਹੀਂ ਹੋਇਆ, ਠੀਕ ਹੈ ਜੀ। ਤੇ ਏਦਾਂ ਦੀਆਂ ਗਲਤ ਹਰਕਤਾਂ ਕਰਕੇ ਸਿਰਫ ਕਿਸੇ ਨਾ ਕਿਸੇ ਤਰੀਕੇ ਨਾਲ ਦਬਾਅ ਬਣਾ ਕੇ ਕਿ ਮੇਰੇ ਤੇ ਪਰਚਾ ਕਰਕੇ ਮੈਨੂੰ ਅੰਦਰ ਦਿੱਤਾ ਜਾਏ। ਔਰ 2 ਦਿਨ ਉੱਥੇ ਧਰਨਾ ਲਾਈ ਰੱਖਿਆ ਇਹਨਾਂ ਨੇ, ਫਿਰੋਜ਼ਪੁਰ ਮਖੂ ਥਾਣੇ ਦੇ ਵਿੱਚ 2 ਦਿਨ ਧਰਨਾ ਲਾ ਕੇ ਜ਼ਬਰਦਸਤੀ ਉਹਨਾਂ ਨੂੰ ਕਿਹਾ ਗਿਆ ਕਿ ਇਹਦੇ ਤੇ ਚਾਹੇ ਕੋਈ ਪਰਚਾ ਦੇ ਦਿਓ, ਇਹਨੂੰ ਅੰਦਰ ਕਰੋ ਬਸ। ਤੇ ਜਿਹੜੀ ਦੂਸਰੀ ਕੰਪਲੇਂਟਾਂ ਦੀ ਗੱਲ ਆ, 5-6 ਇਹਨਾਂ ਨੇ 295 ਦੀਆਂ ਦਿੱਤੀਆਂ। ਫਿਰ ਇਹਨਾਂ ਨੇ 17 ਚ ਕਿਹਾ ਕਿ ਇਹ ਸਾਡੇ ਪਿਓ ਨੂੰ ਜੀ ਗਾਲਾਂ ਗੋਲਾਂ ਕੱਢਦਾ, ਇੱਕ ਉਹ ਕੰਪਲੇਂਟ ਕੀਤੀ। ਇੱਕ ਇਹਨਾਂ ਨੇ ਕੰਪਲੇਂਟ ਕੀਤੀ ਮੇਰੀ ਗੱਡੀ ਦਾ ਹੀ ਨੰਬਰ ਲਿਖਾ ਕੇ
ਮਲੋਈ ਥਾਣੇ 'ਚ ਕੰਪਲੇਂਟ ਕੀਤੀ ਕਿ ਇਹਨੇ ਸਾਡੀ ਗੱਡੀ ਚੋਰੀ ਕਰ ਲਈ ਹੈ। ਇੱਕ ਇਹਨਾਂ ਨੇ ਕੰਪਲੇਂਟ ਬੀਬੀ ਕੋਲੋਂ ਦਵਾਈ, ਠੀਕ ਹੈ ਜੀ। ਇੱਕ ਇਹਨਾਂ ਨੇ ਆਪਣੀ ਨੂੰਹ ਕੋਲੋਂ ਦਵਾਈ। ਇੱਕ ਇਹਨਾਂ ਨੇ ਸਭ ਤੋਂ ਵੱਡੀ ਕੰਪਲੇਂਟ ਕੀਤੀ ਕਿ ਸਾਡਾ ਇੱਥੋਂ ਬੰਦਾ ਕਿਡਨੈਪ ਕਰਕੇ ਲੈ ਗਿਆ। ਠੀਕ ਹੈ ਜੀ। ਵਾਹ। ਹੁਣ ਤੱਕ ਸਾਰੀਆਂ ਕੰਪਲੇਂਟਾਂ ਝੂਠੀਆਂ ਪਾਈਆਂ ਗਈਆਂ, ਟੋਟਲ ਹੀ ਕਿਸੇ 'ਚ ਕੱਖ ਨਹੀਂ ਨਿਕਲਿਆ। ਸਿਰਫ ਦਬਾਅ ਬਣਾ ਕੇ ਪੁਲਿਸ ਨੂੰ ਕਿਸੇ ਤਰੀਕੇ ਨਾਲ ਆਪਣਾ ਪੈਸਾ ਵਰਤ ਕੇ ਕਿ ਇਹ ਪਰਚਾ ਹੋ ਜੇ। ਔਰ ਪੁਲਿਸ ਨੇ ਮੈਨੂੰ ਤੰਗ ਵੀ ਬਹੁਤ ਕੀਤਾ, ਪਰ ਜਦੋਂ ਫਿਰ ਸਾਡਾ ਜਿਹੜਾ ਸਾਰਾ ਦਾ ਸਾਰਾ ਪਿੰਡ ਹੀਗਾ, ਇਹ ਵੀ ਇੱਕ ਹੀਗਾ, ਇਹਨਾਂ ਨੂੰ ਹੀਗਾ ਕਿ ਕਿਤੇ ਆਪਾਂ ਧੱਕਾ ਨਹੀਂ ਹੋਣ ਦੇਣਾ, ਜਿੱਥੇ ਲੋੜ ਪਈ ਤਾਂ ਆਪਾਂ ਵੀ ਚੱਲ ਜਾਣਾ। ਇਹਨਾਂ ਨੇ ਸਾਡੇ ਕੰਨਵਾਲ ਥਾਣੇ ਵਾਲਿਆਂ ਨੂੰ ਦਬਾਅ ਬਣਾਇਆ। ਫਿਰ ਮੇਰਾ ਸਾਰਾ ਪਿੰਡ ਇਕੱਠਾ ਹੋ ਕੇ ਟਰਾਲੀਆਂ ਲੈ ਕੇ ਗਿਆ ਥਾਣੇ 'ਚ ਕਿ ਜੇ ਤੇ ਦੋਸ਼ੀ ਹੈ ਤਾਂ ਪਰਚਾ ਕਰੋ, ਤੇ ਜੇ ਨਹੀਂ ਤਾਂ ਆਪਾਂ ਗਲਤ ਪਰਚਾ ਨਹੀਂ ਹੋਣ ਦੇਣਾ। ਤੇ ਫਿਰ ਉਹਨਾਂ ਨੇ ਕੋਈ ਪਰਚਾ ਨਹੀਂ ਕੀਤਾ। ਨਹੀਂ ਤੇ ਕੁਝ ਦਿਨ ਪਹਿਲਾਂ ਪੂਰੀ ਤਿਆਰੀ 'ਚ ਸੀ ਕਿ 295 ਦਾ ਪਰਚਾ ਮੇਰੇ ਤੇ ਹੋ ਜਾਣਾ। ਮਤਲਬ 295 ਤੇ ਇਹਦੇ ਕਿਸੇ ਹਿਸਾਬ ਨਾਲ ਲੱਗਦੀ ਨਹੀਂ। ਇਹ ਤੇ ਇੱਕ ਅਯਾਸ਼ ਸਾਧ ਹੈ, ਇਹ ਕੋਈ ਗੁਰੂ ਤੇ ਹੈ ਨਹੀਂ ਕਿ ਜਿਹਦੀ ਮੈਂ ਬੇਅਦਬੀ ਕਰਤੀ ਤੇ ਮੇਰੇ ਤੇ 295 ਲੱਗ ਜਾਏਗੀ। ਠੀਕ ਹੈ ਜੀ। ਅਯਾਸ਼ ਦੀ ਗੱਲ ਕੀਤੀ ਹੈ, ਅਯਾਸ਼ੀ ਬਾਰੇ ਤੁਹਾਡੇ ਕੋਲ ਹੋਰ ਕੋਈ, ਇੱਕ ਤਾਂ ਤੁਸੀਂ ਕਹਿ ਰਹੇ ਹੋ ਕਿ ਮੈਂ ਖੁਦ ਆਪ ਵੇਖਿਆ, ਇਹਨੂੰ ਰੰਗੇ ਹੱਥੀ ਫੜਿਆ, ਹੋਰ ਵੀ ਇਸ ਤਰ੍ਹਾਂ ਦੀ ਕੰਪਲੇਂਟ ਆਈ ਜਾਂ ਬੀਬੀਆਂ ਹਟੀਆਂ ਇਸ ਤੋਂ ਬਾਅਦ? ਕਿਉਂਕਿ ਗੁਰਮੀਤ ਰਾਮ ਨੇ ਵੀ ਇਹੀ ਕੁਝ ਕੀਤਾ ਸੀ। ਕੰਪਲੇਂਟਾਂ ਇਦਾਂ ਹੈ ਕਿ ਇਹਦੇ ਤੇ ਨਾ ਸਮੇਂ-ਸਮੇਂ ਦੇ ਹਿਸਾਬ ਨਾਲ ਕੰਪਲੇਂਟਾਂ ਹੁੰਦੀਆਂ ਹੀ ਰਹੀਆਂ। ਜਿਹੜੇ ਹਿਸਾਬ ਨਾਲ ਮੈਂ ਜਦੋਂ ਇਨਵੈਸਟੀਗੇਸ਼ਨ ਕੀਤੀ, ਸਾਰੇ ਪਤਾ ਕੀਤਾ, ਕਾਫੀ ਮੇਰੇ ਸਾਹਮਣੇ ਬੰਦੇ ਆਏ। ਇੱਕ ਦੀਨਾ ਨਗਰ ਤੋਂ ਇੱਕ ਬੰਦਾ ਹੈਗਾ, ਉਹਦੀ ਮੈਨੂੰ ਕਿਸੇ ਨੇ ਗੱਲ ਦੱਸੀ ਤੇ ਮੈਂ ਉਹਦੇ ਘਰ ਵੀ ਜਾ ਕੇ ਆਇਆ। ਉੱਥੇ ਵੀ ਪਰਿਵਾਰ ਵੱਲੋਂ ਇਹਨੂੰ ਕੋਈ ਗਲਤ ਹਰਕਤ ਕਰਦਿਆਂ ਰੰਗੇ ਹੱਥੀ ਫੜਿਆ ਗਿਆ। ਤੇ ਫਿਰ ਉਹ ਬੀਬੀ ਨੇ ਮਤਲਬ ਬੜਾ ਤਗੜਾ ਸਟੈਪ ਲੈ ਲਿਆ ਤੇ ਬਾਅਦ ਚੋਂ ਬੀਬੀ ਵੀ ਨਹੀਂ ਰਹੀ ਤੇ ਬੜਾ ਜ਼ਿਆਦਾ ਮਤਲਬ ਸਾਰੇ ਪਾਸੇ ਰੌਲਾ ਪੈ ਗਿਆ ਤੇ ਬਾਬਾ ਉੱਥੋਂ ਭਜਾਇਆ ਉਹਨਾਂ ਨੇ ਕੁੱਟ ਕੇ। ਕਾਫੀ ਕਹਿੰਦੇ ਪੁਰਾਣੀ 2092-93 ਦੀ ਸ਼ਾਇਦ ਗੱਲ ਆ। ਉਹ ਬੰਦੇ ਨੂੰ ਮਿਲ ਕੇ ਆਇਆ। ਉਸ ਤੋਂ ਬਾਅਦ ਇੱਕ ਬੰਦਾ ਸੈਣੀ ਨਾਂ ਦਾ ਬੰਦਾ, ਉਹ ਬੰਦੇ ਦੀ ਘਰਵਾਲੀ ਨਾਲ ਮਿਲ ਕੇ ਇਹਨੇ ਉਹ ਸੈਣੀ ਨੂੰ ਜ਼ਹਿਰ ਦਿੱਤਾ ਤੇ ਕੁਦਰਤੀ ਉਹ ਬਚ ਗਿਆ ਜ਼ਹਿਰ ਤੇ। ਕਿ ਜਿੱਥੇ ਇਹਨੂੰ ਜਦੋਂ ਜ਼ਹਿਰ ਦਿੱਤਾ ਕਿਸੇ ਚੀਜ਼ 'ਚ ਪਾ ਕੇ, ਤੇ ਉਦੋਂ ਬਾਅਦ ਉਹ ਆਪਣੇ ਯਾਰਾਂ ਦੋਸਤਾਂ ਦੇ ਨਾਲ ਕਿਸੇ ਜਾ ਰਿਹਾ ਸੀਗਾ, ਗੱਡੀ ਡਰਾਈਵ ਕਰ ਰਿਹਾ ਸੀ, ਤੇ ਉਦੋਂ ਬਾਅਦ ਉਹਨੂੰ ਯਕਦਮ ਹੀ ਉਹਨੂੰ ਉਲਟੀ ਆ ਗਈ ਤੇ ਉਹ ਚੱਕਰ ਆ ਗਏ ਤੇ ਉਹ ਬਿਲਕੁਲ ਬੇਹੋਸ਼ ਹੋ ਗਿਆ ਤੇ ਉਹ ਗੱਡੀ ਥੱਲੇ ਪੈਲੀਆਂ 'ਚ ਡਿੱਗੀ। ਚਲੋ ਫਿਰ ਉਹਨੂੰ ਬਚਾ ਲਿਆ ਗਿਆ। ਫਿਰ ਉਹਨਾਂ ਨੂੰ ਲੱਗਿਆ ਕਿ ਇਹ ਜਿਹੜਾ ਉਹਦੀ ਘਰਵਾਲੀ ਨੇ ਜ਼ਹਿਰ ਦਿੱਤਾ। ਜਦੋਂ ਉਹਨੂੰ ਪੁੱਛ ਪੜਤਾਲ ਚੰਗੀ ਤਰ੍ਹਾਂ ਕੀਤੀ, ਉਹਨੇ ਦੱਸਿਆ ਕਿ ਮੈਨੂੰ ਬਾਬੇ ਨੇ ਕਿਹਾ। ਤੇ ਉਦੋਂ ਬਾਅਦ ਇਹ ਕਦੇ ਉਸ ਰੋਡ ਤੇ ਵੀ ਨਹੀਂ ਚੜਿਆ। ਅੱਜ ਵੀ ਜਦੋਂ ਸੈਣੀ ਦਾ ਨਾਂ ਲੈ ਲਓਗੇ, ਇਹ ਬੰਦੇ ਦਾ ਮਤਲਬ ਪਿਸ਼ਾਬ ਤੱਕ ਨਿਕਲ ਸਕਦਾ, ਇੰਨਾ ਡਰਦਾ ਉਸ ਕਾਂਡ ਤੋਂ। ਅੱਛਾ ਜੀ। ਹਾਂਜੀ, ਏਦਾਂ ਦੇ ਬੜੇ ਕਿਸੇ ਨੂੰ ਪਤਾ ਕੀ ਗੱਲ ਆ, ਇਹ ਕੋਈ ਜਾਂਦਾ ਨਹੀਂ ਗਹਿਰਾਈ 'ਚ। ਹਰੇਕ ਬੰਦਾ ਕਿਸੇ ਨਾ ਕਿਸੇ ਪਾਸੇ ਚੋਰ ਆ। ਜਿੰਨਿਆਂ ਨੂੰ ਆਪਾਂ ਬੇਨਤੀ ਕਰਦੇ ਹਾਂ ਕਿ ਬਈ ਜਥੇਬੰਦੀਆਂ ਵੱਡੀਆਂ ਨੇ ਜਾਂ ਸਾਡੇ ਤਖਤ ਨੇ, ਕੋਈ ਨਾ ਕੋਈ ਐਕਸ਼ਨ ਲਓ। ਮੈਂ ਬੜਿਆਂ ਨੂੰ ਰਿਕੁਐਸਟ ਕੀਤੀ ਹੈ ਕਿ ਕੁਛ ਨਾ ਕੁਛ ਕਰੋ, ਇਨਵੈਸਟੀਗੇਸ਼ਨ ਕਰੋ। ਜੇ ਕਿਤੇ ਮੈਂ ਗਲਤ ਹਾਂ, ਮੈਨੂੰ ਜਿਹੜੀ ਕੌਮ ਸਜ਼ਾ ਲਾਊਗੀ ਮੈਂ ਤਿਆਰ ਹਾਂ। ਤੇ ਜੇ ਇਹ ਗਲਤ ਆ ਤੇ ਇਹ ਬਿਲਕੁਲ ਤਲਬ ਹੋਣਾ ਚਾਹੀਦਾ, ਇਹਦੇ ਤੇ ਪੂਰਾ ਐਕਸ਼ਨ ਹੋਣਾ ਚਾਹੀਦਾ। ਔਰ ਗੁਰੂ ਸਾਹਿਬ ਦੀ ਬੇਅਦਬੀ ਵੀ ਰੱਜ ਕੇ ਕਰਦਾ। ਇਸ ਬਾਰੇ ਕਦੇ ਅਕਾਲ ਤਖਤ ਸਾਹਿਬ ਨੂੰ ਤੁਸੀਂ ਅਪੀਲ ਕੀਤੀ ਹੈ? ਲਿਖਤੀ ਅਪੀਲ ਨਹੀਂ ਕੀਤੀ ਆਪਾਂ। ਹੁਣ ਲਿਖਤੀ ਅਪੀਲ ਥੋੜੇ ਦਿਨਾਂ 'ਚ ਕਰਾਂਗੇ। ਲਿਖਤੀ ਅਪੀਲ ਨਹੀਂ ਕੀਤੀ ਆਪਾਂ ਹੁਣ ਤੱਕ। ਫੋਨ ਤੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਜੀ। ਫੋਨ ਤੇ ਤੁਸੀਂ ਉਹਨਾਂ ਨੂੰ ਕੰਪਲੇਂਟ ਕਰੋ। ਧਨਵੰਤ ਸਿੰਘ ਬਾਰੇ ਜਾਣਨਾ ਤੁਹਾਡੇ ਇਲਾਕੇ ਦਾ ਪੱਕੀ ਝਿੱਲੀ ਜਾਂ ਝਿੱਲੀ ਪੱਕੀ ਦਾ ਤੁਹਾਨੂੰ ਸ਼ਾਇਦ ਯਾਦ ਹੋਏਗਾ ਥੋੜਾ ਬਹੁਤ। ਉਹਨੇ ਵੀ ਇੱਕ ਨਾਬਾਲਗ ਬੱਚੀ ਦਾ ਬਲਾਤਕਾਰ ਕੀਤਾ ਸੀ ਤੇ ਉਹਦੇ ਮਾਪੇ ਗਏ ਸਨ ਅਕਾਲ ਤਖਤ ਦੇ ਵਿਦਾਂਤੀ ਸਾਹਿਬ ਦੇ ਵਿੱਚ ਚਲੇ ਗਏ ਉਹਨਾਂ ਕੋਲ, ਤੇ ਉਹਨਾਂ ਨੇ ਸੁਣੀ ਨਹੀਂ ਸੀ। ਬਾਅਦ ਦੇ ਵਿੱਚ ਉਹ ਅਦਾਲਤ ਦੇ ਵਿੱਚ ਗਏ। ਅਦਾਲਤ ਨੇ ਉਸ ਸਾਧ ਨੂੰ 10 ਸਾਲ ਲਈ ਜੇਲ੍ਹ 'ਚ ਭੇਜਿਆ ਸੀ। ਤੁਹਾਡੇ ਗੁਰਦਾਸਪੁਰ ਦਾ ਹੀ ਸਾਧ ਹੈ। ਤੇ ਮੇਰਾ ਖਿਆਲ ਹੈ ਵੀ ਜੇ ਤੁਸੀਂ ਅਕਾਲ ਤਖਤ ਸਾਹਿਬ ਨੂੰ ਵੀ ਆਪਣਾ ਫਰਜ਼ ਨਿਭਾ ਦਿਓ, ਜਵਾਬ ਤਾਂ ਉਹਨਾਂ ਵੱਲੋਂ ਇਹੀ ਆਉਣਾ ਹੈ ਤੇ ਕੋਈ ਗੱਲ ਨਹੀਂ। ਇਹ ਹੁਣ ਮਾਮਲਾ ਤੁਹਾਡਾ ਅਦਾਲਤ ਵਿੱਚ ਚੱਲਦਾ, ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਉਹ ਮਹਾਂਪੁਰਸ਼ ਹੈ। ਇਸ ਕਰਕੇ ਕੋਸ਼ਿਸ਼ ਕਰਿਓ ਆਪਣੇ ਵੱਲੋਂ। ਤੁਹਾਡੀ ਕੋਈ ਵੈਬਸਾਈਟ ਹੈ ਜਿੱਥੇ ਇਹ ਸਾਰਾ ਕੁਝ ਤੁਸੀਂ ਪਾਇਆ ਹੋਵੇ ਜਾਂ ਕੋਈ ਪੇਜ ਬਣਾਇਆ ਹੋਵੇ? ਨਹੀਂ, ਮੈਂ ਵੈਬਸਾਈਟ ਤੇ ਨਹੀਂ, ਮੈਂ ਆਪਣੇ ਸੋਸ਼ਲ ਮੀਡੀਆ, ਮੇਰਾ ਇੱਕ ਪ੍ਰੋ ਬਾਜਵਾ ਨਾਂ ਤੇ ਪੇਜ ਬਣਿਆ ਹੋਇਆ ਫੇਸਬੁੱਕ ਤੇ, ਮੈਂ ਉਹਦੇ 'ਚ ਪਾਇਆ ਹੋਇਆ। YouTube 'ਚ ਵੀ ਮੈਂ ਕਾਫੀ ਆਪਣੀ ਵੀਡੀਓ ਪ੍ਰੋ ਬਾਜਵਾ ਦੇ ਨਾਂ ਤੇ ਪਾਈਆਂ ਹੋਈਆਂ ਨੇ। ਓਕੇ, ਜਿਵੇਂ ਆਪਾਂ ਕਹਿੰਦੇ ਪ੍ਰੋਫੈਸਰ ਬਾਜਵਾ, ਸੋ ਪ੍ਰੋ ਬਾਜਵਾ। ਨਹੀਂ, ਵੈਸੇ
ਵੈਸੇ ਹਾਂਜੀ ਹਾਂਜੀ ਮੈਂ ਸਮਝ ਗਿਆ। ਵੈਸੇ ਮੇਰੇ ਛੋਟੇ ਬ੍ਰਦਰ ਨੇ ਬਣਾਇਆ ਸੀਗਾ ਪੇਜ ਤੇ ਮੈਂ ਸਾਰਾ ਕੰਟੈਂਟ ਉਹਦੇ ਤੇ ਹੀ ਫਿਰ ਸੁੱਟਦਾ। ਓਕੇ, ਤੁਹਾਡੀਆਂ ਉਹਦੇ 'ਚ ਕਾਫੀ ਵੀਡੀਓ ਮੈਂ ਦੇਖੀਆਂ ਨੇ। ਹੋਰ ਕਦੇ ਦੁਬਾਰਾ ਉਸ ਤੋਂ ਬਾਅਦ ਮੁਲਾਕਾਤ ਹੋਈ, ਕਦੇ ਗੱਲਬਾਤ ਹੋਈ ਇਹਨਾਂ ਨਾਲ ਵੀ ਭਾਈ ਮੇਰੇ ਪੈਸੇ ਦਿਓ ਤੇ ਕੰਮ ਨਿਬੇੜੋ, ਤੁਹਾਡੀ ਬੇਇੱਜ਼ਤੀ ਬਹੁਤ ਹੋ ਰਹੀ ਆ, ਕੋਈ ਵਿੱਚ ਬੰਦੇ ਪਾਏ ਦੇਖੋ ਕਦੇ? ਤੁਸੀਂ ਇੱਕ ਗੱਲ ਕਰ ਰਹੇ ਸੀ ਕਿ 9 ਲੱਖ ਰੁਪਇਆ ਨਹੀਂ ਹੈਗਾ, 25 ਲੱਖ ਰੁਪਇਆ। ਮੈਂ 25 ਲੱਖ ਦਾ ਜਿਹੜਾ ਇਹਦੇ ਵੱਲੋਂ ਚੈੱਕ ਦਿੱਤਾ ਗਿਆ ਸੀਗਾ, ਜਦੋਂ ਮੈਂ ਲਾਸਟ ਅਮਾਉਂਟ ਦਿੱਤੀ ਮੈਂ ਉਦੋਂ ਇਹਦੇ ਕੋਲੋਂ ਚੈੱਕ ਲਿਆ ਸੀ, ਉਹ ਚੈੱਕ 25 ਲੱਖ ਰੁਪਏ ਦਾ ਲਾਇਆ। 9 ਲੱਖ ਰੁਪਏ ਦੀ ਮੈਂ ਗੱਲ ਉਹ ਕੀਤੀ ਸੀ ਜਿਹੜਾ ਮੈਂ ਵਿਆਜ ਭਰ ਰਿਹਾ 9 ਲੱਖ ਦਾ ਹਰ ਮਹੀਨੇ। ਠੀਕ ਹੈ ਜੀ, ਅਮਾਉਂਟ 25 ਲੱਖ ਆ, ਟੋਟਲ 25 ਲੱਖ ਦੀ ਅਮਾਉਂਟ ਹੈ। ਹਾਂਜੀ ਹਾਂਜੀ ਹਾਂਜੀ, ਮੈਂ ਤੁਹਾਨੂੰ ਸੰਮਨ ਵਗੈਰਾ ਸਾਰਾ ਕੁਝ ਮੈਂ ਭੇਜ ਦਾਂਗਾ। ਐ ਕਰੋ ਜੀ, ਮੇਰਾ ਖਿਆਲ ਹੈ ਮੈਂ ਤੁਹਾਨੂੰ ਸਲਾਹ ਦੇਵਾਂਗਾ, ਕੈਨੇਡੀਅਨ ਇਮੀਗ੍ਰੇਸ਼ਨ ਨੂੰ ਵੀ ਤੁਸੀਂ ਇਹਦੀ ਕੰਪਲੇਨ ਕਰ ਸਕਦੇ ਹੋ, ਕਿਉਂਕਿ ਇਹਨਾਂ ਦਾ ਬੇਟਾ ਇੱਥੇ ਕੈਨੇਡਾ 'ਚ ਹੀ ਰਹਿੰਦਾ ਹੈ ਜੀ। 2 ਮੁੰਡੇ ਇੱਥੇ ਰਹਿੰਦੇ ਕੈਨੇਡਾ 'ਚ। ਓਕੇ, ਹਾਂਜੀ, 2 ਮੁੰਡੇ ਕੈਨੇਡਾ 'ਚ ਰਹਿੰਦੇ ਆ ਹਾਂਜੀ, ਤੇ ਤੁਹਾਨੂੰ ਬੁਲਾਉਣ ਦੇ ਬਹਾਨੇ 25 ਲੱਖ ਰੁਪਏ ਦੀ ਠੱਗੀ ਤੁਹਾਡੇ ਨਾਲ ਮਾਰੀ ਆ। ਹਾਂਜੀ, ਠੀਕ ਹੈ, ਹੋਰ ਕੁਝ ਕਹਿਣਾ ਚਾਹੋਗੇ ਅਖੀਰ ਦੇ ਵਿੱਚ? ਕੋਈ ਤੁਹਾਡੇ ਮਨ ਦੇ ਵਿੱਚ ਹੋਵੇ ਜਿਹੜੀ, ਤਾਂ ਜੋ ਹੋਰ ਲੋਕ ਨੇ, ਹੋਰ ਬੱਚੀਆਂ ਨੇ ਸਾਡੀਆਂ, ਉਹ ਡੇਰੇ ਤੇ ਜਾਣ ਤੋਂ ਬਚ ਜਾਣ ਤੇ ਇੱਜ਼ਤ ਪੱਖੋਂ ਤੇ ਮਾਈਕ ਪੱਖੋਂ ਵੀ। ਦੇਖੋ ਜੀ, ਮੈਂ ਤੇ ਜੀ ਕੋਈ ਬੇਨਤੀ ਕਰਨੀ ਚਾਹੁੰਦਾ ਸਾਰਿਆਂ ਨੂੰ ਕਿ ਇਸ ਸਾਧ ਨੂੰ ਇੱਕ ਬਿਲਕੁਲ ਦੁੱਕੀ ਵੀ ਨਹੀਂ ਦੇਣੀ ਚਾਹੀਦੀ, ਕਿਉਂਕਿ ਇਹ ਸਾਰਾ ਦਾ ਸਾਰਾ ਪੈਸਾ ਸਾਡੀ ਬਰਬਾਦੀ ਤੇ ਲਾ ਰਿਹਾ, ਸਿੱਖ ਕੌਮ ਦੀ ਬਰਬਾਦੀ ਤੇ ਲਾ ਰਿਹਾ। ਔਰ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਐਡੀ ਤਗੜੀ ਲੁੱਟ ਡਾਈ ਆ ਕਿ ਇਹ ਸਾਲ 'ਚ 2-3 ਪ੍ਰੋਗਰਾਮ ਕਰਦਾ ਤੇ ਆਪਣੇ ਜਿਹੜੇ ਇਹਨੇ ਚੇਲੇ ਚਪਾਟੇ ਪੱਕੇ ਰੱਖੇ ਆ, ਜਾਂ ਇਹਦੀਆਂ ਜਿਹੜੀਆਂ ਖਾਸ ਮਹਿਲਾ ਮਿੱਤਰ ਨੇ, ਉਹਨਾਂ ਕੋਲੋਂ ਉੱਥੇ ਅਖੰਡ ਪਾਠ ਸਾਹਿਬ ਕਰਵਾਉਂਦਾ, ਲੜੀਆਂ 'ਚ ਅਖੰਡ ਪਾਠ ਸਾਹਿਬ ਕਰਾਉਂਦਾ। ਔਰ ਪਾਠੀ ਸਿੰਘ ਜਿਹੜੇ ਆਉਂਦੇ ਆ ਉੱਥੇ, ਉਹ ਜ਼ਿਆਦਾਤਰ ਪਾਠੀ ਸਿੰਘ ਏਦਾਂ ਦੇ ਹੁੰਦੇ ਆ ਕਿ ਜਿਹੜੇ ਮਹਾਰਾਜ ਦੇ ਸਿਰਫ ਅੰਗ ਹੀ ਪਰਤਾਉਂਦੇ ਨੇ। ਠੀਕ ਹੈ, ਬਾਣੀ ਪੜਨ ਦਾ ਉਹਨਾਂ ਨੂੰ ਬਿਲਕੁਲ ਗਿਆਨ ਨਹੀਂ, ਨਾ ਹੀ ਉਹ ਇਸ਼ਨਾਨ ਕਰਦੇ ਆ। ਇੱਕ ਬੈੱਡ ਤੇ ਇਹਨੇ 10-10 ਮਹਾਰਾਜ ਦੇ ਸਰੂਪ ਰੱਖੇ ਹੋਏ ਆ। ਇਹ ਗੱਲ ਵੀ ਮੈਂ ਬੜੀ ਵਾਰ ਕਹਿ ਚੁੱਕਿਆ ਕਿ ਇਹ ਚੀਜ਼ ਦੀ ਵੀ ਜਾਂਚ ਪੜਤਾਲ ਹੋਣੀ ਚਾਹੀਦੀ। ਹੁਣ ਤੇ ਚਾਹੇ ਜਦੋਂ ਮੈਂ 2-3 ਵਾਰ ਵੀਡੀਓ 'ਚ ਗੱਲਾਂ ਕਹੀਆਂ, ਇਹਨੇ ਉਹਦਾ ਸੁਧਾਰ ਕਰ ਲਿਆ ਹੋਏ। ਤੇ ਬਾਕੀ ਇਹਦੇ ਮਸਲੇ 'ਚ ਮੇਰੇ ਕੋਲ ਬਹੁਤ ਜ਼ਿਆਦਾ ਕੰਟੈਂਟ ਆ, ਮੈਂ ਤੇ 10 ਘੰਟੇ ਵੀ ਇਹਦੇ ਤੇ ਬੋਲ ਸਕਦਾ। ਕੋਈ ਸਵਾਲ ਕਰਨ ਵਾਲਾ ਹੋਏ, ਚਾਹੇ ਅੱਜ ਵੀ ਇਹਦਾ, ਹੁਣ ਵੀ ਤੁਸੀਂ ਲਾਈਵ ਚਲਾ ਰਹੇ ਹੋ, ਇਹਦਾ ਕੋਈ ਮੁੰਡਾ ਆ ਕੇ ਮੇਰੇ ਨਾਲ ਬਹਿਸ ਕਰ ਸਕਦਾ, ਖੁਦ ਸਰੂਪ ਸਿੰਘ ਆ ਜੀ। ਮੈਂ ਬੇਨਤੀ ਕਰਦੇ ਆ ਮੇਰੇ ਸਤਿਕਾਰਯੋਗ ਸਰੋਤਿਆਂ ਨੂੰ 184424715550 1844-247-1550 ਲਾਈਨਾਂ ਖੋਲੀਆਂ ਨੇ। ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੈ ਤੇ ਕਿਉਂਕਿ ਅੱਜ ਸ਼ਾਮ ਦਾ ਜਿਹੜਾ ਵੈਬਿਨਾਰ ਹੈ ਉਹਦੇ ਵਿੱਚ ਵੀ ਡੇਰਾਵਾਦ ਦੀ ਗੱਲਬਾਤ ਹੋਏਗੀ। ਤੁਸੀਂ ਕੋਈ ਵੀ ਸਵਾਲ ਹੈ ਤੁਹਾਡੇ ਮਨ ਦੇ ਵਿੱਚ, ਤੁਹਾਨੂੰ ਲੱਗਦਾ ਕਿ ਹਰਮਨਜੀਤ ਸਿੰਘ ਹੋ ਸਕਦਾ ਕਿਤੇ ਗਲਤ ਹੋਵੇ, ਕਿਸੇ ਨੇ ਇਹਨਾਂ ਨੂੰ ਫਸਲਾ ਕੇ ਇੱਧਰਲੇ ਪਾਸੇ ਭੇਜਿਆ ਹੋਵੇ ਮਾਂਪੁਰਸ਼ਾਂ ਨੂੰ ਬਦਨਾਮ ਕਰਨ ਦੇ ਲਈ, ਤੇ ਜਾਂ ਫਿਰ ਸੰਤ ਸਰੂਪ ਸਿੰਘ ਹੁਣੀ ਪਤਾ ਲੱਗਾ ਕਿ ਇੱਥੇ ਕੈਨੇਡਾ ਦੇ ਵਿੱਚ ਹੀ ਨੇ, ਉਹ ਬਿਲਕੁਲ 101% ਇਸ ਵੇਲੇ ਸੁਣ ਰਹੇ ਹੋਣੇ ਨੇ, ਕਿਉਂਕਿ ਵੱਡੀ ਤਾਦਾਦ ਦੇ ਵਿੱਚ ਜਿਹੜੇ ਚੇਲੇ ਚਾਪਟੇ ਨੇ ਉਹ ਫੋਨ ਕਰਕੇ ਦੱਸਦੇ ਆ ਕਿ ਆਹ ਦੇਖੋ ਜੀ ਤੁਹਾਡੇ ਬਾਬਤ ਗੱਲਬਾਤ ਹੋ ਰਹੀ ਹੈ। ਉਹਨਾਂ ਨੂੰ ਬੇਨਤੀ ਹੈ 184424715550 ਤੁਹਾਨੂੰ ਬਕਾਇਦਾ ਬਰਾਬਰ ਦਾ ਸਮਾਂ ਦਿੱਤਾ ਜਾਏਗਾ। ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੋਇਆ ਤੇ ਹਰਮਨਜੀਤ ਸਿੰਘ ਹਰ ਗੱਲ ਦਾ ਜਵਾਬ ਦੇਣਗੇ, ਜਾਂ ਉਹਨਾਂ ਦਾ ਕੋਈ ਸ਼ਾਗਿਰਦ ਹੋਵੇ ਉਹ ਵੀ ਜ਼ਰੂਰ ਕਾਲ ਕਰਕੇ ਦੱਸ ਸਕਦੇ ਹੋ, ਜਾਂ ਉਹਦਾ ਕੋਈ ਵਿਕਟਮ ਹੋਵੇ ਉਹ ਵੀ ਕਾਲ ਕਰ ਸਕਦੇ ਹੋ। 1844-247-1550। ਇਹ ਬਹੁਤ ਦੁਖਦਾਇਕ ਮਾਮਲਾ ਹੈ, ਇਹਨੂੰ ਸਿੰਪਲ ਕਰਕੇ ਨਾ ਜਾਣਿਓ। ਜਦੋਂ ਮਾਨ ਸਿੰਘ ਭੇਵੇ ਵਾਲੇ ਨੂੰ ਕਲਗੀਧਰ ਦਰਬਾਰ ਦੇ ਵਿੱਚੋਂ ਨੂੜ ਕੇ ਬਾਹਰ ਕੱਢਿਆ ਸੀ, ਤੁਹਾਨੂੰ ਯਾਦ ਹੈ ਸਾਰਿਆਂ ਨੂੰ, ਸੌਖਾ ਕੰਮ ਨਹੀਂ। ਮੈਂ ਪਿਛਲੇ ਦਿਨੀ ਵੀ ਕਿਹਾ ਸੀ ਆਪਣੇ ਟੀਵੀ ਪ੍ਰੋਗਰਾਮ ਦੇ ਵਿੱਚ ਵੀ, ਕਿ ਖੰਡੇ ਦੀ ਤਾਰ ਤੇ ਚੱਲਣ ਵਾਲਾ ਕੰਮ ਹੈ ਮੀਡੀਆ ਤੇ। ਜਦੋਂ ਤੁਸੀਂ ਇਹੋ ਜਿਹੇ ਸਕੈਂਡਲ ਕੱਢ ਕੇ ਲਿਆਂਦੇ ਹੋ, ਸਟਿੰਗ ਆਪਰੇਸ਼ਨ ਕਰਦੇ ਹੋ, ਫਿਰ ਜਿਹੜਾ ਤਾਕਤਵਰ ਵਿਅਕਤੀ ਹੁੰਦਾ ਉਹ ਬੜਾ ਕੁਝ ਕਰਦਾ ਹੈ। ਇਹਦੇ ਤੇ ਵੀ ਹਰਮਨਜੀਤ ਸਿੰਘ ਤੇ ਵੀ ਗੋਲੀਆਂ ਚਲਵਾ ਕੇ ਆਪਣੀ ਗੱਡੀ ਦੇ ਉੱਤੇ ਕੇਸ ਕਰਵਾਉਣ ਦੇ ਯਤਨ ਕੀਤੇ।
ਆਪਣੀ ਨੂੰਹ ਦਾ ਦੋਸ਼ ਇਸ ਦੇ ਉੱਤੇ ਲਾਇਆ ਕਿ ਮੇਰੀ ਨੂੰਹ ਕੱਢ ਕੇ ਲੈ ਗਿਆ। ਇਹ ਵੀ ਪਤਾ ਲੱਗਾ ਹੈ ਇਨਕਮ ਟੈਕਸ ਦੇ ਰਿਗਾਰਡਿੰਗ ਗੁਰਪ੍ਰੀਤ ਸਿੰਘ ਜਿਹੜਾ ਦਾ ਬੇਟਾ ਹੈ ਉਹਦੇ ਸਮਨ ਇਸ਼ੂ ਹੋਏ ਨੇ। ਮੇਰੇ ਕੋਲ ਕਾਫੀ ਡਾਕੂਮੈਂਟ ਨੇ, ਮੈਂ ਜੇ ਹੌਲੇ ਹੌਲੇ ਕਰਕੇ ਤੁਹਾਨੂੰ ਥੋੜੀ ਗੱਲ ਦੱਸ ਰਿਹਾ। ਬੇਨਤੀ ਹੈ ਸਾਰੇ ਸਰੋਤਿਆਂ ਨੂੰ ਸੰਖੇਪ ਦੇ ਵਿੱਚ, ਇਹ ਜਿਹੜਾ ਨੌਜਵਾਨ ਵਿਕਟਮ ਹੈ ਇਹਦੇ ਬਾਬਤ ਕੋਈ ਇਹੋ ਜਿਹੀ ਮੁਹਿੰਮ ਵਿੱਢੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ, ਜਦੋਂ ਗੁਰਦਾਸ ਸਿੰਘ ਤੂਰ ਮੇਰੇ ਕੋਲ ਪਹਿਲੀ ਵਾਰੀ ਆਇਆ ਸੀ, ਕੋਈ ਮੀਡੀਆ ਗੱਲ ਕਰਨ ਨੂੰ ਤਿਆਰ ਨਹੀਂ ਸੀ। ਮੈਂ ਇੰਡੀਆ ਦੇ ਵੱਡੇ ਮੀਡੀਆ ਆਊਟਲੈਟ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਜੀ ਨੋ, ਸਾਨੂੰ ਤਾਂ 5 ਲੱਖ ਰੁਪਇਆ ਮਹੀਨਾ ਇਸ ਸਾਧ ਵੱਲੋਂ ਆਉਂਦਾ, ਅਸੀਂ ਇਹਦੇ ਖਿਲਾਫ ਕਿਉਂ ਗੱਲ ਕਰਾਂਗੇ। ਪਰ ਮੈਨੂੰ, ਮੇਰੇ ਇਸ ਮੰਚ ਨੂੰ ਤੁਹਾਡਾ ਜਿੰਨਾ ਪਿਆਰ ਮਿਲਦਾ ਹੈ, ਸਾਨੂੰ ਉਸ ਅਕਾਲ ਪੁਰਖ ਵੱਲੋਂ ਜੇ ਸੱਚ, ਹੱਕ You're listening to 1550 AM KRPI Ferndale. The views expressed are not necessarily those of the staff, management, or ownership of this station. ਉਹਦੀ ਕਿਰਪਾ ਸਦਕਾ ਹੀ ਇਹ ਮੰਚ ਤੁਹਾਡੇ ਸਹਿਯੋਗ ਨਾਲ ਤੇ ਗੁਰੂ ਦੀ ਬਖਸ਼ਿਸ਼ ਸਦਕਾ ਚੱਲ ਰਿਹਾ, ਜਿਹਦੇ ਨਾਲ ਇੱਕ ਨਹੀਂ ਸੈਂਕੜੇ ਸਕੈਂਡਲ ਨੰਗੇ ਕੀਤੇ ਨੇ। ਕਿਉਂਕਿ ਇਹਨਾਂ ਲੋਕਾਂ ਦੀ ਪੋਲੀਟੀਕਲ ਪਾਵਰ ਬਹੁਤ ਵੱਡੀ ਹੁੰਦੀ ਹੈ। ਮਾਨ ਸਿੰਘ ਭੇਵੇ ਵਾਲੇ ਨੂੰ ਜਦੋਂ ਕੱਢਿਆ ਸੀ ਤੇ ਉਸ ਤੋਂ ਬਾਅਦ ਜਦੋਂ ਸਹੁੰ ਚੁੱਕੀ ਸੀ ਬਾਦਲ ਸਰਕਾਰ ਨੇ, ਸੁਖਬੀਰ ਸਿੰਘ ਬਾਦਲ ਨੇ ਚੱਪੜਚਿੜੀ ਦੇ ਵਿੱਚ ਸਹੁੰ ਚੁੱਕੀ ਸੀ, ਸਭ ਤੋਂ ਪਹਿਲਾਂ ਪੈਰੀਂ ਹੱਥ ਲਾਇਆ ਸੀ ਇਸੇ ਭੇਵੇ ਵਾਲੇ ਦੇ, ਤੇ ਜਿਹਨੂੰ ਇੱਥੋਂ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਸੀ। ਸਰਦਾਰ ਅਮਰਜੀਤ ਸਿੰਘ ਜੀ, ਤੁਸੀਂ ਇੱਥੇ ਹੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਰਦਾਰ ਕੁਲਦੀਪ ਸਿੰਘ ਜੀ, ਤੁਹਾਨੂੰ ਇਸ ਵੀਰ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਦੇਖੋ ਗੱਲ ਇਹ ਵੀ ਤੁਸੀਂ ਵੀ ਕਹਿਤਾ, ਸ਼ਾਰਟਕਟ ਹੀ ਮੈਂ ਕਹਾਂਗਾ ਵੀ ਇਹਨਾਂ ਲੋਕਾਂ ਦੇ ਜਿਹੜੀਆਂ ਰੂਟਸ ਹੁੰਦੀਆਂ ਬੜੀਆਂ ਲੰਮੀਆਂ ਹੁੰਦੀਆਂ, ਫਿਰ ਇਹਨਾਂ ਕੋਲ ਧਨ ਬਹੁਤ ਹੁੰਦਾ। ਮੈਂ ਇਸ ਵੀਰ ਨੂੰ ਇੱਕ ਤੇ ਗੱਲ ਇਹ ਕਹਾਂਗਾ ਵੀ ਆਪਣਾ ਖਿਆਲ ਰੱਖਣ ਇਸ ਚੀਜ਼ ਤੋਂ, ਤੇ ਦੂਸਰਾ ਮੈਂ ਇਹ ਕਹਾਂਗਾ ਵੀ ਜਿਹੜੇ ਚੰਗੇ ਲੋਕ ਨੇ, ਜਿਹੜੇ ਸਾਧ ਚੰਗੇ ਨੇ, ਉਹਨਾਂ ਵੀਰਾਂ ਨੂੰ, ਉਹਨਾਂ ਲੋਕਾਂ ਨੂੰ ਵੀ ਇਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ ਵਾ, ਕਿਉਂਕਿ ਉਹਨਾਂ ਦੀ ਵੀ ਜਿਹੜੀ ਬਦਨਾਮੀ ਹੁੰਦੀ ਆ ਉਹ ਨਾ ਹੋਵੇ। ਕਿਉਂਕਿ ਉਹ ਲੋਕ ਜੇ ਇਹ ਵੀਰ ਨਾਲ ਖੜਨਗੇ ਤੇ ਉਹ ਵੀ ਇਹਨਾਂ ਗੱਲਾਂ ਤੋਂ ਬਚਣਗੇ। ਇਹੋ ਜਿਹੇ ਲੋਕ ਬਹੁਤ ਸਾਰੇ ਨੇ। ਸੋ ਇਸ ਵੀਰ ਦਾ ਵੀ ਮੈਂ ਧੰਨਵਾਦ ਕਰਦਾ ਵੀ ਇੱਕ ਤੇ ਡਰਨਾ ਤੇ ਇੱਕ ਆਪਣਾ ਧਿਆਨ ਰੱਖਣਾ, ਕਿਉਂਕਿ ਇਹਨਾਂ ਕੋਲੇ ਪੈਸਾ ਤੇ ਲੋਕ ਹੋਣ ਕਰਕੇ ਇਹਨਾਂ ਦੇ ਪਿੱਛੇ ਲੱਗਣਗੇ। ਸੋ ਧਿਆਨ ਰੱਖਣਾ ਤੇ ਇਹਨਾਂ ਚੀਜ਼ਾਂ ਤੋਂ ਬਚਾਅ ਰੱਖਣਾ ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਸਰਦਾਰ ਹਰਮਨਜੀਤ ਸਿੰਘ ਜੀ, ਬਕਾਇਦਾ ਤੁਹਾਨੂੰ ਇਸ ਗੱਲ ਦੀ ਚਿੰਤਾ, ਤੁਹਾਨੂੰ ਡਰ ਵੀ ਹੈਗਾ ਕਿ ਤੁਹਾਡੇ ਤੇ ਕੁਝ ਵੀ ਕਰਵਾ ਸਕਦੇ ਆ? ਹਾਂਜੀ, ਮੇਰੇ ਤੇ ਜੀ ਇੱਕ ਵਾਰੀ ਅਟੈਕ ਹੋਇਆ ਤੇ ਚਲੋ ਮੈਂ ਬਚ ਗਿਆ, ਉਹਦੇ ਚ ਕੋਈ ਮੇਰਾ ਗੱਡੀ ਦਾ ਮੇਰੇ ਨੁਕਸਾਨ ਹੋਇਆ, ਮੇਰਾ ਕੋਈ ਨੁਕਸਾਨ ਨਹੀਂ ਹੋਇਆ ਜੀ। ਕਿ ਚਲੋ ਜੋ ਗੁਰੂ ਸਾਹਿਬ ਨੇ ਕਰਨਾ ਉਹ ਕਰਨਾ ਹੀ ਹੈ, ਕੋਸ਼ਿਸ਼ ਕਰੀਦੀ ਆ ਬਚਾਅ ਰੱਖਣ ਦੀ। ਬਾਕੀ ਹੁਣ ਇਹ ਵੱਡੇ ਲੋਕ ਨੇ, ਹੁਣ ਮੈਂ ਕਿੰਨਾ ਕੁ ਬਚਾਅ ਰੱਖ ਲਾਂਗਾ। ਹੁਣ ਮੈਂ ਘਰੋਂ ਤੇ ਨਿਕਲਣਾ ਹੀ ਆ, ਆਪਣਾ ਕੰਮ ਕਾਜ ਤੇ ਕਰਨਾ ਹੀ ਆ, ਕਰਵਾ ਕੁਛ ਵੀ ਸਕਦੇ ਜੀ। ਔਰ ਮੈਨੂੰ ਬਹੁਤ ਵਾਰ ਕਾਲਾਂ ਆ ਚੁੱਕੀਆਂ ਜੀ ਜੀ। ਹਾਂਜੀ, ਅੱਛਾ, ਕਾਲਾਂ ਕਾਫੀ ਆ ਚੁੱਕੀਆਂ ਤੁਹਾਨੂੰ? ਕਿਹਦੀਆਂ? ਹਾਂਜੀ ਹਾਂਜੀ, ਮੈਂ ਪੁਲਿਸ ਕੰਪਲੇਨਾਂ ਕਰਾਈਆਂ ਜੀ। ਇਹਨਾਂ ਵੱਲੋਂ, ਗੈਂਗਸਟਰਾਂ ਵੱਲੋਂ ਧਮਕੀਆਂ ਆ ਚੁੱਕੀਆਂ ਮੈਨੂੰ। 4-5 ਮਹੀਨੇ ਪਹਿਲਾਂ ਹੁਸ਼ਿਆਰਪੁਰ ਜੇਲ੍ਹ ਚੋਂ ਮੈਨੂੰ ਫੋਨ ਆਏ ਆ। ਫਿਰ ਮੈਂ ਉਹ ਸਾਰੀ, ਪੁਲਿਸ ਨੇ ਅਜੇ ਤੱਕ ਇਨਵੈਸਟੀਗੇਟ ਹੀ ਕਰ ਰਹੀ, ਉਹਦੀ ਕੋਈ ਕਾਰਵਾਈ ਨਹੀਂ ਕੀਤੀ। ਮੈਂ ਆਪਣੇ ਐਸਐਸਪੀ ਸਾਹਿਬ ਨੂੰ ਉਹਦੀ ਕੰਪਲੇਂਟ ਕੀਤੀ ਹੈ, ਕੰਨਵਾਲ ਥਾਣੇ 'ਚ ਵੀ ਕੀਤੀ ਹੈ। ਨੰਬਰ, ਬਕਾਇਦਾ ਨੰਬਰ ਦਿੱਤੇ ਆ, ਸਾਰਾ ਕੁਝ ਦਿੱਤਾ। ਨਾਰਮਲ ਕਾਲਾਂ, ਕੋਈ WhatsApp ਕਾਲ ਵੀ ਨਹੀਂ ਹੈ। ਵਾਹ, ਅੱਛਾ, ਜੇਲ੍ਹ ਦੇ ਵਿੱਚੋਂ ਕਾਲਾਂ ਆਈਆਂ? ਹਾਂਜੀ, ਜੇਲ੍ਹ ਚੋਂ ਕਾਲਾਂ ਆਈਆਂ ਜੀ। ਜਗਮੇਲ ਸਿੰਘ ਖਾਲਸਾ ਜੀ, ਖਾਲਸਾ ਜੀ ਇੱਥੇ ਹੋ? मेरी आवाज आ रही है? बिल्कुल आ रही है गुरु प्यारे। मैं एक कोई गल कहन लगा कि सरदार कुलदीप सिंह, ਇਹ ਜਿਹੜਾ ਕਾਰਜ ਤੁਸੀਂ ਰੰਭਦੇ ਰਹੇ ਹੋ ਤੇ ਰੰਭਿਆ ਹੈ,
ਇਹਦਾ ਇਨਾਮ ਨਾ ਤਾਂ ਡਾਲਰਾਂ 'ਚ ਤੇ ਨਾ ਹੀ ਪਾਉਂਡਾਂ 'ਚ ਪੂਰਾ ਕੀਤਾ ਜਾ ਸਕਦਾ ਹੈ। ਪਰ ਤੁਸੀਂ ਸਾਡੇ ਦਿਲਾਂ 'ਚ ਵੱਸਦੇ ਹੋ, ਤੁਸੀਂ ਹੱਕ ਸੱਚ ਦੀ ਖਾਤਰ ਖੜਦੇ ਹੋ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਥਾਪੜਾ ਤੁਹਾਡੀ ਪਿੱਠ ਤੇ ਹੈ। ਤੇ ਇਹ ਜਿਹੜੇ ਸਿੰਘ ਨੇ ਐਡਾ ਹਿਆ ਕੀਤਾ ਹੈ, ਔਰ ਉਹ ਸਰੂਪਾ ਜਿਹੜਾ ਕੋਈ ਹੈ ਜਿਹਦਾ ਸਿੰਘ ਨਾਂ ਰਖਾਈ ਬੈਠਾ ਹੈ, ਤੇ ਬਾਦਲਾਂ ਨੇ ਵੀ ਧਰਮ ਦੇ ਨਾਂ ਤੇ ਹੀ ਬਹੁਤ ਕੁਛ ਇਕੱਠਾ ਕੀਤਾ ਹੈ, ਔਰ ਜੋ ਕੁਝ ਧੋਖਾ ਕੀਤਾ ਉਹਦਾ ਰਿਜ਼ਲਟ ਉਹਨਾਂ ਨੂੰ ਮਿਲ ਗਿਆ ਹੈ, ਔਰ ਗਾਂ ਨੂੰ ਮਿਲਦਾ ਵੀ ਰਹੂਗਾ। ਤੇ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਕਿ ਪੰਜਾਬ ਪੁਲਿਸ ਦੇ ਵਿੱਚ ਇਮਾਨਦਾਰ ਤੋਂ ਇਮਾਨਦਾਰ ਇੱਕ ਕਨਸਟੇਬਲ ਤੋਂ ਲੈ ਕੇ IG ਤੱਕ ਵਰਦੀ ਦੇ ਵਿੱਚ ਮਲਬੂਸ ਨੇ, ਔਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਉਹ ਇਨਸਾਫ ਤੇ ਪਹਿਰਾ ਦਿੰਦੇ ਨੇ, ਆਪਣਾ ਉਹ ਇਨਸਾਫ ਕਰਦੇ ਨੇ। ਤੇ ਇਸੇ ਤਰ੍ਹਾਂ ਜਿਹੜੇ ਰਿਟਾਇਰਡ ਜੱਜ ਸਾਹਿਬ ਨੇ ਸਾਡੇ, ਉਹਨਾਂ ਦਾ ਇੱਕ ਬੋਰਡ ਬਣਾ ਦੇਣਾ ਚਾਹੀਦਾ ਹੈ, ਔਰ ਪੁਲਿਸ ਦੀ ਵੀ ਇੱਕ ਟੀਮ ਬਣਾ ਦੇਣੀ ਚਾਹੀਦੀ ਹੈ। ਜਿਹੜੇ ਲੋਕ ਝੂਠੇ ਮੁਕੱਦਮੇ ਬਣਵਾਉਂਦੇ ਨੇ, ਜਿਹੜੇ ਇਸ ਤਰ੍ਹਾਂ ਦੀ ਗੋਲੀਆਂ ਚਲਵਾਉਂਦੇ ਨੇ, ਜਿਹੜੇ ਇਸ ਤਰ੍ਹਾਂ ਦਾ ਧਨ ਕਮਾ ਕੇ ਲੋਕਾਂ ਨੂੰ ਪੁੱਠੇ ਰਾਹ ਲਾ ਕੇ ਤੁਹਾਨੂੰ ਇੱਥੇ ਮੁਲਕ 'ਚ ਭੇਜ ਦਿਆਂਗੇ, ਇੱਥੇ ਭੇਜ ਦਿਆਂਗੇ ਤੇ ਇੱਥੇ ਭੇਜ ਦਿਆਂਗੇ, ਇਹ ਸਾਰੀ ਪੜਤਾਲ ਹੋ ਕੇ ਜਿਹੜੀ ਮੌਜੂਦਾ ਗਵਰਨਮੈਂਟ ਹੈ ਭਗਵੰਤ ਮਾਨ ਵਾਲੀ, ਮੈਂ ਸਮਝਦਾ ਦੂਜਿਆਂ ਨਾਲ ਇਮਾਨਦਾਰ ਹੈ। ਤੇ ਉਹਦੇ ਤੇ ਭਾਵੇਂ ਕਬਜ਼ਾ ਜਿਹੜਾ ਕੇਜਰੀਵਾਲ ਦਾ ਵਿਸ਼ਵਾਸ ਕਰਨਾ ਬਹੁਤ ਔਖਾ ਹੈ। ਉਹ RSS ਦਾ ਬੰਦਾ ਹੈ, ਸਾਰਿਆਂ ਨੂੰ ਪਤਾ ਹੈ। ਪਰ ਜਿਹੜੇ ਸਾਡੇ ਮੰਤਰੀ ਨੇ ਜਿਨ੍ਹਾਂ ਨੂੰ ਜਿਤਾ ਕੇ ਭੇਜਿਆ, ਸਾਡੇ MLA ਸਾਹਿਬਾਨ, ਸਾਡੇ ਸਰਕਾਰਯੋਗ ਜਿਹੜੇ ਸਪੀਕਰ ਸਾਹਿਬ ਹੈ, ਉਹ ਬੜਾ ਕੁਛ ਕੱਢਣਗੇ। ਤੇ ਇਹ ਜਿਹੜੇ ਇਹ ਸਾਰਿਆਂ ਦਾ ਟੋਲਾ, ਇਹਨਾਂ ਦਾ ਇੱਕ ਵਾਰੀ ਜੁੱਲੀ ਤਪੀ ਚਕਾ ਦਿਓ ਨਾ, ਤੇ ਇਹਦੇ ਵਿੱਚ ਕਈ ਸਹੀ ਸੰਤ ਵੀ ਨੇ ਜਿਹੜੇ ਗੁਰੂ ਨਾਨਕ ਦੇ ਘਰ ਨਾਲ ਜੋੜਦੇ ਨੇ। ਤੇ ਮੈਂ ਇੱਕ ਗੱਲ ਕਹਿਣਾ ਕਿ ਉਹਨਾਂ ਦੇ ਨਾਲ ਸੰਗਤ ਨੂੰ ਖੜਨਾ ਚਾਹੀਦਾ, ਔਰ ਸਾਰਿਆਂ ਨੂੰ ਪਤਾ ਕਿ ਬਾਦਲਾਂ ਨੇ ਅਕਾਲ ਤਖਤ ਦੇ ਜਥੇਦਾਰ ਕੋਲੋਂ ਸਰਸੇ ਵਾਲੇ ਨੂੰ ਕਿਵੇਂ ਮਾਫ ਕਰਵਾਇਆ ਤੇ ਕਿੰਨੇ ਪੈਸੇ ਖਰਚੇ, ਉਦੋਂ ਬਾਅਦ ਉਹਦਾ ਢੰਡੋਰਾ ਪਿੱਟਿਆ, ਔਰ ਜੋ ਕੁਛ ਉਹ ਤਾਂ ਹੁਣ ਕਹਿਣ ਦੀਆਂ ਗੱਲਾਂ ਤਾਂ ਬਹੁਤ ਨੇ। ਮੈਂ ਕਾਲ ਆਪਦਾ ਲੰਬਾ ਨਹੀਂ ਲੈ ਜਾਣਾ ਚਾਹੁੰਦਾ, ਕਿਉਂਕਿ ਮੈਂ ਗੱਲ ਕਹਿਣੀ ਚਾਹੁੰਦਾ ਕਿ ਅਪਰਾਧੀ ਲੋਕ ਜਿਹੜੇ ਆ, ਇਹਨਾਂ ਨੂੰ ਅੱਜ ਵੀ ਪੁਲਿਸ ਅਫਸਰ ਦੇ ਇਹੋ ਜਿਹੇ ਹੈਗੇ ਨੇ ਜਿਹੜੇ ਪਰਵਾਹ ਨਹੀਂ ਕਰਨ ਵਾਲੇ, ਜਿਹੜੇ ਆਪਣੇ ਸੀਨੀਅਰ ਦੀ ਪਰਵਾਹ ਨਹੀਂ ਕਰਨ ਵਾਲੇ, ਲੇਕਿਨ ਉਹ ਆਪਣੀ ਇਮਾਨਦਾਰੀ ਤੇ ਕਾਇਮ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਮਨਜੀਤ ਸਿੰਘ ਜੀ, ਅੱਜ ਕੱਲ ਨਵੀਂ ਸਰਕਾਰ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਭਗਵੰਤ ਸਿੰਘ ਮਾਨ ਮਾੜਾ ਮੋਟਾ ਕੁਝ ਕਰ ਰਹੇ ਨੇ। ਉਹ ਜਿਹੜੀ ਲਾਈਨ ਵਗੈਰਾ ਵੀ ਜਿਹੜੀ ਉਹਨਾਂ ਨੇ ਬਣਾਈ ਉਹ ਤਾਂ ਰਿਸ਼ਵਤ ਦੀ ਹੈ, ਖੈਰ ਕਿਸੇ ਹੋਰ ਤਰੀਕੇ ਨਾਲ ਅਪਰੋਚ ਉਹਨਾਂ ਤੱਕ ਕਰੋ, ਉਹਨਾਂ ਨੂੰ ਚਿੱਠੀ ਲਿਖੋ ਆਪਣੇ ਵੱਲੋਂ ਪਰਸਨਲੀ ਵੀ ਇਸ ਤਰ੍ਹਾਂ ਤੁਸੀਂ ਲੁੱਟੇ ਜਾ ਰਹੇ ਹੋ, ਹੋਰ ਲੋਕ ਵੀ ਲੁੱਟੇ ਜਾ ਰਹੇ ਨੇ, ਸ਼ਾਇਦ ਕੋਈ ਐਕਸ਼ਨ ਹੋ ਜਾਵੇ। ਜਿਹੜੀ ਦੇਖੋ ਜਦੋਂ ਦੀ ਸਰਕਾਰ ਬਦਲੀ ਹੈ ਨਾ, ਫਰਕ ਸਿਰਫ ਇੰਨਾ ਕੁ ਪਿਆ ਕਿ ਉਹਦੇ ਤੋਂ ਬਾਅਦ ਇਹਨੇ ਜਿਹੜੀਆਂ ਮੇਰੇ ਤੇ ਪਰਚੇ ਕਰਾਏ ਆ, ਕੋਸ਼ਿਸ਼ ਕੀਤੀ ਆ, ਉਹਦੇ ਚ ਪੁਲਿਸ ਵੱਲੋਂ ਮੈਨੂੰ ਇੰਨਾ ਪਰੇਸ਼ਾਨ ਨਹੀਂ ਕੀਤਾ ਗਿਆ। ਜਦੋਂ ਪਹਿਲਾਂ ਕਾਂਗਰਸ ਦੀ ਸਰਕਾਰ ਹੀ ਮੇਰੇ ਘਰ 'ਚ ਪੁਲਿਸ ਪਈ, ਉਹਨਾਂ ਨੇ ਪਹਿਲਾਂ ਮੇਰੀ ਮਾਤਾ ਨੂੰ ਖੜਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਘਰ 'ਚ ਕੋਈ ਨਹੀਂ ਹੈਗਾ, ਮੇਰੀ ਮਾਤਾ ਹੀ ਇਕੱਲੀ, ਠੀਕ ਹੈ। ਚਲੋ ਮਾਤਾ ਨੂੰ ਨਹੀਂ ਖੜ ਪਾਏ, ਬਾਅਦ 'ਚ ਮੇਰੇ ਭਰਾ ਨੂੰ ਉਹਦੇ ਆਫਿਸ 'ਚ ਚੁੱਕ ਕੇ ਲਿਆਏ, ਠੀਕ ਹੈ ਜੀ। ਆਫਿਸ 'ਚ ਚੁੱਕ ਕੇ ਲਿਆ ਕੇ ਉਹਦੇ ਤੇ ਪ੍ਰੈਸ਼ਰ ਬਣਾਇਆ, ਉਹਨੂੰ ਕਹਿੰਦੇ ਕਿ ਤੂੰ ਉਹਨੂੰ ਫੋਨ ਕਰ ਆਪਣੇ ਭਰਾ ਨੂੰ, ਉਹਨੂੰ ਉਹਦੇ ਕੋਲ ਵੀਡੀਓ ਡਿਲੀਟ ਕਰਾ, ਨਹੀਂ ਤੇ ਤੇਰੇ ਤੇ ਸਮੈਕ ਦਾ ਪਰਚਾ ਪਾ ਦੇਣਾ, ਠੀਕ ਹੈ ਜੀ। ਉਹਨੂੰ ਬੜਾ ਪਰੇਸ਼ਾਨ ਕੀਤਾ ਗਿਆ। ਜਦੋਂ ਉਹਨੂੰ ਸਾਨੂੰ ਪਤਾ ਲੱਗਿਆ, ਅਸੀਂ ਥਾਣੇ ਪਹੁੰਚੇ ਤੇ ਫਿਰ ਕਹਿੰਦੇ ਕਿ ਨਹੀਂ, ਆਪਾਂ ਬੰਦਾ ਤੇ ਕੋਈ ਹੋਰ ਚੁੱਕਣਾ ਸੀ, ਗਲਤੀ ਨਾਲ ਤੁਹਾਡਾ ਬੰਦਾ ਚੁੱਕਿਆ ਗਿਆ। ਇਹੋ ਜਿਹੇ ਡਰਾਮੇ ਕੀਤੇ ਗਏ, ਬੜੇ ਬਹੁਤ ਕੁਛ ਕੀਤਾ ਇਹਨਾਂ ਨੇ ਕਾਂਗਰਸ ਦੀ ਸਰਕਾਰ ਵੇਲੇ। ਫਿਲਹਾਲ ਕੋਈ ਏਦਾਂ ਦਾ ਕੋਈ ਤਸ਼ੱਦਦ ਉਦੋਂ ਦਾ ਨਹੀਂ ਹੋਇਆ ਜਦੋਂ ਦੀ ਸਰਕਾਰ ਬਦਲੀ ਹੈ। ਅੱਗੇ ਦਾ ਮੈਂ ਕੁਝ ਕਹਿ ਨਹੀਂ ਸਕਦਾ ਜੀ। ਹੋਲਡ ਕਰਿਓ ਜੀ, ਤੁਹਾਡੇ ਨਾਲ ਗੱਲਬਾਤ ਦੀ ਲਾਸਟ ਬ੍ਰੇਕ ਲੈ ਲਵਾਂ। ਬ੍ਰੇਕ ਤੋਂ ਬਾਅਦ ਕਸ਼ਮੀਰ ਸਿੰਘ ਪਰਮਜੀਤ ਸਿੰਘ ਸਿੱਧੂ ਡਾਕਟਰ ਸਾਹਿਬ ਤੇ ਸਦਾ ਕਸ਼ਮੀਰ ਸਿੰਘ ਜੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਹੋਲਡ ਕਰਕੇ ਰੱਖਿਓ, ਸਿਰਫ ਇੱਕ ਕਾਲ ਮੈਂ ਹੋਰ ਲੈ ਸਕਦਾ, ਇਸ ਤੋਂ ਬਾਅਦ ਕਾਲ ਨਹੀਂ। ਹੋਲਡ ਕਰੋ ਜੀ। ਠੀਕ ਹੈ AM 1550 News Talk Radio. Hello? Okay,
ਆਏ ਆ? ਉਹ ਯਾਰ ਪੌਲ ਨਰਵਾਲ ਤੇ ਪੈਟਿਕ ਨੇ ਬਹੁਤ ਵੱਡਾ ਫਰਨੀਚਰ ਲਿਕੁਇਡੇਸ਼ਨ ਖੋਲਿਆ ਆ, ਉੱਥੇ ਆਏ ਆ। ਬਹੁਤ ਵੱਡੀ ਸੇਲ ਲਗਾਈ ਆ, ਬਹੁਤ ਵੱਡੀ ਸਿਲੈਕਸ਼ਨ, ਸੋਫਾ ਸੈੱਟ, ਮੈਟਰਸ, ਬਾਕਸ ਬੈੱਡ ਤੇ ਹੋਰ ਵੀ ਬੜਾ ਕੁਝ। ਤੁਹਾਨੂੰ ਵੀ ਦੱਸ ਦੇ ਪਤਾ। 128 ਤੇ 77 ਜਮਾ ਹੀ ਸਬਵੇ ਦੇ ਆਪੋਜ਼ਿਟ ਸਾਈਡ ਤੇ। For best deals on furniture, visit Furniture Liquidation. Phone 604-503-4457 या 236-868-1628। ਜ਼ਿੰਦਗੀ ਵਿੱਚ ਸਵਾਦ ਹੁੰਦਾ ਹੈ ਦੰਦਾਂ ਦੇ ਨਾਲ, ਤੇ ਦੰਦਾਂ ਦੀ ਤਕਲੀਫ ਜ਼ਿੰਦਗੀ ਨੂੰ ਬੇਸਵਾਦਾ ਕਰ ਦਿੰਦੀ ਹੈ। ਇਸ ਲਈ ਦੰਦਾਂ ਨਾਲ ਜੁੜੀ ਹਰ ਤਰ੍ਹਾਂ ਦੀ ਪਰੇਸ਼ਾਨੀ ਨੂੰ ਦੂਰ ਕਰਨ ਵਾਸਤੇ ਪਹੁੰਚੋ ਮਿਊਜ਼ ਡੈਂਟਲ ਕਲੀਨਿਕ, ਯੂਨਿਟ 3, 9015 120th ਸਟਰੀਟ, ਡੈਲਟਾ, ਜਿੱਥੇ ਡਾਕਟਰ ਬਨੀਤਾ ਮਾਨ ਅਤੇ ਡਾਕਟਰ ਜਸਦੀਪ ਖੇਲਾ ਤੁਹਾਡੇ ਚਿਹਰੇ ਤੋਂ ਗਾਇਬ ਹੋਈ ਮੁਸਕਾਨ ਵਾਪਸ ਲੈ ਆਉਣਗੇ। ਕਨਵੀਨੀਅੰਟ ਆਨਲਾਈਨ ਬੁਕਿੰਗ, ਪੂਰੀ ਤਰ੍ਹਾਂ ਡਿਜੀਟਲ। ਇਹਨਾਂ ਕੋਲੋਂ ਇਨਵਿਸਾਲਾਈਨ, ਰਿਸਟੋਰੇਟਿਵ ਹਾਈਜੀਨ ਅਤੇ ਇਨ ਆਫਿਸ ਵਾਈਟਨਿੰਗ ਸੇਵਾਵਾਂ ਉਪਲਬਧ ਹਨ। ਸਾਰੇ ਹੀ ਨਵੇਂ ਪੇਸ਼ੈਂਟਸ ਦਾ ਇੱਕ ਡਿਜੀਟਲ ਇੰਟਰਾਓਰਲ ਸਕੈਨ ਮੁਫਤ ਕੀਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ 604 954 1223 ਤੇ ਫੋਨ ਕਰੋ ਜਾਂ musedental.ca ਤੇ ਜਾਓ। ਮਾਰਗੇਜ ਦੀ ਦੁਨੀਆ ਵਿੱਚ ਇੱਕ ਮੰਨਿਆ ਪ੍ਰਮੰਨਿਆ ਨਾਮ ਹੈ ਗੁਰਿੰਦਰ ਸਿੰਘ ਟੂਰ, ਜਿਨ੍ਹਾਂ ਨੂੰ ਇਸ ਖੇਤਰ ਵਿੱਚ ਬਹੁਤ ਲੰਮਾ ਤਜਰਬਾ ਹੈ ਅਤੇ ਹਰ ਪੇਚੀਦਾ ਮਾਰਗੇਜ ਦਾ ਹੱਲ ਬਾਖੂਬੀ ਜਾਣਦੇ ਹਨ। ਰੈਜ਼ੀਡੈਂਸ਼ੀਅਲ ਮਾਰਗੇਜ ਦੇ ਨਾਲ-ਨਾਲ ਇਹਨਾਂ ਨੂੰ ਕਮਰਸ਼ੀਅਲ ਮਾਰਗੇਜ ਦੀ ਖਾਸ ਮੁਹਾਰਤ ਹੈ। ਜਾਂ ਫਿਰ ਤੁਹਾਨੂੰ ਪ੍ਰਾਈਵੇਟ ਮਾਰਗੇਜ ਚਾਹੀਦੀ ਹੈ ਤਾਂ ਤੁਹਾਨੂੰ ਕੁਝ ਘੰਟਿਆਂ ਵਿੱਚ ਹੀ ਅਪਰੂਵਲ ਦਿੱਤੀ ਜਾ ਸਕਦੀ ਹੈ। ਵਧੇਰੇ ਜਾਣਕਾਰੀ ਲਈ ਇਹਨਾਂ ਨੂੰ ਯਾਰਕ ਸੈਂਟਰ ਸਰੀ ਵਿੱਚ ਆ ਕੇ ਮਿਲੋ ਜਾਂ ਫੋਨ ਕਰੋ 6044172700 604 417 2700। ਅਲਫਾ ਮਾਰਗੇਜ ਦੇ ਗੁਰਿੰਦਰ ਸਿੰਘ ਟੂਰ। ਫੈਮਿਲੀ ਕੇਅਰ ਫਾਰਮੇਸੀ ਪੂਰੇ BC ਵਿੱਚ ਹੋਮਿਓਪੈਥਿਕ ਪ੍ਰੋਡਕਟਸ ਵਿੱਚ ਨੰਬਰ 1। ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨਸ, ਸਪਲੀਮੈਂਟਸ, ਹਰਬਲ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ। ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ ਤੇ ਆਸਟਮੀ ਪ੍ਰੋਡਕਟਸ ਵੀ ਲੈ ਸਕਦੇ ਹੋ। ਹੁਣ ਮੋਬਿਲਿਟੀ ਏਡਸ ਰੈਂਟ ਜਾਂ ਬਾਈ ਵੀ ਕਰ ਸਕਦੇ ਹੋ। ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ। ਪਹੁੰਚੋ 1539 ਜੌਨਸਟਨ ਰੋਡ, ਵਾਈਟ ਰੌਕ। ਕਾਲ ਕਿਰਨ at 604-581-1900. At the Monitoring Center, you don't need new equipment to be protected. TMC excels in converting your existing alarm system while saving you money. Our rates can't be beat, and our service is second to none. Call the Monitoring Center today. Let us show you how we can save you money. Think security? Think the Monitoring Center. Why? Because we care. 1-866-247 for $9.99. 1-866-247 for $9.99. ਨੋ ਟੈਂਟ ਐਂਡ ਅਪਲਾਈਐਂਸਸ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਪਾਰਟੀ ਵਾਸਤੇ ਛੋਟੇ ਵੱਡੇ ਟੈਂਟ ਕਿਰਾਏ ਤੇ ਲੈ ਸਕਦੇ ਹੋ। ਨਾਲ ਹੀ ਹਰ ਤਰ੍ਹਾਂ ਦੇ ਅਪਲਾਈਐਂਸਸ ਬਹੁਤ ਹੀ ਵਧੀਆ ਕੀਮਤਾਂ ਤੇ ਹੁਣ ਇਹਨਾਂ ਕੋਲ ਉਪਲਬਧ ਹਨ। ਆਪਣੇ ਘਰ ਵਿੱਚ ਹਰ ਫੰਕਸ਼ਨ ਮੌਕੇ ਯਾਦ ਰੱਖੋ ਨੂਰ ਟੈਂਟ ਵਾਲਿਆਂ ਨੂੰ। ਰੈਸਟੋਰੈਂਟਸ ਅਤੇ ਪੈਟੀਓਜ਼ ਲਈ ਖਾਸ ਡਿਸਕਾਊਂਟ। ਪਤਾ 32220 ਸਾਊਥ ਫਰੇਜ਼ਰ ਵੇ, ਐਬਸਫੋਰਡ। ਫੋਨ 6045569535 ਜਾਂ 6047121515। ਨੂਰ ਟੈਂਟ ਐਂਡ ਪਾਰਟੀ ਰੈਂਟਲਸ। ਜਿਹੜੇ 3 ਕਾਲਰ ਨੇ, ਮੈਂ ਇਸ ਤੋਂ ਵੱਧ ਕਾਲਰ ਨਹੀਂ ਲਿਆ ਸਕਦਾ। ਮੇਰੀ ਬੇਨਤੀ ਹੈ, ਮੈਨੂੰ ਕੁਝ ਕੁ ਸੁਨੇਹੇ ਆਏ ਨੇ ਕਿ 100% ਵੀ ਜੀ ਸੱਚ ਬੋਲ ਰਹੇ ਨੇ। ਮੇਰਾ ਪਿੰਡ ਕਹਿੰਦੇ ਟਾਂਡੇ ਉੜਮੁੜ ਦੇ ਵਿੱਚ ਪਿੰਡ ਮੂਨਕਾ ਹੈ, ਉਹਦੇ ਵਿੱਚ ਵੀ ਇਸ ਨੇ ਕਬਜ਼ਾ ਕੀਤਾ ਹੋਇਆ। ਅਗਲੇ ਕਾਲਰ ਨਾਲ ਗੱਲਬਾਤ ਕਰੀਏ, ਸੰਖੇਪ ਰੱਖਿਓ ਤਾਂ ਜੋ ਅਗਲੇ ਮਹਿਮਾਨ ਨੇ ਜਿਹੜੇ ਉਹ ਲਾਈਨ ਅਪ ਕੀਤੇ ਹੋਏ ਨੇ। ਤੇ ਮੈਂ ਇੱਕ ਵਾਰੀ ਫੇਰ ਬੇਨਤੀ ਕਰਾਂ, ਜੇਕਰ ਸੋ ਕਾਲਡ ਸੰਤ ਸਰੂਪ ਸਿੰਘ ਸੁਣਦੇ ਨੇ, ਉਹਨਾਂ ਦਾ ਬੇਟਾ ਸੁਣਦੇ ਹੈ, ਜਿਹੜੇ ਦੋਸ਼ ਤੁਹਾਡੇ ਤੇ ਹਰਮਨਜੀਤ ਸਿੰਘ ਨੇ ਲਾਏ ਨੇ ਜੇ ਗਲਤ ਨੇ ਤੇ ਜ਼ਰੂਰ ਤੁਸੀਂ ਆਪਣਾ ਪੱਖ ਹੁਣ ਜਾਂ ਬਾਅਦ ਦੇ ਵਿੱਚ 18442471550 ਤੇ ਆਪਣਾ ਨੰਬਰ ਛੱਡ ਦਿਓ। ਮੈਂ ਤੁਹਾਡੇ ਨਾਲ ਅਲੱਗ ਟਾਕ ਸ਼ੋ ਵੀ ਕਰ ਸਕਦਾ, ਕਿਉਂਕਿ ਮੰਚ ਸਾਂਝਾ ਹੈ। ਹੋ ਸਕਦਾ ਹੈ ਕਿ ਹਰਮਨਜੀਤ ਸਿੰਘ ਨੂੰ ਕਿਸੇ ਨੇ ਮਹਾਂਪੁਰਸ਼ਾਂ ਨੂੰ ਬਦਨਾਮ ਕਰਨ ਲਈ ਇਹ ਗੱਲ ਉਹਨੂੰ ਪੈਸੇ ਵਾਧੂ ਦਿੱਤੇ ਹੋਣ ਕਿ ਤੂੰ ਬਦਨਾਮ ਕਰਨਾ। ਸੋ ਤੁਸੀਂ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਆ ਕੇ ਸ਼ਾਮਲ ਹੋ ਸਕਦੇ ਹੋ। ਪਰ ਮੇਰੇ ਕੋਲ ਸਾਰੀਆਂ ਪੁਲਿਸ ਰਿਪੋਰਟ ਦੀਆਂ ਕਾਪੀਆਂ, ਵਾਰੰਟ ਤੇ ਸਮਨ ਮੇਰੇ ਕੋਲ ਨੇ, ਜਿਹਦੇ ਕਰਕੇ ਮੈਂ ਕਾਲ ਇਹ ਪ੍ਰੋਗਰਾਮ ਦੇ ਵਿੱਚ ਸਰਦਾਰ ਹਰਮਨਜੀਤ ਸਿੰਘ ਉਹਨਾਂ ਲਿਆ। ਸਾਰੀ ਇਨਕੁਆਇਰੀ ਕਰਨ ਤੋਂ ਬਾਅਦ, ਡਾਕੂਮੈਂਟ ਆਉਣ ਤੋਂ ਬਾਅਦ ਹੀ ਗੱਲਬਾਤ ਸ਼ੁਰੂ ਕੀਤੀ ਹੈ। ਡਾਕਟਰ ਪਰਮਜੀਤ ਸਿੰਘ ਜੀ, ਇਹ ਤੇ ਸਵਾਗਤ ਹੈ ਤੁਹਾਡਾ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਤੇ
ਇਹਨਾਂ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਜੀ। ਸ਼੍ਰੀ ਅਕਾਲ ਜੀ। ਹਾਂਜੀ, ਇਹਨਾਂ ਮੈਨੂੰ ਹੁਣੇ ਫੋਨ ਆਇਆ ਐਡਮਿੰਟਨ ਤੋਂ, ਸਾਡੇ ਇੱਕ ਹੈਗੇ ਚੜ੍ਹਦੀ ਕਲਾ ਵਾਲੇ ਸਿੰਘ, ਤੇ ਉਹ ਉੱਥੇ ਵੀ ਉਹ ਸੀਗੇ ਸੇਵਾਦਾਰ ਸੀ ਗੁਰਦੁਆਰਾ ਸਾਹਿਬ ਦੇ ਸੁਧਾਰ, ਉਹ ਸੁਣ ਵੀ ਰਹੇ ਨੇ। ਉਹ ਕਹਿੰਦੇ ਵੀ ਬਿਲਕੁਲ ਸੱਚੀ ਗੱਲ ਹੈ, ਅੱਜ ਤੋਂ 25 ਸਾਲ ਪਹਿਲਾਂ ਵੀ ਬੰਦਾ ਇਹੋ ਜਿਹਾ ਸੀ। ਕਹਿੰਦੇ ਉੱਥੇ ਵੀ ਆ ਕੇ ਇਹ ਜਾਣੀ ਕਿ ਕਹਿੰਦੇ ਸੀ ਲੋਕ ਵੀ ਕੀਰਤਨ ਕਰਾਉਣਾ, ਕਹਿੰਦੇ ਅਸੀਂ ਬਿਲਕੁਲ ਇਹਨੂੰ ਗੁਰਦੁਆਰਾ ਸਾਹਿਬ 'ਚ ਵੜਨ ਨਹੀਂ ਦਿੱਤਾ। ਸੁਧਾਰ ਦੀ ਗੱਲ ਹੈ ਇਹ, ਆਪਣਾ ਜਿਹੜਾ ਜਗਰਾਉਂ ਕੋਲੇ ਸੁਧਾਰ ਆ, ਗੁਰੂ ਖਾਲਸਾ ਕਾਲਜ ਸੁਧਾਰ, ਉਸ ਟਾਊਨ ਦੀ ਹਲਵਾਰੇ ਦੀ। ਬਿਲਕੁਲ ਕਹਿੰਦੇ ਉਦੋਂ ਵੀ ਇਹੋ ਜਿਹੇ ਸੀ, ਤੇ ਅੱਜ ਵੀ ਕਹਿੰਦੇ ਵੀਰ ਜੀ ਬਿਲਕੁਲ ਸੱਚੀਆਂ ਗੱਲਾਂ ਕਰ ਰਹੇ ਨੇ। ਤੇ ਜਿਵੇਂ ਸਰਦਾਰ ਕੁਲਦੀਪ ਸਿੰਘ ਜੀ ਤੁਸੀਂ ਇੱਥੋਂ ਭਿਹੋਵੇ ਵਾਲੇ ਭਜਾਏ ਆ, ਤੇ ਜਾਂ ਜਿਹੜੇ ਆਹ ਹੈਗੇ ਉੱਥੋਂ ਵਾਲੇ ਜਿਹੜੇ ਪ੍ਰੇਮੀ ਵੱਜਦੇ ਆਪਣੇ ਆਪ ਨੂੰ ਕਹਿੰਦੇ ਆ, ਜਾਣੀ ਸਰਕਾਰਾਂ ਉਹਨਾਂ ਦੇ ਜਾ ਕੇ ਬਹਿੰਦੀਆਂ ਰਹੀਆਂ, ਗੋਡਿਆਂ ਗਿੱਟਿਆਂ ਦੇ ਕੋਲੇ ਗਿੱਟੇ ਨੱਪਦੀਆਂ ਰਹੀਆਂ, ਤੇ ਉਹਦੀ ਜਾਣੀ ਇਹ ਸ਼ੁਰੂਆਤ ਹੈ। ਇਹ ਵੀ ਉਹੀ ਭਿਹੋਵਾ ਬਣ ਸਕਦਾ ਵੱਡਾ ਹੋ ਕੇ, ਤੇ ਵੱਡਾ ਹੋ ਕੇ ਉਹੀ ਰਾਮ ਰਹੀਮ ਬਣ ਸਕਦਾ, ਤੇ ਵੱਡਾ ਹੋ ਕੇ ਇਹ ਬਲਾਤਕਾਰੀ ਹੈਗਾ ਹੀ ਹੈਗਾ। ਯਾਨੀ ਉਦੋਂ ਵੀ ਸਰਕਾਰਾਂ ਵੀ ਉਹਨਾਂ ਨੂੰ ਕਰ ਸਕਦੀਆਂ। ਬਿਲਕੁਲ ਜਿਹੜੀ ਮੌਜੂਦਾ ਸਰਕਾਰ ਹੈ ਇਨਕਲਾਬੀ ਸਰਕਾਰ ਕਹਿੰਦੇ ਆਪਣੇ ਆਪ ਨੂੰ, ਤੇ ਇਹਨਾਂ ਨੂੰ ਜ਼ਰੂਰ ਬਚਾਉਣਾ ਚਾਹੀਦਾ, ਨਾ ਕਿ ਸ਼੍ਰੀ ਕੇਜਰੀਵਾਲ ਜੀ ਵਾਂਗੂ ਕਿਸੇ ਡੇਰੇ ਤੇ ਜਾ ਕੇ ਮੱਥਾ ਟੇਕਣਾ, ਜਿਵੇਂ ਪਹਿਲਾਂ ਕਹਿੰਦੇ ਸੀ ਅਸੀਂ ਨਹੀਂ ਮੱਥਾ ਟੇਕਾਂਗੇ। ਸੋ ਇਨਸਾਫ ਦੇਣਾ ਚਾਹੀਦਾ ਸਾਨੂੰ, ਇਹ ਜਿਹਾ ਲਟੇਰਿਆਂ ਤੋਂ ਬਲਾਤਕਾਰੀਆਂ ਤੋਂ ਬਚਣਾ ਚਾਹੀਦਾ। ਬਿਲਕੁਲ ਸੱਚ ਬੋਲ ਰਹੇ ਜੀ, ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਇਹ ਗੁਰਮੀਤ ਰਹੀਮ ਜਾਂ ਭੇਵਾਲ ਦਾ ਬਣਨਾ ਨਹੀਂ ਚਾਹੁੰਦਾ, ਸ਼ਾਇਦ ਜਿਸ ਹਿਸਾਬ ਨਾਲ ਹਰਮਨਜੀਤ ਸਿੰਘ ਉਹਨਾਂ ਨੇ ਦੱਸਿਆ ਉਹ ਬਣ ਚੁੱਕਾ ਹੈ ਜੀ। ਹਰਮਨਜੀਤ ਸਿੰਘ ਜੀ ਹਾਂਜੀ ਨਹੀਂ ਜੀ, ਸਰਸੇ ਵਾਲਾ ਤੇ ਮੈਨੂੰ ਅੱਜ ਇਹਦਾ ਚੇਲਾ ਲੱਗਣ ਲੱਗ ਗਿਆ। ਇਹ ਹੱਦਾਂ ਸਾਰੀਆਂ ਪਾਰ ਕਰ ਗਿਆ ਜੀ। ਜਿੱਦਣ ਕੋਈ ਵੱਡੀ ਏਜੰਸੀ ਇਹਦੀ ਇਨਵੈਸਟੀਗੇਸ਼ਨ ਕਰੂਗੀ ਨਾ, ਉਦੋਂ ਇਹ ਚੀਜ਼ਾਂ ਸਾਹਮਣੇ ਆਉਣਗੀਆਂ ਕਿ ਸਰਸੇ ਵਾਲਾ ਤੇ ਕੱਖ ਵੀ ਨਹੀਂ ਇਹਦੇ ਅੱਗੇ, ਜਦੋਂ ਇਹਨੇ ਹੁਣ ਤੱਕ ਜੋ ਹਰਕਤਾਂ ਕੀਤੀਆਂ ਨੇ। ਇਹ ਸਿੱਖ ਕੌਮ ਦੇ ਵਿੱਚ ਰਹਿਣ ਦੇ ਲਾਇਕ ਨਹੀਂ। ਓਕੇ ਜੀ। ਸਰਦਾਰ ਕਸ਼ਮੀਰ ਸਿੰਘ ਜੀ, ਤੁਸੀਂ ਇੱਥੇ ਹੋ, ਸਵਾਗਤ ਹੈ ਵੀਰ ਜੀ। ਹਾਂਜੀ, ਹਰਮਨਜੀਤ ਸਿੰਘ, ਸਰਦਾਰ ਕੁਲਦੀਪ ਸਿੰਘ ਜੀ ਤੇ ਆਪ ਜੀ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਦੀਪ ਸਿੰਘ ਜੀ, ਜੋ ਕੁਛ ਸਿੱਖ ਛੋਟੀ ਜਿਹੀ ਕੌਮ ਦੇ ਨਾਲ ਹੋ ਰਿਹਾ, ਜੋ ਕੁਛ ਆਲੇ ਦੁਆਲਿਓਂ ਕੀੜਿਆਂ ਦੇ ਭੌਣ ਦੇ ਉੱਤੇ ਜਾਣੀ ਕਿ ਦਾਣੇ ਸਿੱਟ ਕੇ ਤੇ ਉਹ ਲੋਕਾਂ ਨੂੰ ਮਤਲਬ ਕਿ ਖਰਾਬ ਕੀਤਾ ਜਾ ਰਿਹਾ, ਉਹ ਸਾਡੀ ਆਪਣੀ ਕੌਮ ਵੱਲੋਂ ਕੀਤਾ ਜਾ ਰਿਹਾ। ਜੇਕਰ ਅਸੀਂ ਆਪ ਸੁਧਰ ਜਾਈਏ, ਜੇਕਰ ਅਸੀਂ ਜਿਵੇਂ ਇੰਨੇ ਸਮੇਂ ਤੋਂ ਪ੍ਰਚਾਰ ਹੁੰਦਾ ਆ ਰਿਹਾ ਵੀ ਤੁਸੀਂ ਡੇਰਿਆਂ ਦੇ ਵਿੱਚ ਜਾਣਾ ਬੰਦ ਕਰੋ, ਡੇਰਿਆਂ ਦੇ ਵਿੱਚ ਤੁਹਾਨੂੰ ਮਿਲਣਾ ਕੱਖ ਨਹੀਂ, ਬਦਫੈਲੀਆਂ ਹੋਣਗੀਆਂ ਤੁਹਾਡੇ ਨਾਲ, ਤੁਹਾਡੇ ਬੱਚਿਆਂ ਨਾਲ, ਪਰ ਕੌਮ ਹੀ ਨਹੀਂ ਜਦੋਂ ਸਮਝ ਰਹੀ ਤਾਂ ਕਿੰਨਾ ਕੁ ਜਾਣੀ ਕਿ ਇਹਦੇ ਉੱਤੇ ਪਹਿਰਾ ਦਿੱਤੇ ਦੇ ਨਾਲ ਮਤਲਬ ਸੁਧਾਰ ਹੋਇਆ। ਹਲੇ ਵੀ ਇਹੋ ਜਿਹੇ ਜਿਹੜੇ ਚੋਰ ਨਿਕਲਦੇ ਹੈਗੇ ਆ, ਜਿਨ੍ਹਾਂ ਦਾ ਦੁਨੀਆ ਦੇ ਵਿੱਚ ਲੋਕਾਂ ਨੂੰ ਪਤਾ ਲੱਗਦਾ, ਪਰ ਕਿੰਨੇ ਜਿਹੜੇ ਜਿਨ੍ਹਾਂ ਪਤਾ ਹੀ ਨਹੀਂ ਲੱਗਦਾ, ਉਹਨਾਂ ਦੇ ਨਾਲ ਹਲੇ ਉਹ ਛੋਟੇ ਮੋਟੇ ਕਾਂਡ ਕਰ ਰਹੇ ਆ। ਅੱਜ ਸੋਸ਼ਲ ਮੀਡੀਆ ਬਹੁਤ ਸਟਰੋਂਗ ਹੈਗਾ, ਕਿਉਂ ਨਹੀਂ ਆਪਾਂ ਇਸ ਚੀਜ਼ ਨੂੰ ਪ੍ਰਭਾਵਿਤ ਕਰਦੇ ਲੋਕਾਂ ਦੇ ਵਿੱਚ, ਭਈ ਜੇ ਕਿਸੇ ਨੂੰ ਕਿਸੇ ਸਾਧ ਦਾ ਪਤਾ, ਕਿਸੇ ਇਹੋ ਜਿਹੇ ਬਲਾਤਕਾਰੀ ਦਾ ਪਤਾ, ਤੇ ਉਹਦਾ ਇੱਕਦਮ ਨਸ਼ਰ ਕੀਤਾ ਜਾਵੇ ਨਾਂ, ਤੇ ਉਹਦੇ ਔਲਾਦ ਦਾ ਨਾਂ। ਜਿਵੇਂ ਤੁਸੀਂ ਕਿਹਾ ਹਰਮਨਜੀਤ ਸਿੰਘ ਜੀ ਉਹਨਾਂ ਨੇ ਕਿ 2 ਇਹਦੇ ਬੱਚੇ ਇੱਥੇ ਰਹਿੰਦੇ ਆ, ਉਹਨਾਂ ਦੇ ਨਾਂ ਨਸ਼ਰ ਕੀਤੇ ਜਾਣ, ਉਹਨਾਂ ਦਾ ਪਤਾ ਲੱਗਣਾ ਚਾਹੀਦਾ ਉਹ ਕਿਹੜੇ ਸਾਥੀਆਂ ਦਾ ਨਾਂ ਰਹਿੰਦੇ ਆ, ਇੱਥੇ ਕੀ ਉਹ ਕਾਰਜ ਕਰਦੇ ਆ। ਤੋ ਜਿਹੜੀ ਜਿਹੋ ਜਿਹੀ ਉਹ ਜਿਹੇ ਕੋਕੋ ਦੇ ਬੱਚੇ ਹੋਣੇ ਆ, ਇਹਨਾਂ ਲੋਕਾਂ ਤੋਂ ਜੋ ਕੁਛ ਹਰਮਨਜੀਤ ਸਿੰਘ ਜੀ ਨੇ ਦੱਸਿਆ, ਇਸਦੇ ਪਿੱਛੇ ਤੁਹਾਨੂੰ ਕਿੰਨੇ ਸਾਧਾਂ ਦਾ ਹੋਰਨਾਂ ਦੇ ਜਿਹੜੇ ਪਹਿਲਾਂ ਨਾਲ ਰਹੇ ਆ, ਉਹਨਾਂ ਨੇ ਪਾਜ ਖੋਲੇ ਆ, ਉਹਨਾਂ ਸਾਰਿਆਂ ਦਾ ਆਪਾਂ ਰਲ ਮਿਲ ਕੇ ਕਿੰਨਾ ਮਤਲਬ ਪਈ ਕਹਿ ਲਓ ਤੁਸੀਂ ਢੋਲ ਵਜਾ ਕੇ ਉਹਨਾਂ ਨੂੰ ਬਾਹਰ ਕੱਢਿਆ। ਜਾਂ ਕੱਲਾ ਇਹੀ ਨਹੀਂ, ਭੋਵੇ ਵਾਲਾ ਨਹੀਂ, ਰਣਜੀਤ ਸਿੰਘ ਦੂਸਰਾ ਵੀ ਆਇਆ ਸੀ ਇੱਥੇ, ਜਿਹੜਾ ਮਤਲਬ ਪਈ ਕਹਿੰਦਾ ਸੀ ਪਾਥੀਆਂ ਚੋਂ ਰਾਮ ਰਾਮ। ਇਹੋ ਜਿਹੇ ਸਾਧਾਂ ਫੇਰ ਮੁੜ ਕੇ ਸਾਡੀ ਕੌਮ ਦੇ ਵਿੱਚ ਵਿਚਰਨਾ ਬੜਾ ਖਤਰਨਾਕ ਹੈਗਾ। ਪਰ ਹਰਮਨਜੀਤ ਸਿੰਘ ਉਹਨਾਂ ਦੇ ਲਈ ਤੁਹਾਡਾ ਕੀ ਸੁਨੇਹਾ ਹੈ ਜੀ? ਇਹਨਾਂ ਨੂੰ ਸੁਨੇਹਾ ਇਹ ਹੈ ਜੀ, ਡਟ ਕੇ ਆਪਣੇ ਜਿਸ ਵਿਸ਼ਵਾਸ ਦੇ ਉੱਤੇ ਖੜੇ ਆ ਉਹਦੇ ਨਾਲ ਇਹ ਆਪਣਾ, ਮੇਰਾ ਖਿਆਲ ਗੁਰੂ ਇਹਨਾਂ ਦੇ ਅੰਗ ਸੰਗ ਹੋ ਗਿਆ, ਤੁਹਾਡੇ ਮਾਧਿਅਮ ਦੇ ਉੱਤੇ ਆ ਚੁੱਕੇ ਆ। ਪਰ ਇਹਨਾਂ ਨੂੰ ਇੰਨਾ ਜ਼ਰੂਰ ਹੈਗਾ, ਆਪਣਾ ਬਚਾਓ ਵਿੱਚ ਜ਼ਰੂਰ ਰੱਖਣ, ਆਪਣੀ ਕੋਈ ਨਾ ਕੋਈ ਮਤਲਬ
ਬੰਦਿਆਂ ਦੇ ਕੋਈ ਪਤਾ ਨਹੀਂ ਅੱਜ ਕੀ ਹੋ ਰਿਹਾ ਜਿਹੜੇ ਕੋਈ ਨਹੀਂ ਮੈਂ ਸਮਝ ਗਿਆ ਤੁਹਾਡਾ ਇਹ ਗੱਲ ਵੀ ਆਪਣਾ ਬਚਾਓ ਜ਼ਰੂਰ ਰੱਖਣਗੇ। ਹਾਂਜੀ ਬਚਾਓ ਰੱਖਣਗੇ, ਤੁਹਾਡੇ ਨਾਲ ਸੰਪਰਕ ਰੱਖਣ ਜਿਹਦੇ ਨਾਲ ਮੇਰਾ ਖਿਆਲ ਹੈ ਦੁਨੀਆ ਦੇ ਵਿੱਚ ਆਪਾਂ ਇਹਨੂੰ ਨੰਗਿਆਂ ਕਰ ਸਕੀਏ। ਤੇ ਤੁਹਾਡਾ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਰਿਸ਼ਪਾਲ ਸਿੰਘ ਦੀ ਗੱਲਬਾਤ ਸੁਣ ਲਈ ਹੈ ਜੀ, ਫਿਰ ਹਰਮਨਜੀਤ ਸਾਰੀ ਗੱਲਬਾਤ ਸਮਾਪਤ ਕਰਵਾਵਾਂਗੇ ਜੀ। ਵੀਰ ਰਿਸ਼ਪਾਲ ਸਿੰਘ ਜੀ ਸਵਾਗਤ ਹੈ ਤੁਹਾਡਾ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਦੋਂ ਛੋਟੇ ਹੁੰਦੇ ਸੀ ਤੇ ਪਿੰਡਾਂ ਦੇ ਵਿੱਚ ਇੱਕ ਜਾਂ ਵੱਧ ਤੋਂ ਵੱਧ ਵੱਡੇ ਪਿੰਡਾਂ ਦੇ ਵਿੱਚ 2 ਸੰਗਤੀ ਗੁਰੂ ਘਰ ਹੁੰਦੇ ਸੀ ਤੇ ਉੱਥੇ ਗੁਰਬਾਣੀ ਦਾ ਪਾਠ ਹੁੰਦੇ ਸੀ ਤੇ ਸ਼ਮਸ਼ਾਨ ਘਾਟਾਂ ਵਿੱਚ ਗੁਰੂ ਗ੍ਰੰਥ ਸਾਹਿਬ ਨਹੀਂ ਲਿਆਏ ਜਾਂਦੇ ਸੀ। ਸਾਧਾਂ ਦੇ ਡੇਰੇ ਵੀ ਕੋਈ ਨਹੀਂ ਸੁਣੇ ਜਾਂਦੇ, ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਕਦੀ ਘੱਟ ਹੀ ਸੁਣੀਆਂ ਤੇ ਉੱਥੇ ਇਸ ਹਾਰ ਦੇ ਥੱਲੇ ਵੱਲੋਂ ਜਿਹੜੇ ਆ ਸਾਧਾਂ ਦੇ ਡੇਰੇ ਚੱਲਦੇ ਆ। ਤੇ ਦੂਜੀ ਗੱਲ ਹੈ ਵੀ ਦੇਖੋ ਇਹ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਇਹ ਹਰ ਚੀਜ਼ ਵੱਧਦੀ ਗਈ ਆ। ਜਿਵੇਂ ਜਿਵੇਂ ਇਹਦਾ ਇਲਾਜ ਕਰਨਾ ਸ਼ੁਰੂ ਕੀਤਾ ਗਿਆ ਇਹ ਮਤਲਬ ਜਿਹੜਾ ਚੱਲਣਿਆ ਵੱਧਦਾ ਗਿਆ ਦਿਨੋਂ ਦਿਨ। ਦੇਖੋ ਅੱਗੇ ਪਹਿਲੇ ਸਮੇਂ 'ਚ ਅਖੰਡ ਪਾਠ ਸਾਹਿਬ ਕਿਤੇ ਬਿਰਲਾ 52 ਸਾਲ ਦੇ ਵਿੱਚ ਇੱਕ ਅੱਧਾ ਹੁੰਦਾ ਸੀ, ਹੁਣ 30 ਅਖੰਡ ਪਾਠ ਇਕੱਠੇ 300 ਅਖੰਡ ਪਾਠ ਇਕੱਠੇ ਇਹ ਹੋ ਗਏ ਸ਼ੁਰੂ। ਤੇ ਡੇਰਿਆਂ ਦੇ ਜੋ ਹੁੰਦਾ ਉੱਥੇ ਪੈਸੇ ਦੇ ਢੇਰ ਲੱਗੀ ਜਾਂਦੇ ਆ, ਸੰਗਤਾਂ ਦੇ ਉੱਥੇ ਮਤਲਬ ਅੰਨੇ ਬਾਹ ਚੱਲੀ ਜਾਂਦੇ ਆ ਤੇ ਉੱਥੇ ਬਿਲਡਿੰਗਾਂ ਵਧੀ ਜਾਂਦੀਆਂ। ਕਕਾਰਮ ਵੀ ਰੋਜ਼ ਆਪਾਂ ਘਟਨਾਵਾਂ ਸੁਣੇ ਹਰ ਡੇਰਿਆਂ ਤੇ ਕਿਹੜੇ ਵੱਡੇ ਕਕਾਰਮ ਹੁੰਦੇ ਆ ਤੇ ਪੈਸਾ ਇਕੱਠਾ ਹੁੰਦਾ ਤੇ ਪੈਸੇ ਵਿੱਚੋਂ ਸਾਰੇ ਕਕਾਰਮ ਪੈਦਾ ਹੁੰਦੇ ਆ। ਤੇ ਮੈਂ ਤਾਂ ਇਹੀ ਪੁੱਛਣਾ ਚਾਹੁੰਦਾ ਵੀ ਇਸ ਚੀਜ਼ ਦਾ ਪੱਕਾ ਹੱਲ ਕੀ ਹੋ ਸਕਦਾ ਵੀ ਇਹ ਜਿਹੜਾ ਚੱਲਣਿਆ ਇਹ ਕਕਾਰਮ ਜਿਹੜੇ ਆ ਇਹ ਵਧਣ ਦੀ ਬਜਾਏ ਘਟਣ ਕਿੱਦਾਂ ਇਹਨਾਂ ਨੂੰ ਠੱਲ ਪਾਈ ਜਾ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਮਨਜੀਤ ਸਿੰਘ ਜੀ ਤੁਹਾਡੇ ਕੋਲ ਤਕਰੀਬਨ 3-4 ਮਿੰਟ ਨੇ ਆਦੋਨੇ ਕਸ਼ਮੀਰ ਸੀ ਉਹਨਾਂ ਦੀ ਗੱਲਬਾਤ ਸੁਣੀ ਹੋ ਰਹੀ ਸੁਣੀ ਹੈ। ਮੈਂ ਨਾਲ ਦੀ ਨਾਲ ਬੇਨਤੀ ਕਰਦੇ ਇੱਕ ਵਾਰੀ ਫੇਰ ਕਿ ਸੰਤ ਸਰੂਪ ਸਿੰਘ ਪਤਾ ਲੱਗਾ ਕਿ ਕੈਨੇਡਾ ਦੇ ਵਿੱਚ ਹੀ ਨੇ। ਜ਼ਰੂਰ ਹੋ ਹੀ ਨਹੀਂ ਸਕਦਾ ਕਿ ਉਹਨਾਂ ਨੂੰ ਇਹ ਪ੍ਰੋਗਰਾਮ ਨਾ ਸੁਣਿਆ ਜਾਂਦਾ ਹੋਵੇ। ਜਦੋਂ ਮੈਂ ਇੱਕ ਵਾਰੀ ਰਣਜੀਤ ਸਿੰਘ ਢੱਡੀਆਂ ਵਾਲੇ ਦੇ ਖਿਲਾਫ ਇੱਕ ਵਾਰੀ ਪ੍ਰੋਗਰਾਮ ਕੀਤਾ ਸੀ, ਖਿਲਾਫ ਨਹੀਂ ਅਸਲੀਅਤ ਸੀ, ਜਸਵਿੰਦਰ ਸਿੰਘ ਨਾਮ ਦਾ ਢੋਲਕ ਮਾਸਟਰ ਸੀ ਜਿਹਦੇ ਪੁਲਿਸ ਤੋਂ ਉਹਨੇ ਫੜਵਾਇਆ ਸੀ। ਪੁਲਿਸ ਨੇ ਲਿਜਾ ਕੇ ਉਹਨੂੰ ਟੌਰਚਰ ਕੀਤਾ। ਉਹਦੀ ਮਾਂ ਨੇ ਮੇਰੇ ਨਾਲ ਸੰਪਰਕ ਕੀਤਾ। ਐਡਵੋਕੇਟ ਜਸਟਿਸ ਬੇਂਸ ਦੇ ਬੇਟੇ ਸਨ ਰਾਜਵਿੰਦਰ ਸਿੰਘ ਬੇਂਸ, ਉਹਨਾਂ ਨਾਲ ਸੰਪਰਕ ਕਰਨ ਤੋਂ ਬਾਅਦ ਕੋਰਟ ਦੇ ਵਿੱਚੋਂ ਬਕਾਇਦਾ ਆਰਡਰ ਆਏ ਤੇ ਉਹਦੇ ਕੇਸ ਪੁਲਿਸ ਵਾਲੇ ਕੱਟ ਕੇ ਉਹਨੂੰ ਮਾਰਨਾ ਚਾਹੁੰਦੇ ਸੀ। ਮੈਨੂੰ ਅਜੇ ਵੀ ਪਤਾ ਹੈ ਕਿ ਬੰਦਾ ਕੌਣ ਸੀ, ਪਰ ਮੌਕੇ ਦੇ ਉੱਤੇ ਸੰਭਾਲਿਆ ਗਿਆ ਤੇ ਉਹ ਮੁੰਡਾ ਬਚ ਗਿਆ। ਭਾਵੇਂ ਬਾਅਦ ਦੇ ਵਿੱਚ ਸੰਤ ਰਣਜੀਤ ਸਿੰਘ ਢੱਡੀਆਂ ਵਾਲੇ ਸੰਤ ਤੋਂ ਭਾਈ ਬਣ ਗਏ ਤੇ ਬਾਅਦ ਦੇ ਵਿੱਚ ਵਿਚਾਰ ਵਟਾਂਦਰੇ ਵੀ ਹੋਏ, ਗੱਲਾਂ ਵੀ ਹੋਈਆਂ ਖੁੱਲ ਕੇ, ਕਿਉਂਕਿ ਜਿੰਨਾ ਚਿਰ ਕੋਈ ਵਾਰਤਾਲਾਪ ਨਹੀਂ ਹੁੰਦੀ ਗੱਲ ਨਹੀਂ ਬਣੇਗੀ। ਮੇਰੀ ਇਹ ਬੇਨਤੀ ਹੈ ਕਿ ਅੱਜ ਉਹੀ ਰਣਜੀਤ ਸਿੰਘ ਇੱਥੇ ਆ ਰਹੇ ਆ, ਪਰ ਜਿਹਨੂੰ ਪਹਿਲੀ ਵਾਰੀ ਦੁਨੀਆ ਦੇ ਵਿੱਚ ਸਾਹਮਣੇ ਦੱਸਿਆ ਸੀ ਤੇ ਉਸੇ ਵੇਲੇ ਮੈਨੂੰ ਪ੍ਰੋਗਰਾਮ ਖਤਮ ਕਰਕੇ ਸਟੂਡੀਓ 'ਚ ਨਿਕਲੇ ਮੈਨੂੰ ਫੋਨ ਆ ਗਿਆ, ਕਹਿੰਦਾ ਕੁਲਦੀਪ ਸਿੰਘ ਸਾਨੂੰ ਫੋਨ ਕਰ ਲੈਣਾ ਸੀ। ਮੈਂ ਕਿਹਾ ਜੀ ਤੁਹਾਨੂੰ ਇੱਕ ਵਾਰੀ ਨਹੀਂ 10 ਵਾਰੀ ਫੋਨ ਕੀਤਾ ਤੁਸੀਂ ਚੁੱਕਿਆ ਨਹੀਂ। ਕਹਿੰਦਾ ਇਹ ਦੀਵਾਨ ਤੇ ਚੱਲੇ ਸੀ ਰਾਜਸਥਾਨ, ਮੈਨੂੰ ਵਾਪਸ ਮੁੜਨਾ ਪਿਆ, ਮੈਂ ਬੜਾ ਅਪਸੈਟ ਹੋਇਆ। ਸੋ ਜੇ ਸੰਤ ਸਰੂਪ ਸਿੰਘ ਜੀ ਸੁਣ ਰਹੇ ਨੇ 18442471550 ਸੰਪਰਕ ਨੰਬਰ ਹੈ, ਜਰੂਰ ਕਾਲ ਕਰਨ ਤਾਂ ਜੋ ਕੱਲ ਨੂੰ ਫਿਰ ਇਲਜ਼ਾਮ ਨਾ ਲਾ ਸਕਣ ਕਿ ਲਓ ਜੀ ਇੱਕ ਪੱਖ ਸੁਣਿਆ ਦੂਜਾ ਨਹੀਂ ਸੁਣਿਆ। ਮੈਂ ਅੱਧੀ ਰਾਤੀ ਵੀ ਹਰਮਨਜੀਤ ਸਿੰਘ ਉਹਨਾਂ ਨੂੰ ਉਠਾ ਸਕਦਾ। ਜਦੋਂ ਵੀ ਤੁਹਾਡੀ ਕਾਲ ਆਈ ਮੈਂ ਉਹਨਾਂ ਨਾਲ ਗੱਲ ਕਰਾਂਗਾ ਜੀ। ਹਰਮਨਜੀਤ ਸਿੰਘ ਜੀ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ? ਹਾਂਜੀ ਮੈਂ ਤਾਂ ਜੀ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਇਹ ਨਾ ਸਾਰਾ ਸਾਧ ਮਾਫੀਆ ਬਣ ਗਿਆ ਅੱਜ ਦੀ ਡੇਟ 'ਚ। ਸਾਧ ਮਾਫੀਆ ਸਿੱਖ ਕੌਮ ਨੂੰ ਖਾ ਰਿਹਾ ਤੇ ਚਿੱਟੀ ਸਿਉਂਕ ਜਿਹੜੀ ਹੈ ਇਹਦਾ ਹੱਲ ਹੋਣਾ ਚਾਹੀਦਾ ਕੋਈ ਨਾ ਕੋਈ, ਜਾਂ ਅਕਾਲ ਤਖਤ ਸਾਹਿਬ ਕਰੇ ਜਾਂ ਕੁਛ ਵੀ ਕਿਸੇ ਤਰੀਕੇ ਨਾਲ ਇਹਦਾ ਕੋਈ ਨਾ ਕੋਈ ਹੱਲ ਹੋਏ। ਕਿਉਂਕਿ ਮੈਂ ਲੁੱਟਿਆ ਗਿਆ ਜਾਂ ਮੈਂ ਅਸਲੀਅਤਾਂ ਦੇਖ ਲਈਆਂ, ਮੈਂ ਤੇ ਚਲੋ ਥੋੜਾ ਬਹੁਤਾ ਹਿੰਮਤ ਕਰਕੇ ਦੱਸਤਾ ਲੋਕਾਂ ਨੂੰ, ਪਰ ਬਹੁਤ ਜ਼ਿਆਦਾ ਦੁਨੀਆ ਜਿਨ੍ਹਾਂ ਦੇ ਘਰਾਂ 'ਚ ਇਹਨਾਂ ਨੇ ਡਾਕੇ ਮਾਰੇ ਆ, ਜਿਨ੍ਹਾਂ ਦੇ ਘਰਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ, ਉਹ ਲੋਕ ਬੋਲ ਨਹੀਂ ਸਕਦੇ। ਮੈਂ ਬਹੁਤ ਲੋਕਾਂ ਦੇ ਘਰਾਂ 'ਚ ਜਾ ਕੇ ਆਇਆ, ਜੋ ਕੁਛ ਹੋਇਆ ਮੇਰੇ ਲਾਗੇ ਲਾਗੇ ਬੜੇ ਪਿੰਡ ਆ, ਕਿਉਂਕਿ ਮੇਰੇ ਏਰੀਏ 'ਚ ਬਹੁਤ ਦਰਦ ਭਰਿਆ ਬਾਬੇ ਸਰੂਪ ਸਿੰਘ ਦਾ। ਹੁਣ ਨਹੀਂ ਹੈ ਪਰ ਅੱਜ ਤੋਂ ਕੁਝ ਸਾਲ ਪਹਿਲਾਂ ਤਾਂ ਬਹੁਤ ਦਰਦਵਾ ਸੀ ਇਹਦੀਆਂ ਹਰਕਤਾਂ ਦੇਖ ਦੇਖ ਕੇ, ਤੇ ਇਹਦਾ ਸਾਰਾ ਇੱਥੋਂ ਲਗਭਗ ਖਤਮ ਹੋ ਚੁੱਕਿਆ, ਬਹੁਤ ਚੰਦ ਘਰ ਰਹਿ ਗਿਆ। ਮੈਂ ਚਾਹੁੰਦਾ ਕਿ ਸਾਧ ਮਾਫੀਆ ਜਿਹੜਾ ਇਹ ਬਿਲਕੁਲ ਖਤਮ ਹੋਣਾ ਚਾਹੀਦਾ।
ਬਿਲਕੁਲ ਕੌਮ 'ਚ ਇਹਨਾਂ ਨੂੰ ਕੋਈ ਹੱਕ ਨਹੀਂ ਹੈ ਸਿੱਖ ਕੌਮ 'ਚ ਰਹਿਣ ਦਾ। ਜੀ ਤੇ ਬਾਕੀ ਮੈਂ ਜੀ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਰੋੜਾਂ ਰੁਪਈਆ ਉਹਦੇ ਕੋਲ ਹੈ, ਫਿਰ ਚੁੱਪ ਕਰਕੇ ਬਹਿ ਜਾਓਗੇ? ਹਾਂਜੀ, ਜੇ ਤੁਹਾਡਾ 25 ਲੱਖ ਵਾਪਸ ਕਰ ਦਿੰਦੇ ਆ ਫਿਰ ਚੁੱਪ ਕਰਕੇ ਬੈਠ ਜਾਓਗੇ? ਹਾਂ, ਨਹੀਂ ਜੀ ਨਹੀਂ, ਮੈਂ ਜੋ ਸੱਚ ਆ ਉਹ ਮੈਂ ਦੱਸਦੇ ਰਹਿਣਾ। ਪੈਸਾ ਜਿਹੜਾ ਮੈਨੂੰ ਨੇ ਨਹੀਂ ਦੇਣਾ ਨਾ ਦੇ, ਠੀਕ ਹੈ। ਮੇਰਾ ਕੇਸ ਚੱਲਦਾ, ਕੋਰਟ ਨੇ ਦੇਣਾ ਹੋਏਗਾ ਦੇ ਦੇਗੀ, ਕੋਈ ਪਰਵਾਹ ਨਹੀਂ ਹੈ। ਜਿੱਥੇ ਗੁਰੂ ਸਾਹਿਬ ਨੇ ਹੁਣ ਤੱਕ ਇੱਥੋਂ ਤੱਕ ਪਹੁੰਚਾਇਆ ਅੱਗੇ ਵੀ ਪਹੁੰਚਾ ਦੇਣਗੇ। ਪੈਸਾ ਮਿਲੇ ਨਾ ਮਿਲੇ, ਇਹਦੀ ਸੱਚਾਈ ਇਹਦੀ ਜਾਂ ਇਹਦੇ ਵਰਗਾ ਜਿਹੜਾ ਵੀ ਆਊਗਾ, ਜਿੰਨਾ ਚਿਰ ਸਾਹ ਚੱਲਦੇ ਉਹਨਾਂ ਚਿਰ ਦੱਸਦਾ ਹੀ ਰਹੂੰਗਾ ਜੀ। ਪਹਿਲਾਂ ਗੱਲ ਹੋ ਰਹੀ, ਅੱਜ ਦੀ ਡੇਟ 'ਚ ਪੰਥਕ ਮਸਲਾ। ਜੀ ਜੀ, ਬਹੁਤ ਬਹੁਤ ਧੰਨਵਾਦ ਹਰਮਨਜੀਤ ਸਿੰਘ ਜੀ। ਤੁਹਾਡਾ ਜਿਹੜਾ ਇਹਨਾਂ ਦਾ ਵੈਬ ਜਿਹੜਾ ਫੇਸਬੁੱਕ ਦੇ ਉੱਤੇ ਪੇਜ ਬਣਾਇਆ ਹੋਇਆ ਇਹਨਾਂ ਦਾ PRO ਇੱਕੋ ਹੀ ਸ਼ਬਦ ਹੈ, ਬਾਜਵਾ, BAJWA, ਪ੍ਰੋ ਬਾਜਵਾ ਇਹਨਾਂ ਦਾ ਪੇਜ ਹੈ, ਉਹਨੂੰ ਲਾਈਕ ਵੀ ਕਰੋ। ਵੱਧ ਤੋਂ ਵੱਧ ਜਿਹੜੀ ਉਹਦੇ ਵਿੱਚ ਰਿਕਾਰਡਿੰਗ ਹੈ, ਇੱਕ ਰਿਕਾਰਡਿੰਗ ਇਹਨਾਂ ਨੇ ਪਾਈ ਹੋਈ ਹੈ ਤੇ ਮੇਰਾ ਖਿਆਲ ਹੈ ਸਾਰੇ ਪ੍ਰੂਫ ਨੇ ਕੋਲ। ਇਹ ਸਾਰਾ ਕੁਝ ਦੇਖਣ ਤੋਂ ਬਾਅਦ ਹੀ ਮੈਂ ਇਸ ਨੌਜਵਾਨ ਨਾਲ ਸੰਪਰਕ ਕੀਤਾ ਕਿ ਕਿਵੇਂ ਇਸ ਵਿਅਕਤੀ ਨੇ, ਨੌਜਵਾਨ ਨੇ ਇੱਕ ਗੱਲ ਨਖੇੜ ਕੇ ਦੱਸੀ ਹੈ। ਉਮੀਦ ਹੈ ਕਿ ਜਿਹੜੇ ਲੋਕ ਸੰਤ ਬਾਬਾ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਨੂੰ ਪ੍ਰਮੋਟ ਕਰ ਰਹੇ ਨੇ, ਉਹ ਇਹ ਗੱਲ ਸੁਣਨ ਤੋਂ ਬਾਅਦ ਉਹਨਾਂ ਨੂੰ ਬੇਨਤੀ ਕਰਨ ਕਿ ਮੇਰੇ ਨਾਲ ਜ਼ਰੂਰ ਸੰਪਰਕ ਕਰਿਆ ਜੇ। ਤੁਹਾਨੂੰ ਟੀਵੀ ਜਾਂ ਰੇਡੀਓ ਤੇ ਜਿੱਥੇ ਤੁਸੀਂ ਚਾਹੋਗੇ ਮੈਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗਾ, ਤਾਂ ਜੋ ਸੱਚ ਹੈ ਜਿਹੜਾ ਹਰਮਨਜੀਤ ਸਿੰਘ ਨੂੰ ਨਾਲ ਬਿਠਾ ਕੇ ਆਪਾਂ ਕਲੀਅਰ ਕਰ ਸਕੀਏ ਕਿ ਕਿਤੇ ਦੋਸ਼ ਲਾ ਰਹੇ ਆ, ਇਹਨੂੰ ਕੋਈ ਤਾਕਤ ਕਹਿ ਰਹੀ ਹੈ ਸੰਤਾਂ ਨੂੰ ਬਦਨਾਮ ਕਰਨ ਲਈ, ਜਾਂ ਫਿਰ ਸੰਤ ਕਿਸੇ ਤਾਕਤ ਦੇ ਥੱਲੇ ਆ ਕੇ ਇਹ ਸਾਰੇ ਕੁਕਰਮ ਕਰ ਰਹੇ ਨੇ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਮੇਰੇ ਵੱਲੋਂ ਵੀ ਧੰਨਵਾਦ ਕਰਦੇ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਨ ਸਰਦਾਰ ਹਰਮਨਜੀਤ ਸਿੰਘ। ਹਰਮਨਜੀਤ ਸਿੰਘ ਦੀ ਹੋਈ ਗੱਲਬਾਤ ਦੇ ਵਿੱਚ ਤੁਹਾਡਾ, ਮੀਡੀਆ ਦਾ, ਮੇਰਾ ਜਾਂ ਰੇਡੀਓ ਦਾ ਸਹਿਮਤ ਜਾਂ ਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ। ਇਹ ਸਾਡੇ ਇਹਨਾਂ ਦੇ ਆਪਣੇ ਵਿਚਾਰ ਸਨ। ਬਾਕੀ ਇੱਕ ਵਾਰੀ ਮੈਂ ਫੇਰ ਜਾਂਦਾ ਬੇਨਤੀ ਕਰਦੇ ਹਾਂ ਕਿ ਸੰਤ ਸਰੂਪ ਸਿੰਘ ਹੁਣੀ ਕਾਲ ਕਰਕੇ, ਮੇਰਾ ਨੰਬਰ ਸਾਰਿਆਂ ਨੂੰ ਦੁਨੀਆ ਨੂੰ ਪਤਾ ਹੈ, ਸਟੂਡੀਓ ਦੇ ਵਿੱਚ ਕਾਲ ਕਰ ਲੈਣ ਤੇ ਮੈਂ ਉਹਨਾਂ ਨਾਲ ਸੰਪਰਕ ਜ਼ਰੂਰ ਕਰਾਂਗਾ।